ये पर ਅੱਜ ਦਾ ਸਿਨੇਮਾ ਮੋਸਟਲੀ ਮੈਂ ਨਹੀਂ ਕਹਿੰਦਾ ਸਾਰਾ, ਮੈਂ ਦੇਖਿਆ ਵੀ ਨਹੀਂ ਪੂਰਾ, ਦੇਖ ਕੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀ ਵੀ ਜਸਟਿਸ ਸ਼ਾਇਦ ਪੰਜਾਬ ਨਾਲ ਨਹੀਂ ਹੋਇਆ। ਕੈਰੈਕਟਰ ਇਦਾਂ ਦੇ ਹੁਣ ਜਿਹੜੇ ਪੰਜਾਬ 'ਚ ਹੁੰਦੇ ਆ, ਬਿਲਕੁਲ ਇਦਾਂ ਦੇ ਨਾ ਹੁਣ ਜੇ ਪੰਜਾਬ 'ਚ ਹੋ ਸਕਦੇ ਹੈ ਜਾਂ ਲੋਕਾਂ ਨੂੰ ਲੱਗਦਾ ਪੰਜਾਬ 'ਚ ਹੁੰਦੇ ਆ, ਲੱਗਣਾ ਵਾਲੀ ਚੀਜ਼ ਨਹੀਂ ਹੁੰਦੀ। ਇਹ ਪੰਜਾਬ ਦਾ ਹੈ ਕਿ ਨਹੀਂ। ਨੌਨ ਪੰਜਾਬੀ ਡਾਇਰੈਕਟਰ ਦੇ ਕੋਲੇ ਇਹ ਪਲਾਟ ਲੈ ਕੇ ਜਾਣਾ, ਪੰਜਾਬੀ ਬੋਲਦੇ ਕਿਰਦਾਰ ਲੈ ਕੇ ਜਾਣੇ ਐਂਡ ਉਹਨਾਂ ਨੂੰ ਕਨਵਿੰਸ ਕਰਨਾ, ਇਹ ਕਿੰਨਾ ਈਜ਼ੀ ਸੀਗਾ। ਮੇਰੇ ਖਿਆਲ ਉਲਟਾ ਪੰਜਾਬ 'ਚ ਆਉਣ ਤੋਂ ਬਾਅਦ ਸ਼ਾਇਦ ਥੋੜਾ ਬਹੁਤ ਆਪਾਂ ਦੇਖਿਆ ਕਿ ਬੰਦਾ ਕਰਪਟ ਵੀ ਹੋ ਸਕਦਾ, ਠੀਕ ਵੀ ਹੋ ਸਕਦਾ, ਘਰ ਵੀ ਲੱਗ ਗਿਆ ਇੱਕਦਮ। ਅਦਰਵਾਈਜ਼ ਸਾਡੇ ਲਈ ਪੁਲਿਸ ਐਂਡ ਪੋਲੀਟੀਸ਼ੀਅਨਸ ਜਿਹੜੇ ਉਹ ਵਿਲਨ ਹੀ ਨੇ, ਜਾਂ ਵਿਲਨ ਨੇ ਜਾਂ ਬਹੁਤ ਅੱਛੇ ਨੇ। ਸਾਡੀ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਹੈ ਕਿ ਆਪਾਂ ਆਪਣੀ ਸਟੇਟ ਨੂੰ ਡਿਫੈਂਡ ਕਰਨ ਲੱਗ ਜਾਂਦੇ ਆ। ਉਹ ਸਾਨੂੰ ਨਹੀਂ ਕਰਨਾ ਚਾਹੀਦਾ। ਅਸੀਂ ਹਾਲੇ ਵੀ ਕਹਿਣ ਲੱਗ ਜਾਂਦੇ ਸਾਡੇ ਕੋਲ ਨਸ਼ਾ ਨਹੀਂ ਹੈਗਾ ਜੀ, ਅਸੀਂ ਤੁਹਾਨੂੰ ਤਗਮਾ ਲਾਇਆ ਜੀ ਨਸ਼ੇ ਦਾ। ਕਿ ਉੜਤਾ ਪੰਜਾਬ ਤੇ ਵੀ ਬਹੁਤ ਜ਼ਿਆਦਾ ਡਿਬੇਟ ਹੋਈ ਸੀਗੀ ਇਸ ਚੀਜ਼ ਤੇ ਕਿ ਇੰਨੇ ਹਾਲਾਤ ਖਰਾਬ ਨਹੀਂ ਆ ਜਿੰਨੇ ਉੜਤਾ ਪੰਜਾਬ 'ਚ ਦਿਖਾਏ ਗਏ। ਇੰਨੇ ਸਾਰੇ ਪ੍ਰੋਬਲਮ ਪੰਜਾਬ 'ਚ ਆ ਗਏ ਜਿਹੜੇ ਕਿ ਸ਼ਾਇਦ ਪੰਜਾਬ ਜੇ ਬਾਰਡਰ ਸਟੇਟ ਨਾ ਹੁੰਦਾ ਤਾਂ ਸ਼ਾਇਦ ਨਹੀਂ ਹੁੰਦੇ, ਚਾਹੇ ਪਾਰਟੀਸ਼ਨ ਹੋਏ ਚਾਹੇ ਡਰੱਗਸ ਹੋਏ। ਪੰਜਾਬੀ ਕਰੈਕਟਰ ਰੱਖੇ ਜਾਂਦੇ ਨੇ ਐਂਡ ਹਿੰਦੀ ਵੈਬ ਸੀਰੀਜ਼ ਦੇ ਵਿੱਚ ਉਹ ਪੰਜਾਬੀ ਬੋਲਦੇ ਕਰੈਕਟਰ ਰੱਖੇ ਜਾਂਦੇ ਨੇਗੇ, ਇਹ ਕੀ ਰੀਜ਼ਨ ਹੈ? ਪਹਿਲਾਂ ਤੁਸੀਂ ਦੇਖ ਲਓ ਬਾਲੀਵੁੱਡ 'ਚ ਪੰਜਾਬੀ ਰਿਪਰੈਜ਼ੈਂਟੇਸ਼ਨ ਕਾਫੀ ਖਰਾਬ ਹੈ। ਇਹਨੂੰ ਜਾਂ ਤਾਂ ਟਰੱਕ ਡਰਾਈਵਰ ਤੁਹਾਨੂੰ ਕੋਈ ਮਿਲ ਜਾਏਗਾ ਜਿਹੜਾ ਬੱਲੇ ਬੱਲੇ ਕਰੇਗਾ, ਜਾਂ ਕੋਈ ਇੱਕ ਢਾਬੇ ਵਾਲਾ ਜਾਂ ਕੋਈ ਸ਼ਰਾਬੀ, ਇਦਾਂ ਦੇ 3-4 ਕਰੈਕਟਰ ਜਾਂ ਬੱਲੇ ਬੱਲੇ, ਜਾਂ ਤੁਸੀਂ ਉਹ ਕਰੈਕਟਰ ਨਾ ਵੀ ਉਦਾਂ ਦਾ ਹੋਵੇ ਤੁਸੀਂ ਪਿੱਛੇ ਢੋਲ ਪਾ ਦਿਓ ਉਹਦੇ। ਕੋਈ ਵੀ ਵੈਬ ਸੀਰੀਜ਼ ਆ ਜਿਹੜੀ ਉਹ ਅਸੀਂ ਅੰਡਰ 18 ਆਡੀਅנס ਦੇ ਲਈ ਕਿਉਂ ਨਹੀਂ ਡਿਜ਼ਾਈਨ ਕਰ ਰਹੇ? ਇਹ ਅਡਲਟ ਸੀਨਸ ਸਿਰਫ ਆਡੀਅנס ਅਟਰੈਕਸ਼ਨ ਦੇ ਲਈ ਹੁੰਦੇ ਨੇ ਜਾਂ ਮਤਲਬ ਇਹਨਾਂ ਦਾ ਕੀ ਰੀਜ਼ਨ ਆ? ਜਾਂ ਕੋਈ ਗਾਣਾ ਜਿਹੜਾ ਪੁਰਾਣਾ ਤੁਸੀਂ ਲੈ ਕੇ ਉਹਨੂੰ ਜਦੋਂ ਤੁਸੀਂ ਗੱਲ ਕਰੋਗੇ ਤਾਂ ਪਤਾ ਲੱਗੇਗਾ ਕਿ ਉਹ ਕਿਹੜੀ ਕੈਟਾਗਰੀ 'ਚ ਆਉਂਦਾ। ਉਹਨੂੰ ਤੁਸੀਂ ਲੱਚਰ ਕਹੋਗੇ ਜਾਂ ਉਹਨੂੰ ਤੁਸੀਂ ਸੱਚਾਈ ਕਹੋਗੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਨਾ, ਇਹ ਹਮੇਸ਼ਾ ਘੁੰਮ ਫਿਰ ਕੇ ਤੁਹਾਡੀ ਮੈਂਟਲ ਹੈਲਥ ਤੇ ਆਉਂਦੀਆਂ ਨੇ। ਇੱਥੇ ਮੈਂਟਲ ਹੈਲਥ ਦੀ ਹੀ ਗੱਲ ਨਹੀਂ ਹੁੰਦੀ ਕਦੇ ਪੰਜਾਬ 'ਚ। ਇਹ ਗੱਲ ਸੱਚ ਹੈ ਕਿ ਹੁਣ ਬੰਬੇ ਵਾਲੇ ਟੈਲੈਂਟ ਲੱਭਣ ਲਈ ਪੰਜਾਬ ਆਉਂਦੇ ਨੇ। ਸਾਨੂੰ ਦਿੱਲੀ ਦੀ ਪੰਜਾਬੀ ਬੋਲਣ ਵਾਲੇ ਜਾਂ ਬੰਬੇ ਦੀ ਪੰਜਾਬੀ ਬੋਲਣ ਵਾਲੇ ਲੋਕੀ ਨਹੀਂ ਚਾਹੀਦੇ। ਜਾਂ ਕੁਝ ਨਹੀਂ ਹੋ ਸਕਦਾ ਕਿ ਪੰਜਾਬ ਦੇ ਮੈਨੂੰ ਲੱਗਦਾ ਆਰਟਿਸਟ ਬਹੁਤ ਲਾਜਵਾਬ ਨੇ, ਅਤੇ ਜਿੰਨਾ ਵੀ ਤੁਸੀਂ ਪਟਿਆਲੇ 'ਚ ਚੰਡੀਗੜ੍ਹ 'ਚ ਹੋਰ ਵੀ ਜਗ੍ਹਾ ਮੈਂ ਦੇਖਿਆ ਛੋਟੇ ਛੋਟੇ ਆਰਟਿਸਟ ਬਹੁਤ ਸੋਹਣਾ ਕੰਮ ਕਰ ਰਹੇ, ਪਰ ਉਹਨਾਂ ਨੂੰ ਜ਼ਰੂਰਤ ਹੈ ਕੁਝ ਦੇਣ ਦੀ, ਜੋ ਕਿ ਪੰਜਾਬੀ ਸਿਨੇਮਾ ਉਹਨਾਂ ਨੂੰ ਫॉर श्योर ਨਹੀਂ ਦੇ ਰਿਹਾ। ਮੈਨੂੰ ਲੱਗਦਾ ਕਿ ਮੈਂ ਕਿਹਾ ਜੀ ਇਹ ਇੱਕ ਪੰਜਾਬ ਤੇ ਪੰਜਾਬ ਦੀ ਇਮੇਜ, ਇਹ ਦੋ ਬਹੁਤ ਅਲੱਗ ਚੀਜ਼ਾਂ ਨੇ। ਪੰਜਾਬ ਦੀ ਇਮੇਜ ਜਿਹੜੀ ਬਣੀ ਹੋਈ ਹੈ, ਲੱਗਦਾ ਕਿ ਬਸ ਇੱਥੇ ਤਾਂ ਸਰਸੋਂ ਹੀ ਹੁੰਦੀ ਹੈ ਤੇ ਸ਼ਾਇਦ ਸਰਸੋਂ ਕੱਟਦੀ ਨਹੀਂ, ਸਰਸੋਂ ਸ਼ਾਇਦ 12 ਮਾਹ ਉਹ ਲੱਗੀ ਰਹਿੰਦੀ ਹੈ। ਮੈਨੂੰ ਲੱਗਦਾ ਸੈਮੂਅਲ ਜੌਨ ਦੀ ਅਸੀਂ ਗੱਲ ਕਰ ਸਕਦੇ ਹਾਂ। ਉਹਨਾਂ ਨੂੰ ਟਰੱਕ ਚਲਾਉਣਾ ਨਹੀਂ ਹੁੰਦਾ ਸੀ, ਉਹਨਾਂ ਨੇ ਸਿੱਖਿਆ ਇਸ ਰੂਲ ਲਈ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਵੈਬ ਸੀਰੀਜ਼ ਦਾ ਦੌਰ ਚੱਲ ਰਿਹਾ ਅਤੇ ਇਸੇ ਦੌਰ ਦੇ ਅੰਦਰ ਬਹੁਤ ਸਾਰਾ ਕੰਟੈਂਟ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਤੇ ਕੁਝ ਉੱਦਾਂ ਦਾ ਵੀ ਕੰਟੈਂਟ ਪੇਸ਼ ਕੀਤਾ ਜਾ ਰਿਹਾ ਜਿਹਦੀ ਪਹਿਲਾਂ ਅਸੀਂ ਕਲਪਨਾ ਨਹੀਂ ਕੀਤੀ ਸੀ, ਜਾਂ ਉਹ ਕੰਟੈਂਟ ਜਿਹਨੂੰ ਅਸੀਂ ਸੋਚ ਨਹੀਂ ਸਕਦੇ ਕਿ ਇਹ ਸਿਨੇਮੇ ਦੇ ਉੱਪਰ ਰਿਲੀਜ਼ ਕੀਤਾ ਜਾਵੇਗਾ ਅਤੇ ਇਹਨੂੰ ਆਡੀਅנס ਦੇਖੇਗੀ। ਸੋ ਇਸੇ ਹੀ ਦੌਰ ਦੇ ਅੰਦਰ ਕੋਰਾ ਵਰਗੀ ਵੈਬ ਸੀਰੀਜ਼ ਰਿਲੀਜ਼ ਹੁੰਦੀ ਹੈ ਨੈਟਫਲਿਕਸ ਤੇ, ਅਤੇ ਨੈਟਫਲਿਕਸ ਤੇ ਦੇਖੀਆਂ ਜਾਣ ਵਾਲੀਆਂ ਪਹਿਲੀਆਂ 10 ਸ਼ੋਜ਼ ਦੇ ਵਿੱਚ ਉਹਦਾ ਨਾਮ ਹਾਜ਼ਰ ਹੁੰਦਾ ਆ। ਸੋ ਇਹ ਕੋਰਾ ਵੈਬ ਸੀਰੀਜ਼ ਲਿਖਣ ਵਾਲੇ ਅੱਜ ਮਨਜੀਤ ਚੋਪੜਾ ਸਾਡੇ ਨਾਲ ਹੋਣਗੇ, ਕੋ ਰਾਈਟਰ ਨੇ। ਇਹਨਾਂ ਦੇ ਨਾਲ ਡਿਗੀ ਸਿਸੋਦੀਆ ਹੋਰਾਂ ਨੇ ਇਸ ਪੂਰੀ ਸੀਰੀਜ਼ ਨੂੰ ਲਿਖਿਆ। ਮਨਜੀਤ ਫਿਲਹਾਲ ਸਾਡੇ ਨਾਲ ਨੇ ਵੀ ਸੋਸ਼ਲ ਤੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕਿਵੇਂ ਇਹ ਵੈਬ ਸੀਰੀਜ਼ ਹੋਣ ਦੇ ਵਿੱਚ ਆਈ, ਪਲਾਟ ਪੰਜਾਬ ਦਾ ਹੀ ਕਿਉਂ ਰੱਖਿਆ ਗਿਆ ਅਤੇ ਸੁਵਿੰਦਰ ਬਿੱਕੀ ਹੋਰਾਂ ਨੂੰ ਬਲਵੀਰ ਸਿੰਘ ਦੇ ਕਿਰਦਾਰ ਲਈ ਕਿਵੇਂ ਚੁਣਿਆ ਗਿਆ। ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਵਧੀਆ, ਠੀਕ ਠਾਕ। ਮੈਨੂੰ ਬੜੀ ਹੈਰਾਨੀ ਹੋਈ ਕਿਉਂਕਿ ਜਦੋਂ ਤੁਸੀਂ ਪੰਜਾਬੀ ਬੋਲੇ ਮੈਨੂੰ ਲੱਗਿਆ ਸੀ ਕਿ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਪਰ ਤੁਸੀਂ ਕਿਹਾ ਕਿ ਮੈਂ ਦਿੱਲੀ ਤੋਂ। ਹਾਲਾਂਕਿ ਦਿੱਲੀ ਵਾਲੇ ਵੀ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ, ਤੇ ਪਰ ਪੰਜਾਬ ਤੋਂ ਬਾਹਰ ਰਹਿਣਾ ਜਾਂ ਦਿੱਲੀ ਤੋਂ ਬਾਹਰ ਰਹਿ ਕੇ ਬੰਬੇ ਕੰਮ ਕਰਨਾ, ਉਦੋਂ ਸ਼ਾਇਦ ਅਸੀਂ ਨਹੀਂ ਇੰਨਾ ਐਕਸਪੈਕਟ ਕਰਦੇ ਕਿ ਕਿਸੇ ਦੀ ਪੰਜਾਬੀ ਇੰਨੀ ਚੰਗੀ ਹੋ ਸਕਦੀ ਆ, ਜਾਂ ਫਿਰ ਉਹ ਪੰਜਾਬੀ ਕੰਟੈਂਟ ਨੂੰ ਇੰਨੇ ਬਿਹਤਰੀਨ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰ ਸਕਦਾ ਆ। ਮੈਂ ਪੰਜਾਬ, ਮੈਂ ਤਾਂ ਆਸ਼ਿਕ ਹਾਂ ਪੰਜਾਬ ਦਾ। ਮੈਂ ਲੋਕਾਂ ਨੂੰ ਕਹਿੰਦਾ ਮੈਂ ਟੋਟਲ ਲਵਰ ਆਫ ਪੰਜਾਬ।
ਤੇ ਮੈਨੂੰ ਸੀਗਾ ਵੀ ਕੁਝ ਇਦਾਂ ਦਾ ਕੀਤਾ ਜਾਏ ਕਿ ਜਿਹੜਾ ਅੱਜ ਦਾ ਪੰਜਾਬ ਦਿਖਾਵੇ, ਕਿ ਜੋ ਪੰਜਾਬ ਮੈਂ ਦੇਖਿਆ ਪਿਛਲੇ 12 13 15 ਸਾਲਾਂ 'ਚ, ਉਹ ਮੈਨੂੰ ਨਹੀਂ ਲੱਗਦਾ ਸਿਨੇਮੇ ਤੇ ਉਨਾ ਕੁ ਆਇਆ ਹੈ ਨਾ। ਤੇ ਪੰਜਾਬੀ ਸਿਨੇਮਾ ਵੀ ਸ਼ਾਇਦ ਦੋ ਤਰੀਕੇ, ਗੁਰਵਿੰਦਰ ਸਿੰਘ ਦਾ ਸਿਨੇਮਾ ਹੈ ਜਿਹੜਾ ਕਿ ਬਹੁਤ ਅੱਛਾ ਹੈ, ਪਰ ਉਹ ਇੱਕ ਤਰੀਕੇ ਦਾ ਸਿਨੇਮਾ ਹੈ ਜੀ ਜੋ ਬਹੁਤ ਜ਼ਿਆਦਾ ਸ਼ਾਇਦ ਐਕਸੈਸਿਬਲ ਨਹੀਂ, ਜਾਂ ਕੋਈ ਇੱਕ ਨਾਰਮਲ ਬੰਦਾ ਦੇਖੇਗਾ ਉਹਨੂੰ ਸ਼ਾਇਦ ਉਹ ਨਾ ਉਹਨਾਂ ਕੁ ਅਪਰੀਸ਼ੀਏਟ ਕਰ ਪਾਏ। ਤੇ ਦੂਜਾ ਸਿਨੇਮਾ ਜਿਹੜਾ ਕਿ ਸਾਡਾ ਕਮਰਸ਼ੀਅਲੀ ਵਾਇਬਲ ਜਿਹਨੂੰ ਕਹਿ ਲਓਗੇ, ਕਾਮੇਡੀ ਫਿਲਮਸ ਹੈ, ਤੇ ਮੈਨੂੰ ਲੱਗ ਰਹੀ ਹੈ ਦੋਵੇਂ ਹੀ ਸ਼ਾਇਦ ਸਹੀ ਤਰੀਕੇ ਨਾਲ ਪੰਜਾਬ ਨੂੰ ਨਹੀਂ ਦਰਸਾ ਰਹੇ। ਪੰਜਾਬੀ ਫਿਲਮਾਂ ਨੂੰ ਅੱਜ ਦੀਆਂ ਨੂੰ ਮੋਸਟਲੀ ਨੂੰ ਦੇਖ ਕੇ ਮੈਨੂੰ ਲੱਗਦਾ ਵੀ ਜਿੱਦਾਂ ਕਈ ਕਹਿੰਦੇ ਨਾ ਕਿ ਕਿਸੇ ਦੌਰ ਦਾ ਪਤਾ ਕਰਨਾ ਤਾਂ ਉਹਦੇ ਗਾਣੇ ਸੁਣ ਲਓ ਉਸ ਦੌਰ ਦੇ, ਜਾਂ ਸਿਨੇਮਾ ਦੇਖ ਲਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਸ ਦੌਰ 'ਚ ਕੀ ਹੋ ਰਿਹਾ ਸੀ। ਮੈਨੂੰ ਨਹੀਂ ਲੱਗਦਾ ਕਿ ਅੱਜ ਦਾ ਪੰਜਾਬੀ ਸਿਨੇਮਾ ਦੇਖ ਕੇ ਤੁਹਾਨੂੰ ਪਤਾ ਲੱਗ ਸਕਦਾ ਕਿ ਇਹ ਦੌਰ 'ਚ ਕੀ ਹੋ ਰਿਹਾ ਹੈ ਨਾ। ਤੁਸੀਂ 80ਆਂ ਦੇ ਦਸ਼ਕ ਦੇ ਜੇ ਤੁਸੀਂ ਪੰਜਾਬੀ ਗਾਣੇ ਸੁਣ ਲਓ ਤੁਹਾਨੂੰ ਪਤਾ ਲੱਗ ਜਾਏਗਾ ਪੰਜਾਬ 'ਚ ਕੀ ਹੋ ਰਿਹਾ ਸੀ। ਪਰ ਅੱਜ ਦਾ ਸਿਨੇਮਾ ਦੇਖ ਕੇ ਸ਼ਾਇਦ ਮੜੀ ਦਾ ਦੀਵਾ ਦੇਖ ਕੇ ਤੁਹਾਨੂੰ ਸਮਝ ਆ ਸਕਦੀ ਹੈ, ਇੱਕ ਚਾਦਰ ਮੈਲੀ ਸੀ ਦੇਖ ਕੇ ਤੁਹਾਨੂੰ ਸਮਝ ਆ ਸਕਦੀ ਹੈ, ਪਰ ਅੱਜ ਦਾ ਸਿਨੇਮਾ ਮੋਸਟਲੀ, ਮੈਂ ਨਹੀਂ ਕਹਿੰਦਾ ਸਾਰਾ, ਮੈਂ ਦੇਖਿਆ ਵੀ ਨਹੀਂ ਪੂਰਾ, ਦੇਖ ਕੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀ ਵੀ ਜਸਟਿਸ ਸ਼ਾਇਦ ਪੰਜਾਬ ਨਾਲ ਨਹੀਂ ਹੋਇਆ ਸਿਨੇਮੈਟਿਕਲੀ, ਜਾਂ ਫਿਰ ਵੌਇਸ ਸ਼ਾਇਦ ਮੈਨੂੰ ਲੱਗ ਰਹੀ। ਮੈਂ ਆਪ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਪੰਜਾਬ ਨੂੰ, ਤਾਂ ਮੇਰਾ ਤਾਂ ਕੋਰਾ ਨੂੰ ਕਰਨ ਦਾ ਮੇਰਾ ਬੜਾ ਹੀ ਸੈਲਫਿਸ਼ ਮਤਲਬ ਸੀਗਾ ਕਿ ਮੈਂ ਵੀ ਸਮਝਾਂ ਇਸ ਸਟੇਟ ਨੂੰ ਕਿ ਮੇਰੇ ਅੰਦਰ ਕੀ ਹੈ ਜਿਹੜਾ ਮੈਂ ਬਾਹਰ ਲਿਆ ਸਕਦਾ। ਉਹੀ ਕੀਤਾ ਕਿ ਇੱਕ ਇੱਦਾਂ ਦੇ ਕੈਰੈਕਟਰ ਬਣਾਏ ਜਿਨ੍ਹਾਂ ਨੂੰ ਮੈਂ ਵੀ ਨਹੀਂ ਜੱਜ ਕੀਤਾ, ਨਾ ਮੈਂ ਉਹਨਾਂ ਨੂੰ ਆਪਣੇ ਆਪ ਨੂੰ ਜੱਜ ਕਰਨ ਦਿੱਤਾ। ਇਹ ਨਹੀਂ ਲੱਗਿਆ ਵੀ ਆਪਾਂ ਬਲੈਕ ਐਂਡ ਵਾਈਟ ਗੱਲ ਤੋਂ ਪਰੇ ਹਟ ਕੇ ਇੱਕ ਵਾਰ ਪੰਜਾਬ ਦੀ ਗੱਲ ਕਰੀਏ ਹੈ ਨਾ। ਉਹ ਇੱਕ ਸ਼ਾਇਦ ਲਗਾਵ ਪੰਜਾਬ ਨਾਲ ਹੈ, ਤਾਂ ਕਰਕੇ ਇਹ ਸਟੋਰੀ ਆਈ ਹੈ। ਐਂਡ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਬੈਠ ਕੇ ਪੰਜਾਬ ਨੂੰ ਦੇਖਦੇ ਹੋ ਤਾਂ ਦੂਸਰੀ ਸਟੇਟ 'ਚ ਬੈਠ ਕੇ ਤੁਹਾਨੂੰ ਕਿਉਂ ਜ਼ਰੂਰੀ ਲੱਗਦਾ ਹੈ ਕਿ ਸਿਨੇਮੈਟਿਕਲੀ ਜਾਂ ਫਿਰ ਸਿਨੇਮੇ 'ਤੇ ਜਾਂ ਫਿਲਮ ਜਾਂ ਗੀਤਾਂ ਜ਼ਰੀਏ ਪੰਜਾਬ ਦੀ ਸਹੀ ਰਿਪਰੈਜ਼ੈਂਟੇਸ਼ਨ ਹੋਣੀ ਬਹੁਤ ਜ਼ਰੂਰੀ ਹੈ? ਉਹ ਤੁਹਾਨੂੰ ਪਿਆਰ ਹੋਣਾ ਚਾਹੀਦਾ ਫਿਰ, ਚਾਹੇ ਉਹ ਭਾਸ਼ਾ ਨਾਲ ਹੋਏ, ਕਲਚਰ ਨਾਲ ਹੋਏ, ਲੋਕਾਂ ਨਾਲ ਹੋਏ, ਜ਼ਮੀਨ ਨਾਲ ਹੋਏ, ਹੈ ਨਾ, ਚਾਹੇ ਤੁਹਾਨੂੰ ਕਿਸਾਨੀ ਨਾ ਹੋਏ, ਕਿਸੇ ਵੀ ਚੀਜ਼ ਨਾਲ, ਇੱਕ ਚੀਜ਼ ਨਾਲ ਕੋਈ ਨਾ ਕੋਈ ਲਗਾਵ ਤਾਂ ਹੋਣਾ ਚਾਹੀਦਾ। ਜੇ ਤੁਹਾਨੂੰ ਲੱਗਦਾ ਕਿ ਇਹ ਮਿਸ ਰਿਪਰੈਜ਼ੈਂਟੇਸ਼ਨ ਹੈ, ਜਿੱਦਾਂ ਜੱਟਾਂ ਦੀ ਇੱਕ ਰਿਪਰੈਜ਼ੈਂਟੇਸ਼ਨ ਹੈ ਵੀ ਆ, ਤਾਂ ਉਹ ਮੋਸਟਲੀ ਤੁਸੀਂ ਜੇ ਪਿੰਡਾਂ 'ਚ ਜਾਓਗੇ, ਮੈਂ ਮਾਲਵੇ ਦੇ ਪਿੰਡਾਂ 'ਚ ਇੱਕ ਪਿੰਡ 'ਚ ਘੁੰਮਿਆ, ਉੱਥੇ ਜਾ ਕੇ ਉਹ ਵੀ ਜੱਟ ਹੀ ਹੈ ਜਿਹੜਾ ਕਿਸਾਨ ਉੱਥੇ ਕੰਮ ਕਰ ਰਿਹਾ, ਪਰ ਉਹ ਨਹੀਂ, ਉਹਦੇ ਕੋਲ ਨਾ ਬੰਦੂਕ ਹੈ, ਨਾ ਉਹਦੇ ਕੋਲ ਬੋਤਲਾਂ ਨੇ ਪੀਣ ਵਾਲੀਆਂ, ਤੇ ਨਾ ਉਹਦੇ ਕੋਲ ਅਰਮਾਨੀ ਦਾ ਜੋ ਵੀ ਜੈਕਟ ਹੈ। ਉਹ ਮੈਨੂੰ ਲੱਗਿਆ ਕਿ ਉਹ ਚੀਜ਼ ਸ਼ਾਇਦ ਦਿਖਾਣੀ ਜ਼ਰੂਰੀ। ਤੇ ਨਾਲੇ ਜਿਹੜਾ ਮੈਂ ਵੀ ਸਮਝਣ ਦੀ ਕੋਸ਼ਿਸ਼ ਕਰਦਾ, ਮੈਨੂੰ ਲੱਗਦਾ ਕਿ ਪੈਟਰੀਆਰਕੀ ਸਾਡੇ ਅੰਦਰ ਬਹੁਤ ਜ਼ਿਆਦਾ ਹੈ, ਤੇ ਉਹਨੂੰ ਰੋਜ਼ ਸ਼ਾਇਦ ਮੈਂ ਵੀ ਆਪਣੀ ਜ਼ਿੰਦਗੀ 'ਚ, ਮੈਨੂੰ ਲੱਗਦਾ ਬਹੁਤ ਸਾਰੇ ਬੰਦੇ ਸਬਕੌਂਸ਼ੀਅਸਲੀ ਉਹਨੂੰ ਡੀਕਨਸਟਰਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਕੋਈ ਵੀ ਛੋਟੀ ਚੀਜ਼ ਆਪਾਂ ਕਹਿ ਦਿੰਦੇ ਹਾਂ, ਫਿਰ ਜਦੋਂ ਉਹਨੂੰ ਦੁਬਾਰਾ ਸੋਚੀਦਾ ਤਾਂ ਲੱਗਦਾ ਯਾਰ ਨਹੀਂ, ਸ਼ਾਇਦ ਇਹ ਠੀਕ ਨਹੀਂ ਹੈ ਤਰੀਕਾ ਦੇਖਣ ਦਾ। ਪਰ ਬਿਕੋਜ਼ ਆਈ ਐਮ ਅ DNA ਆਫ ਪੈਟਰੀਆਰਕੀ, ਜਾਂ ਮੇਰਾ ਮੇਰੀ ਜਿੰਨੀ ਵੀ ਸਮਝ ਹੈ ਉਹ ਉਸ ਸੁਸਾਇਟੀ ਤੋਂ ਹੋਈ ਹੈ, ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ। ਤੇ ਉਹ ਮੇਰਾ ਵੀ ਸੀਗਾ ਕਿ ਮੈਂ ਡੀਕਨਸਟਰਕਟ ਕਰ ਸਕਦਾ ਸ਼ਾਇਦ ਆਪਣੇ ਆਪ ਨੂੰ, ਜਾਂ ਮੈਂ ਜਿੱਦਾਂ ਪੰਜਾਬ ਨੂੰ ਦੇਖਦਾ, ਜਾਂ ਮੈਂ ਕੋਈ ਵੀ ਹੋਏ, ਕੁੜੀਆਂ ਦੇ ਕੈਰੈਕਟਰ ਨੂੰ, ਟਰਾਂਸਜੈਂਡਰ ਦੇ ਕੈਰੈਕਟਰ ਨੂੰ, ਹੋਮੋਸੈਕਸ਼ੂਅਲ ਦੇ ਕੈਰੈਕਟਰ ਨੂੰ, ਕੀ ਮੈਂ ਦੇਖ ਸਕਦਾ ਇਸ ਲੈਂਸ ਤੋਂ ਜਿਹੜਾ ਕਿ ਮੈਨੂੰ ਵੀ ਸੋਚਣ 'ਤੇ ਮਜਬੂਰ ਕਰੇ। ਉਹੀ ਇੱਕ ਮੈਨੂੰ ਸੀਗਾ ਕਿ ਕੈਰੈਕਟਰ ਇੱਦਾਂ ਦੇ ਹੋਣ ਜਿਹੜੇ ਪੰਜਾਬ 'ਚ ਹੁੰਦੇ ਆ, ਬਿਲਕੁਲ ਇੱਦਾਂ ਦੇ ਨਾ ਹੋਣ ਜੇ ਪੰਜਾਬ 'ਚ ਹੋ ਸਕਦੇ ਹੈ, ਜਾਂ ਲੋਕਾਂ ਨੂੰ ਲੱਗਦਾ ਪੰਜਾਬ 'ਚ ਹੁੰਦੇ ਆ। ਲੱਗਣਾ ਵਾਲੀ ਚੀਜ਼ ਨਹੀਂ ਹੁੰਦੀ, ਇਹ ਪੰਜਾਬ ਦਾ ਹੈ ਕਿ ਨਹੀਂ। ਬਿਲਕੁਲ, ਹੈ ਨਾ। ਤੁਹਾਡਾ ਮੰਨਣਾ ਹੈ ਕਿ ਪੰਜਾਬੀ ਸਿਨੇਮਾ ਜਾਂ ਪੰਜਾਬੀ ਸਿਨੇਮੇ ਦੇ ਜਿਹੜੇ ਪਾਤਰ ਨੇ, ਜਾਂ ਫਿਰ ਸਾਡੇ ਜਿੰਨੇ ਗੀਤ ਨੇ, ਗੀਤਾਂ ਦੇ ਬੋਲ ਨੇ, ਜਾਂ ਗੀਤਾਂ ਵਿਚਲੇ ਜਿਹੜੇ ਕਿਰਦਾਰ ਨੇ, ਉਹ ਇੱਕ ਫੈਂਟਸੀ ਵਰਲਡ ਦਾ ਹਿੱਸਾ ਆ? ਉਹ ਫੈਂਟਸੀ ਵਰਲਡ ਵੀ ਹੋ ਗਏ ਜਿਹੜੇ ਮੈਨੂੰ ਲੱਗਦਾ ਲਿਖਾਰੀ ਤਾਂ ਬਹੁਤ ਅੱਛਾ ਲਿਖ ਸਕਦੇ ਆ। ਤੁਸੀਂ ਜਿਹੜਾ ਕਾਫੀ ਸਾਰੇ ਕਮਰਸ਼ੀਅਲ ਗੀਤ ਨੇ, ਬਹੁਤ ਨਵੇਂ ਮੁੰਡੇ ਲਿਖਦੇ, ਬਹੁਤ ਸੋਹਣਾ ਲਿਖਦੇ, ਬਿਲਕੁਲ, ਉਹਨਾਂ ਨੂੰ ਤੁਸੀਂ ਕੋਈ ਹੋਰ ਵੀ ਲਿਖਣ ਨੂੰ ਦੋਗੇ ਉਨਾ ਹੀ ਸੋਹਣਾ ਲਿਖਣਗੇ। ਇਹ ਨਹੀਂ ਕਿ ਉਹ ਕੋਈ ਖਰਾਬ ਲਿਖਣਗੇ, ਉਹਨਾਂ ਨੂੰ ਇਹੀ ਗੱਲ ਕਰਨੀ ਆਉਂਦੀ ਹੈ ਤਾਂ ਉਹ ਦੂਜੀ ਵੀ ਗੱਲ ਕਰਨਗੇ। ਪਰ ਥੋੜ੍ਹਾ ਜਿਹਾ ਬਲੈਕ ਐਂਡ ਵਾਈਟ ਤੋਂ ਪਰੇ ਹੋ ਕੇ ਜੇ ਆਪਾਂ ਪੰਜਾਬੀ ਸਿਨੇਮੇ ਨੂੰ, ਗਾਣਿਆਂ ਨੂੰ, ਈਵਨ ਲਿਟਰੇਚਰ ਨੂੰ, ਹੁਣ ਸੁਸਾਇਟੀ ਨੂੰ, ਕੋਈ ਵੀ ਚੀਜ਼ ਆਪਾਂ ਚੱਕ ਕੇ ਦੇਖਦੇ ਹਾਂ, ਉਹਨੂੰ ਉਹ ਤੋਂ ਪਰੇ ਹੋ ਕੇ ਦੇਖਣਾ ਚਾਹੀਦਾ,
ਪੰਜਾਬੀ ਮਿਡਲ ਕਲਾਸ ਜਿਹੜਾ ਹੈ ਉਹਨੂੰ ਆਪਾਂ ਪੰਜਾਬ ਦਾ ਮਿਡਲ ਕਲਾਸ, ਪੰਜਾਬੀ ਵੀ ਨਹੀਂ, ਪੰਜਾਬ ਦਾ ਜਿਹੜਾ ਮਿਡਲ ਕਲਾਸ ਆ ਉਹਨੂੰ ਬੜਾ ਆਪਾਂ ਅੰਡਰਮਾਈਨ ਕਰਦੇ ਹਾਂ। ਜਾਂ ਤੇ ਆਪਾਂ ਮਾਈਨੋਰਿਟੀਜ਼ ਦੀ ਗੱਲ ਕਰਨ ਲੱਗ ਜਾਂਦੇ ਹਾਂ ਕਿ ਹੈਗੇ ਇੱਥੇ 30 32 35% ਮਾਈਨੋਰਿਟੀਜ਼ ਹੈ, ਪਰ ਉਹ ਜਿਹੜੀ ਮਾਈਨੋਰਿਟੀਜ਼ ਕਾਗਜ਼ਾਂ ਤੇ ਨੇ, ਉਹ ਮਾਈਨੋਰਿਟੀਜ਼ ਵੀ ਹੁਣ ਮਿਡਲ ਕਲਾਸ ਦਾ ਹਿੱਸਾ ਨੇ। ਉਹ ਮਾਈਨੋਰਿਟੀਜ਼ ਕੋਲ ਵੀ ਕਾਰਾਂ ਨੇ ਹੁਣ, ਹੈ ਨਾ। ਜਾਂ ਆਪਾਂ ਫਿਰ ਜੱਟ ਸੁਪਰਮੇਸੀ ਦੀ ਗੱਲ ਕਰਦੇ ਹਾਂ, ਜਿਹੜਾ ਵਿੱਚ ਵਾਲਾ ਜਿੰਨਾ ਸੈਕਸ਼ਨ ਹੈ ਉਹਦੇ 'ਚ ਇੰਨਾ ਕੁ ਬਦਲਾਅ ਹੈ ਨਾ। ਪਿਛਲੇ ਕਿੰਨੇ ਸਾਲਾਂ 'ਚ ਕੁੜੀਆਂ ਕੰਮ ਕਰਨ ਲੱਗ ਗਈਆਂ, ਹੈ ਨਾ। ਕੁੜੀਆਂ ਪਹਿਲਾਂ ਕਦੇ ਕੁੜੀ ਕਮਾਏਗੀ ਨਹੀਂ, ਇੱਦਾਂ ਦਾ ਹੋਣ ਲੱਗ ਗਿਆ। ਹੁਣ ਕੁੜੀਆਂ ਕਮਾਉਂਦੀਆਂ, ਮੋਹਾਲੀ ਕੰਮ ਕਰਦੀਆਂ ਕੁੜੀਆਂ। ਮੈਂ ਬਾਹਰ ਜਿੰਨੇ ਵੀ ਦੇਸ਼ਾਂ ਤੁਸੀਂ ਜਾਓਗੇ, ਕੋਈ ਵੀ 버ਗਰ ਕਿੰਗ ਇੱਦਾਂ ਦੀ ਜਗ੍ਹਾ ਤੁਸੀਂ ਜਾਓਗੇ, ਪੰਜਾਬੀ ਕੁੜੀਆਂ ਪੜ੍ਹ ਕੇ ਆਈਆਂ ਹੋਈਆਂ। ਮੈਨੂੰ ਕਿੰਨੀਆਂ ਮਿਲੀਆਂ ਬਠਿੰਡੇ ਦੀਆਂ, ਇੱਧਰ ਉੱਧਰ ਦੀਆਂ, ਬਹੁਤ ਮਿਹਨਤਾਂ ਕਰਦੀਆਂ। ਚੀਜ਼ਾਂ ਚੇਂਜ ਹੋ ਰਹੀਆਂ, ਲੋਕੀ ਐਕਸੈਪਟ ਕਰਨ ਲੱਗ ਗਏ ਕਿ ਮੁੰਡਾ ਕੁੜੀ ਤਾਂ ਕੋਈ ਫਰਕ ਨਹੀਂ, ਮੁੰਡਾ ਜੇ ਕੰਮ ਕਰਨ ਜਾ ਸਕਦਾ ਤਾਂ ਕੁੜੀ ਵੀ ਜਾ ਸਕਦੀ ਹੈ। ਉੱਦਾਂ ਦੀ ਚੀਜ਼ਾਂ ਮੈਨੂੰ ਲੱਗਦਾ ਪੰਜਾਬ 'ਚ ਕਾਫੀ ਚੇਂਜ ਹੋਈਆਂ, ਜਿਹੜੀ ਸਿਨੇਮੇ 'ਚ ਨਹੀਂ ਹੋਈਆਂ। ਮੇਰੇ ਖਿਆਲ ਸਿਨੇਮੇ 'ਚ ਤਾਂ ਵੂਮਨ ਰਿਪਰੈਜ਼ੈਂਟੇਸ਼ਨ ਕਾਫੀ ਖਰਾਬ ਹੈ ਸਾਡੀ, ਹਲੇ ਵੀ ਮੇ ਵੀ। ਹੋ ਸਕਦਾ ਸਟਾਰ ਸਿਸਟਮ ਜਿਹੜਾ ਹਰ ਜਗ੍ਹਾ ਹੀ ਹੈਗਾ, ਪਰ ਫਿਰ ਵੀ ਆਈ ਥਿੰਕ ਕੋਸ਼ਿਸ਼ ਹੋਣੀ ਚਾਹੀਦੀ ਹੈ। ਇਹਨੂੰ ਮੈਂ ਨਹੀਂ ਕਹਿੰਦਾ ਇੱਕ ਰਾਤ 'ਚ ਕੁਝ ਓਵਰਨਾਈਟ ਕੋਈ ਚੇਂਜ ਆ ਸਕਦਾ, ਪਰ ਕੋਸ਼ਿਸ਼ ਕਰਨੀ ਚਾਹੀਦੀ ਕਿ ਕੈਰੈਕਟਰ ਉੱਦਾਂ ਦੇ ਹੋਣ ਤੇ ਸਾਨੂੰ ਕੁਝ ਨਵਾਂ ਵੇਖਣ ਨੂੰ ਮਿਲੇ ਤੇ ਸਿੱਖਣ ਨੂੰ ਮਿਲੇ। ਸ਼ਾਇਦ ਜੇ ਨਾ ਵੀ ਮਿਲੇ, ਅਸੀਂ ਇਹ ਕਹਿ ਸਕਦੇ ਯਾਰ ਕਿ ਇਹ ਮੇ ਵੀ ਜ਼ਿੰਦਗੀ ਦੇ ਨੇੜੇ ਹੈ। ਬਿਲਕੁਲ ਸਹੀ ਗੱਲ ਹੈ। ਰਣਦੀਪ ਜਾ ਹੋਰਾਂ ਨੇ ਇਸ ਵੈਬ ਸੀਰੀਜ਼ ਨੂੰ ਡਾਇਰੈਕਟ ਕੀਤਾ ਹੈ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ 2011-12 ਤੋਂ ਪੰਜਾਬ ਦੇ ਨਾਲ ਜੁੜੇ ਹੋਏ ਤੇ ਤਕਰੀਬਨ ਤੁਹਾਨੂੰ 12 ਸਾਲ ਤਾਂ ਹੋ ਗਏ ਨੇ ਪੰਜਾਬ 'ਚ ਵਿਚਰਦਿਆਂ ਨੂੰ, ਕਿਉਂਕਿ ਤੁਸੀਂ ਆਉਂਦੇ ਹੀ ਮਾਲਵਾ ਕਿਹਾ, ਤੁਸੀਂ ਪੁਆਧੀ ਦਾ ਜ਼ਿਕਰ ਕੀਤਾ, ਤਾਂ ਇੱਥੋਂ ਵੀ ਅੰਦਾਜ਼ਾ ਲਾ ਸਕਦੇ ਹਾਂ ਕਿ ਤੁਸੀਂ ਕਾਫੀ ਹੱਦ ਤੱਕ ਪੰਜਾਬ ਨੂੰ ਦੇਖ ਚੁੱਕੇ ਹੋ ਜਾਂ ਜਾਣ ਚੁੱਕੇ ਹੋ, ਹੈ ਨਾ। ਬਟ ਨੌਨ ਪੰਜਾਬੀ ਡਾਇਰੈਕਟਰ ਦੇ ਕੋਲੇ ਇਹ ਪਲਾਟ ਲੈ ਕੇ ਜਾਣਾ, ਪੰਜਾਬੀ ਬੋਲਦੇ ਕਿਰਦਾਰ ਲੈ ਕੇ ਜਾਣੇ, ਇਹਨੂੰ ਉਹਨਾਂ ਨੂੰ ਕਨਵਿੰਸ ਕਰਨਾ, ਇਹ ਕਿੰਨਾ ਈਜ਼ੀ ਸੀਗਾ? ਜਾਂ ਫਿਰ ਰਣਦੀਪ ਉਹਨਾਂ ਨੂੰ ਤੁਸੀਂ ਕਿੱਦਾਂ ਅਪਰੋਚ ਕੀਤੀ? ਐਕਚੁਅਲੀ ਕਹਾਣੀ ਇੱਕ ਕਹਾਣੀ ਮੈਂ ਜਿਹੜੀ ਕੋਲਾ ਦੀ ਕਹਾਣੀ ਮੇਰੇ ਕੋਲ ਸੀਗੀ 2016-17 ਦੀ। ਮੇਰੇ ਕੋਲ ਕਹਾਣੀ ਸੀਗੀ, ਇਹ ਮਰਡਰ ਹੁੰਦਾ, 2 ਪੁਲਿਸ ਵਾਲੇ। ਆਪਾਂ ਪੁਲਿਸ ਵੀ ਪੰਜਾਬ ਦੀ ਕਦੇ ਸਹੀ ਤਰੀਕੇ ਨਾਲ ਨਹੀਂ ਦੇਖੀ ਸੀ। ਮੇਰੇ ਖਿਆਲ ਉਲਟਾ ਪੰਜਾਬ 'ਚ ਆਉਣ ਤੋਂ ਬਾਅਦ ਸ਼ਾਇਦ ਥੋੜ੍ਹਾ ਬਹੁਤ ਆਪਾਂ ਦੇਖਿਆ ਕਿ ਬੰਦਾ ਕਰਪਟ ਵੀ ਹੋ ਸਕਦਾ, ਠੀਕ ਵੀ ਹੋ ਸਕਦਾ, ਘਰ ਵੀ ਲੱਗ ਗਿਆ ਇੱਕਦਮ। ਅਦਰਵਾਈਜ਼ ਸਾਡੇ ਲਈ ਪੁਲਿਸ ਐਂਡ ਪੋਲੀਟੀਸ਼ੀਅਨਸ ਜਿਹੜੇ ਉਹ ਵਿਲਨ ਹੀ ਨੇ, ਜਾਂ ਵਿਲਨ ਨੇ, ਜਾਂ ਬਹੁਤ ਅੱਛੇ ਨੇ, ਜਾਂ ਮਾਰ ਕੇ ਠੀਕ ਕਰ ਦੇਣਗੇ, ਹੈ ਨਾ, ਜਾਂ ਫਿਰ ਬਹੁਤ ਖਰਾਬ ਨੇ। ਉਹ ਸੀਗਾ। ਤੇ ਇਹ ਮੈਂ ਕਿਉਂਕਿ ਕੌਪਸ ਨਾਲ ਬਹੁਤ ਟਾਈਮ ਬਿਤਾਇਆ, ਉੜਤਾ ਪੰਜਾਬ ਦੀ ਰਿਸਰਚ ਵੀ ਮੈਂ ਕੀਤੀ। ਮੈਂ ਵੈਸੇ ਵੀ ਮੈਂ ਟਾਈਮ ਕਿੱਦਾਂ ਬਿਤਾਇਆ, ਬੜੀ ਇੰਟਰਸਟਿੰਗ ਗੱਲ ਹੈ। ਮੈਂ ਜਾਂਦਾ ਸੀ ਜਦੋਂ ਚਮਕੀਲੇ ਦੀ ਮੈਂ ਰਿਸਰਚ ਕਰ ਰਿਹਾ ਸੀ, ਤਾਂ ਮੈਂ ਬਹੁਤ ਪਿੰਡਾਂ 'ਚ ਖਾੜੇ ਇਕੱਠੇ ਕਰਨ ਜਾਂ ਵੈਸੇ ਜਾਂਦਾ ਸੀ। ਮੈਂ ਚਮਕੀਲੇ ਦੀਆਂ FIR ਕਢਾਉਣ ਤੇ ਮੈਂ ਥਾਣਿਆਂ 'ਚ ਮੈਨੂੰ ਬਹੁਤ ਜਾਣਾ ਪੈਂਦਾ ਸੀ ਵੀ ਇਹ ਚਮਕੀਲੇ ਦਾ ਮਰਡਰ ਹੋਇਆ, ਇੰਨੇ ਸਸਪੈਕਟ ਸੀਗੇ, ਉਨ ਸਸਪੈਕਟ ਦੀ ਡੈਥ ਰਿਪੋਰਟ ਕੀ ਹੈ, ਉਹਨਾਂ ਦੀ FIR ਕੀ ਹੈ। ਕਰ ਕਰਕੇ ਮੈਂ ਜਿੰਨੇ ਵੀ ਥਾਣਿਆਂ 'ਚ ਗਿਆ, ਉਹ ਬੰਦੇ ਮੈਨੂੰ ਕਈ ਵਾਰੀ ਕਹਿੰਦੇ ਕਿ ਚਮਕੀਲੇ ਰਿਸਰਚ ਕਰੋ ਯਾਰ, ਉਹ ਤੁਸੀਂ ਰਹੋ ਇੱਥੇ ਹੀ, ਰਾਤੀ ਚਮਕੀਲਾ ਸੁਣਾਂਗੇ, ਤੁਸੀਂ ਕੀ ਕਰਨਾ ਜਾ ਕੇ, ਕਿੰਨੇ ਕੁ ਥਾਣਿਆਂ ਦੇ ਮੁਨਸ਼ੀ ਇਹ। ਫਿਰ ਮੈਂ ਉਹਨੂੰ ਨੇੜਤਾ ਤਾਂ ਵੇਖਿਆ, ਮੈਂ ਕਿਹਾ ਯਾਰ ਇੱਕ ਦੂਜਾ ਪਹਿਲੂ ਹੈਗਾ ਕੌਪਸ ਨੂੰ ਦੇਖਣ ਦਾ। ਤੇ ਫਿਰ ਉੜਤਾ ਪੰਜਾਬ 'ਚ ਵੀ ਆਪਾਂ ਕੀਤੀ। BK ਸਿੰਗਲਾ ਇੱਕ ਹੁਣ SP ਨੇ ਮਾਨਸਾ ਜ਼ਿਲ੍ਹੇ ਦੇ, ਫਰੀਦਕੋਟ ਵੱਲ ਦੇ, ਤੇ ਉਹਨਾਂ ਨੇ ਕਾਫੀ ਹੈਲਪ ਕੀਤੀ। ਉਹਨਾਂ ਨੂੰ ਮੈਂ ਕਾਫੀ ਟਾਈਮ ਦਾ ਜਾਣਦਾ। ਤੇ ਜਦ ਤੁਸੀਂ ਦੂਸਰਾ ਪਹਿਲੂ ਦੇਖਦੇ ਹੋ ਕੌਪਸ ਦਾ ਵੀ, ਤੇ ਤੁਹਾਨੂੰ ਲੱਗਦਾ ਕਿ ਯਾਰ ਇਹ ਚੀਜ਼ ਕਹਿਣੀ ਚਾਹੀਦੀ ਹੈ ਜਿਹੜੀ ਨਹੀਂ ਹੋਈ। ਫਿਰ ਮੈਂ ਪੰਜਾਬ 'ਚ ਇਹ ਜਦ ਕਹਾਣੀ ਮੇਰੇ ਕੋਲ ਆਈ, ਤੇ ਫਿਰ ਮੈਂ ਡਿਗੀ ਨੂੰ ਸੁਣਾਈ, ਜਿਹੜਾ ਮੇਰਾ ਦੋਸਤ ਹੈ, ਤੇ ਨਾਲੇ ਆਪਾਂ ਲਿਖਦੇ ਵੀ ਹਾਂ। ਫਿਰ ਆਪਾਂ ਇੱਕ ਢਾਂਚਾ ਉਹਦਾ ਬਣਾਇਆ, ਇੱਕ ਬਾਈਬਲ ਕਹਿੰਦੇ ਆਪਾਂ, 70-80 ਪੇਜ ਉਹਦੇ ਲਿਖੇ। ਫਿਰ ਆਪਾਂ ਲੈ ਗਏ ਸੁਦੀਪ ਭਾਜੀ ਕੋਲ, ਜਿਹੜੇ ਇਹ ਨੇ ਸੁਦੀਪ ਸ਼ਰਮਾ ਸ਼ੋ ਰਨਰ ਨੇ। ਉਹਨਾਂ ਨੂੰ ਬਹੁਤ ਪਸੰਦ ਆਇਆ, ਤੇ ਉਹ ਸਮਝਦੇ ਵੀ ਨੇ ਪੰਜਾਬ ਨੂੰ। ਤੇ ਰਣਦੀਪ ਝਾ ਦੀ ਫਿਲਮ ਉਹਨਾਂ ਨੇ ਦੇਖੀ ਸੀ, ਉਹ ਲੈ ਕੇ ਆਏ ਰਣਦੀਪ ਝਾ ਨੂੰ। ਤੇ ਜਦੋਂ ਤੁਸੀਂ ਉੜਤਾ ਪੰਜਾਬੀ ਦੇਖੋਗੇ, ਅਭਿਸ਼ੇਕ ਚੌਬੇ ਇਜ਼ ਆਲਸੋ ਨਾਟ ਫਰਮ ਪੰਜਾਬ, ਤੇ ਉਹ ਵੀ ਪੰਜਾਬ। ਮੈਨੂੰ ਲੱਗਦਾ ਕਿ ਜਿਹੜਾ ਬੰਦਾ ਪੰਜਾਬ ਤੋਂ ਬਾਹਰੋਂ ਪੰਜਾਬ ਨੂੰ ਦੇਖਦਾ ਨਾ, ਉਹਨੂੰ ਡਿਫੈਂਡ ਨਹੀਂ ਕਰਦਾ। ਸਾਡੀ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਹੈ ਕਿ ਆਪਾਂ ਆਪਣੀ ਸਟੇਟ ਨੂੰ ਡਿਫੈਂਡ ਕਰਨ ਲੱਗ ਜਾਂਦੇ ਹਾਂ। ਉਹ ਸਾਨੂੰ ਨਹੀਂ ਕਰਨਾ ਚਾਹੀਦਾ। ਅਸੀਂ ਹਾਲੇ ਵੀ ਕਹਿਣ ਲੱਗ ਜਾਂਦੇ ਸਾਡੇ ਕੋਲ ਨਸ਼ਾ ਨਹੀਂ ਹੈਗਾ ਜੀ, ਅਸੀਂ ਤੁਹਾਨੂੰ ਤਗਮਾ ਲਾਇਆ ਜੀ ਨਸ਼ੇ ਦਾ। ਹਾਲਾਂਕਿ ਉੜਤਾ ਪੰਜਾਬ ਤੇ ਵੀ ਬਹੁਤ ਜ਼ਿਆਦਾ ਡਿਬੇਟ ਹੋਈ ਸੀਗੀ ਇਸ ਚੀਜ਼ ਤੇ ਕਿ ਇੰਨੇ ਹਾਲਾਤ ਖਰਾਬ ਨਹੀਂ ਆ ਜਿੰਨੇ ਉੜਤਾ ਪੰਜਾਬ 'ਚ ਦਿਖਾਏ ਗਏ। ਬਿਲਕੁਲ, ਮੈਂ ਤੁਹਾਨੂੰ ਪਿੰਡਾਂ 'ਚ ਲੈ ਕੇ ਚੱਲਦਾ, ਮੈਂ ਤੁਹਾਨੂੰ ਵਿਖਾਉਣਾ ਕਿੰਨੇ ਕੁ ਹਾਲਾਤ ਖਰਾਬ ਨੇ। ਮੈਨੂੰ ਜਿਹੜਾ ਬੰਦਾ ਕਹਿੰਦਾ ਕਿ ਕੋਈ ਵੀ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਕੋਰਾ 'ਚ ਜਾਂ ਉੜਤਾ ਪੰਜਾਬ 'ਚ ਇੱਦਾਂ ਦੀ ਕੋਈ ਵੀ ਫਿਲਮ ਕੀ ਕੋਈ ਵੀ ਖਰਾਬ ਹੈ, ਤੁਸੀਂ ਇੱਕ ਦਿਨ ਦਾ ਅਖਬਾਰ ਪੜ੍ਹ ਕੇ ਦੇਖ ਲਓ, ਇੱਕ ਦਿਨ ਦਾ ਕੋਈ ਵੀ ਪੰਜਾਬੀ ਚੈਨਲ ਅੱਜ ਦਾ ਕੋਈ ਵੀ,
ਨਵਾਂ ਇੰਟਰਨੈਟ ਦੇ ਚੈਨਲ ਵੀ ਤੁਹਾਨੂੰ ਇੰਨੀਆਂ ਡਾਰਕ ਸਟੋਰੀਆਂ ਦਿਸਣਗੀਆਂ। ਅਸੀਂ ਫਿਰ ਚਲੇ ਜਾਂਦੇ ਆ ਦੂਜੇ ਚੀਜ਼ਾਂ 'ਚ। ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀ, ਹੈਗੀ ਹੈ, ਬਿਲਕੁਲ ਹੈਗੀ ਹੈ। ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਨਾ। ਤੇ ਅਸੀਂ ਜੇ ਡਿਫੈਂਡ ਕਰਨ ਲੱਗ ਜਾਂਗੇ ਕਿ ਸਾਡੇ ਇੱਥੇ ਨਸ਼ਾ ਨਹੀਂ ਹੁੰਦਾ ਜਾਂ ਸਾਡੇ ਇੱਥੇ ਇਹ ਕੰਮ ਨਹੀਂ, ਉਹ ਉਹਨੂੰ ਉੱਦਾਂ ਹੀ ਦਿਖਾਉਣਾ ਚਾਹੀਦਾ ਜਿੱਦਾਂ ਦਾ ਹੈਗਾ, ਹੈ ਨਾ। ਬਿਲਕੁਲ ਅੱਛੀਆਂ ਚੀਜ਼ਾਂ ਹੀ ਬਹੁਤ ਨੇ ਪੰਜਾਬ 'ਚ। ਪੰਜਾਬ ਸ਼ਾਇਦ ਬਾਰਡਰ ਸਟੇਟ ਹੋ ਕੇ ਅਨਲੱਕੀ ਵੀ ਬਹੁਤ ਰਿਹਾ ਹੈ ਕਿ ਇੰਨੇ ਸਾਰੇ ਪ੍ਰੋਬਲਮ ਪੰਜਾਬ 'ਚ ਆ ਗਏ ਜਿਹੜੇ ਕਿ ਸ਼ਾਇਦ ਪੰਜਾਬ ਜੇ ਬਾਰਡਰ ਸਟੇਟ ਨਾ ਹੁੰਦਾ ਤਾਂ ਸ਼ਾਇਦ ਨਹੀਂ ਹੁੰਦੇ। ਚਾਹੇ ਪਾਰਟੀਸ਼ਨ ਹੋਏ, ਚਾਹੇ ਡਰੱਗਸ ਹੋਏ, ਇਹਨਾਂ ਦੀ ਕਿੰਨੀਆਂ ਕੁ ਪ੍ਰੋਬਲਮ ਜਿਹੜੀ ਪੰਜਾਬ ਨੂੰ ਬਸ ਇਸ ਕਰਕੇ ਮਿਲੀਆਂ ਨੇ ਕਿਉਂਕਿ ਉਹ ਬਾਰਡਰ ਸਟੇਟ ਹੈ। ਕੋਰਾ ਨਾਮ ਹੀ ਕਿਉਂ? ਕੋਰਾ ਨਾਂ ਐਕਚੁਅਲੀ ਪਤਾ ਨਹੀਂ, ਹੈ ਨਾ, ਸਬਕੌਂਸ਼ੀਅਸਲੀ ਚੱਲ ਰਿਹਾ ਸੀ ਦਿਮਾਗ 'ਚ। ਕਿਉਂਕਿ ਜਦੋਂ ਮੈਂ ਪਹਿਲਾਂ ਡਾਕੂਮੈਂਟਰੀ ਸ਼ੂਟ ਕਰਦੀ, ਬਹੁਤ ਸਾਰੇ ਸ਼ਾਰਟਸ ਡਾਕੂਮੈਂਟਰੀ ਸੀਗੇ ਜਿਹੜੇ ਜਿਹਨੇ 'ਚ ਬਹੁਤ ਕੋਰਾ ਸੀਗਾ, ਹੈ ਨਾ। ਜਦੋਂ ਪੰਜਾਬ 'ਚ ਤੁਸੀਂ ਦਸੰਬਰ ਜਨਵਰੀ 'ਚ ਅਸੀਂ ਸਵੇਰੇ ਉੱਠੋ ਤੇ ਤੁਹਾਨੂੰ ਲੱਗਦਾ ਵੀ ਇੱਕ ਅਜੀਬ ਜਿਹਾ ਮਾਹੌਲ ਲੱਗਦਾ 2 ਘੰਟੇ ਵਾਸਤੇ, ਜਦ ਤੱਕ 7:30 8 ਵਜੇ ਤੋਂ ਪਹਿਲਾਂ ਜਿਹੜਾ ਜਾਂ 6 ਵਜੇ ਤੋਂ ਬਾਅਦ ਉਹ ਬੜਾ ਹੀ ਅਜੀਬ ਜਿਹਾ ਮਿਸਟੀ ਜਿਹਾ ਉਹ ਹੁੰਦਾ। ਉਹ ਅਲੱਗ ਦੇਸ਼ ਲੱਗਦਾ, ਉਹ ਅਲੱਗ ਉਹ ਲੱਗਦਾ। ਤਾਂ ਉਹ ਇੱਕ ਕੋਸ਼ਿਸ਼ ਸੀਗੀ, ਇੱਕ ਤਾਂ ਇਹ ਕਿ ਵਿਜ਼ੂਅਲੀ ਬਹੁਤ ਇੰਟਰਸਟਿੰਗ ਲੱਗਦਾ ਸੀ ਕਿਉਂਕਿ ਮੈਂ ਵਿਜ਼ੂਅਲੀ ਸ਼ੂਟ ਕੀਤਾ ਸੀ ਉਹਨੂੰ। ਦੂਜਾ ਸੀਗਾ ਕਿ ਬਲੈਕ ਐਂਡ ਵਾਈਟ ਤੋਂ ਪਰੇ ਹੈ ਕੋਰਾ, ਕੁਝ ਵੀ ਉਹਦੇ ਵਿੱਚ ਕਲੀਅਰ ਨਹੀਂ ਹੈਗਾ, ਜਿਹੜਾ ਕਿ ਸ਼ਾਇਦ ਸਾਡੇ ਕੈਰੈਕਟਰਸ ਵਿੱਚ ਵੀ ਉਹ ਗੱਲ ਹੈਗੀ। ਤੇ ਸਾਡੇ ਕੈਰੈਕਟਰਸ ਜਿਹੜੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹੈ ਉਹ ਵੀ ਸ਼ਾਇਦ ਉਹਨਾਂ ਨੂੰ ਦਿਸ ਨਹੀਂ ਰਿਹਾ ਪੂਰਾ। ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਰਾ ਹੈਗਾ। ਮਤਲਬ ਜੇ ਕੋਰਾ ਨਹੀਂ ਹੋਏ ਤਾਂ ਤੁਹਾਨੂੰ ਦਿਸ ਜੇਗਾ ਇਹ 100 ਮੀਟਰ ਤੇ ਬੰਦਾ ਖੜਾ ਜਾਂ ਅਸਲ ਗੱਲ ਹੈ ਕਿ ਉਹਨੂੰ ਅਸਲ ਗੱਲ ਦੀ ਸਮਝ ਨਹੀਂ ਲੱਗੀ ਮੈਨੂੰ ਲੱਗਦਾ। ਤੇ ਇੱਕ ਹੋਰ ਚੀਜ਼ ਪੁੱਛੀ ਸੀ ਮੇਰੇ ਤੋਂ ਰਣਦੀਪ ਝਾ ਵਾਲੀ। ਮੈਨੂੰ ਲੱਗਦਾ ਕਿ ਰਣਦੀਪ ਨੇ ਵੀ ਜਦੋਂ ਸਕ੍ਰਿਪਟ ਪੜ੍ਹੀ ਸੀ ਉਹਦੀ ਬਹੁਤ ਅੱਛੀ ਇੰਟਰਪ੍ਰੀਟੇਸ਼ਨ ਸੀਗੀ। ਅੱਛਾ, ਤੁਹਾਨੂੰ ਲੈਂਗੁਏਜ ਦੀ ਮੈਨੂੰ ਲੱਗਦਾ ਕਿ ਲੋੜ ਨਹੀਂ ਪੈਣੀ ਚਾਹੀਦੀ। ਲੈਂਗੁਏਜ ਦੀ ਲੋੜ, ਕਲਚਰ ਦੀ ਲੋੜ ਸ਼ਾਇਦ ਲਿਖਣ ਵਾਸਤੇ ਜ਼ਿਆਦਾ ਪੈਂਦੀ ਹੈ। ਡਾਇਰੈਕਸ਼ਨ ਵਾਸਤੇ ਜੇ ਤੁਹਾਨੂੰ ਹਿਊਮਨ ਇਮੋਸ਼ਨਸ ਦੀ ਸਮਝ ਹੋਏ, ਹਿਊਮਨ ਇਮੋਸ਼ਨ ਤਾਂ ਉਹੀ ਨੇ, ਜੇ ਘਰ ਦੀਆਂ ਗੱਲਾਂ ਨੇ ਉਹ ਉਹੀ ਨੇ। ਪਰ ਹੋ ਸਕਦਾ ਪੰਜਾਬੀ ਇੱਕ ਦੂਜੀ ਤਰੀਕੇ ਨਾਲ ਰਿਐਕਟ ਕਰੇਗਾ ਇੱਕ ਪ੍ਰੋਬਲਮ ਨੂੰ ਰਾਦਰ ਦੈਨ ਕੋਈ ਇੱਕ ਜੇ ਬਿਹਾਰ ਦਾ ਜਾਂ ਯੂਪੀ ਦਾ ਬੰਦਾ ਹੋਏਗਾ। ਪਰ ਜੇ ਤੁਸੀਂ ਹਿਊਮਨ ਇਮੋਸ਼ਨ ਸਮਝ ਲਓ, ਸ਼ਾਇਦ ਰਣਦੀਪ ਉਹਦੇ 'ਚ ਬਹੁਤ ਮਾਸਟਰੀ ਹੈ ਉਹਨਾਂ ਦੀ ਕਿ ਉਹਨਾਂ ਨੇ ਸਕ੍ਰਿਪਟ ਪੜ੍ਹ ਕੇ ਇੱਕ ਬਹੁਤ ਆਪਣੇ ਤਰੀਕੇ ਨਾਲ ਉਹਨੂੰ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਸ਼ਾਇਦ ਦਿਸਦਾ ਵੀ ਹੈ ਜਦੋਂ ਤੁਸੀਂ ਦੇਖੋ। ਐਂਡ ਕੋਰਾ ਦੇ ਬਲਵੀਰ ਸਿੰਘ ਕਰੈਕਟਰ ਦੇ ਲਈ ਸੁਰਿੰਦਰ ਵਿੱਕੀ ਹੁਣੀ ਕਿੱਦਾਂ ਇਨ ਹੁੰਦੇ ਨੇ? ਮੈਂ ਉਹਨਾਂ ਦੀ ਰੀਸੈਂਟ ਇੰਟਰਵਿਊ ਵੀ ਸੁਣੀ ਸੀਗੀ ਐਂਡ ਕਿਉਂਕਿ ਪਤਾਲ ਲੋਕ ਦਾ ਵੀ ਉਹ ਹਿੱਸਾ ਸੀਗੇ ਐਂਡ ਤੁਸੀਂ ਉਸ ਟੀਮ ਦਾ ਹਿੱਸਾ ਵੀ ਸੀਗੇ। ਇਹ ਉਸ ਤੋਂ ਹੀ ਡਿਸਾਈਡ ਹੋਇਆ ਸੀਗਾ ਜਾਂ ਫਿਰ ਕਿਉਂਕਿ ਕਹਿੰਦੇ ਕਿ ਜਦੋਂ ਮੈਨੂੰ ਮਿਲਣ ਦੇ ਲਈ ਬੁਲਾਇਆ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਇਹ ਜਿਹੜਾ ਬਲਵੀਰ ਸਿੰਘ ਦਾ ਕਰੈਕਟਰ ਲਿਖਿਆ ਗਿਆ, ਇਹ ਲਿਖਿਆ ਹੀ ਉਹਨਾਂ ਨੂੰ ਸੋਚ ਕੇ ਗਿਆ ਸੀਗਾ? ਹਾਂ ਮਤਲਬ ਉਹਦੇ 'ਚ 2 ਚੀਜ਼ਾਂ ਨੇ। ਇੱਕ ਤਾਂ ਬਲਬੀਰ ਸਿੰਘ ਦਾ, ਬਲਬੀਰ ਤੇ ਗੜੂੰਦੀ ਦਾ ਜਿਹੜਾ ਕੈਰੈਕਟਰ ਹੈ, ਇਹ ਮੈਂ ਚੱਕੇ ਨੇ ਜਿਹੜੇ ਵੀ ਲੋਕਾਂ ਨੂੰ ਮੈਂ ਮਿਲਿਆ, ਸਪੈਸ਼ਲੀ ਮਾਲਵੇ ਏਰੀਆ 'ਚ ਇੱਕ ਕੌਪ ਸੀਗੇ ਜਿਨ੍ਹਾਂ ਨੂੰ ਮੈਂ ਮਿਲਿਆ, ਉਹਨਾਂ ਤੋਂ ਥੋੜ੍ਹੀ ਜਿਹੀ ਕਹਾਣੀ ਆਈ, ਬਾਕੀ ਲੋਕਾਂ ਤੋਂ ਆਈ। ਤਾਂ ਬਲਬੀਰ ਇੱਕ ਮੇਰਾ ਟ੍ਰਿਬਿਊਟ ਵੀ ਸੀਗਾ ਬਲਬੀਰ ਨਾਂ ਨੂੰ, ਕਿਉਂਕਿ ਬਲਬੀਰ ਜੀ ਇੱਕ ਮੈਨੂੰ ਜਾਣਦੇ ਵੀ ਲੁਧਿਆਣੇ, ਜਿਹੜੇ ਕਿ ਮੇਰੇ ਬਹੁਤ ਨੇੜੇ ਰਹੇ ਆ। ਅੱਛਾ। ਤੇ ਉਹਨਾਂ ਨੂੰ ਮੇਰਾ ਟ੍ਰਿਬਿਊਟ ਸੀਗਾ ਕਿ ਬਲਬੀਰ ਸਿੰਘ ਸੇਖੋਂ ਪਹਿਲਾਂ ਮੈਂ ਨਾਂ ਦੇ ਦਿੱਤਾ ਸੀਗਾ ਪਤਾਲ ਲੋਕ 'ਚ, ਤੇ ਮੈਂ ਕਿਹਾ ਚਲੋ ਉਸ ਕੈਰੈਕਟਰ ਨੂੰ ਤਾਂ ਕਾਫੀ ਤਾਂ ਉਹ ਥੋੜ੍ਹਾ ਅਲੱਗ ਜਿਹਾ ਕੈਰੈਕਟਰ ਸੀਗਾ, ਪਰ ਇਸੇ 'ਚ ਉਹੀ ਕੈਰੈਕਟਰ ਦਾ ਨਾਂ ਦੇ ਕੇ ਉਹਨੂੰ ਸ਼ਾਇਦ ਥੋੜ੍ਹਾ ਬਦਲ ਕੇ ਦੇਖਿਆ ਜਾਵੇ। ਤੇ ਜਦੋਂ ਇਹ ਕੈਰੈਕਟਰ ਲਿਖਿਆ ਗਿਆ, ਜਦੋਂ ਆਪਾਂ ਸੁਦੀਪ ਜਿਹੜੇ ਸ਼ੋਅਰਨਰ ਨੇ, ਉਹਨਾਂ ਦਾ ਆਈਡੀਆ ਸੀਗਾ ਕਿ ਆਪਾਂ ਸੁਰਿੰਦਰ ਭਾਜੀ ਨਾਲ ਕੰਮ ਕਰੀਏ, ਜਦ ਕਿ ਤਦ ਤੱਕ ਮਾਈਲਸਟੋਨ ਵੀ ਸ਼ਾਇਦ ਨਹੀਂ ਆਈ ਸੀ, ਕੈਟ ਵੀ ਨਹੀਂ ਆਇਆ ਸੀ। ਉਹਨਾਂ ਨੇ ਬਸ ਉੜਤਾ 'ਚ ਕੰਮ ਕੀਤਾ ਸੀ, ਉੜਤਾ ਪੰਜਾਬ 'ਚ ਥੋੜ੍ਹਾ ਜਿਹਾ ਉਹਨਾਂ ਦੇ ਨਾਲ। ਉਹਨਾਂ ਨੇ ਕਿਹਾ ਪਹਿਲੀ ਵਾਰ ਜਦੋਂ ਉਹਨਾਂ ਨੇ ਪੜ੍ਹਿਆ ਨਾ ਕੋਰਾ ਦਾ, ਜਿਹੜਾ ਅਸੀਂ ਬਾਈਬਲ ਦਿੱਤਾ ਸੀ, 80 ਪੇਜ ਸੀਗੇ, ਉਹਨੇ ਕਿਹਾ ਯਾਰ ਬਲਬੀਰ ਤਾਂ ਸੁਰਿੰਦਰ ਵਿੱਕੀ ਨਾ ਕਰਾਂਗੇ, ਆਪਾਂ ਇੱਧਰ ਉੱਧਰ ਨਹੀਂ ਜਾਵਾਂਗੇ, ਕਿਸੇ ਹੋਰ ਨੂੰ ਨਹੀਂ ਕਰਾਂਗੇ, ਆਪਾਂ ਇੱਦਾਂ ਦੇ ਬੰਦੇ ਨਾਲ ਕਰਾਂਗੇ। ਐਂਡ ਇਟ ਸਟੇਡ ਵਿਦ ਅਸ। ਫਿਰ ਜਦੋਂ ਆਪਾਂ ਉਹਦੀ ਐਪੀਸੋਡ ਦੀ ਲਿਖਾਈ ਸ਼ੁਰੂ ਕੀਤੀ, ਫਿਰ ਸਾਡੇ ਦਿਮਾਗ 'ਚ ਸੁਰਿੰਦਰ ਭਾਜੀ ਸੀਗੇ, ਹੈ ਨਾ। ਸ਼ਾਇਦ ਜਰਮ ਜਦੋਂ ਆਈਡੀਆ ਦਾ ਸੀਗਾ ਤਾਂ ਨਹੀਂ, ਪਰ ਜਦੋਂ ਆਪਾਂ ਐਕਚੁਅਲ ਰਾਈਟਿੰਗ, ਸਕਰੀਨ ਪਲੇ ਰਾਈਟਿੰਗ ਸ਼ੁਰੂ ਕੀਤੀ ਤਾਂ ਸਾਡੇ ਦਿਮਾਗ 'ਚ ਸੀਗਾ ਵੀ
ਸੁਵਿੰਦਰ ਭਾਜੀ ਕਿੱਦਾਂ ਦੇ ਲੱਗਣਗੇ। ਕਿਉਂਕਿ ਸਾਡੇ ਲਈ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਸਿਨੇਮਾ 'ਚ ਪਿਛਲੇ 20 ਸਾਲਾਂ ਤੋਂ ਉਹਨਾਂ ਨੂੰ ਇੰਨਾ ਵਰਤਿਆ ਹੀ ਨਹੀਂ ਗਿਆ, ਵਰਤੇ ਇਨ ਦਾ ਸੈਂਸ ਉਹਨਾਂ ਤੋਂ ਉਹਨਾਂ ਕੰਮ ਲਿਆ ਹੀ ਨਹੀਂ ਗਿਆ ਕਿ ਲੱਗੇ ਕਿ ਇੰਨੇ ਵੱਡੇ ਕਰੈਕਟਰ ਦੇ ਲਈ ਸੁਵਿੰਦਰ ਵਿੱਕੀ ਉਹਨਾਂ ਦੇ ਧਿਆਨ 'ਚ ਕਿਵੇਂ ਆਏ ਹੋਣਗੇ, ਜਾਂ ਉਹਨਾਂ ਨੂੰ ਕਿਵੇਂ ਇੰਨਾ ਕੌਨਫੀਡੈਂਸ ਆਇਆ ਹੋਊਗਾ ਕਿ ਇਸ ਮਤਲਬ ਇੱਕ ਤਰ੍ਹਾਂ ਦਾ ਲੀਡਿੰਗ ਕੈਰੈਕਟਰ ਆ, ਹੈ ਨਾ, ਕਿ ਉਹ ਇਸ ਕਿਰਦਾਰ ਦੇ ਵਿੱਚ ਆ ਸਕਦੇ ਨੇ ਜਾਂ ਫਿਰ ਮੇਨ ਅਟਰੈਕਸ਼ਨ ਹੋ ਸਕਦੇ ਨੇ ਕੋਰਾ ਦੀ। ਅਟਰੈਕਸ਼ਨ ਤਾਂ ਸੀਗੀ ਨਹੀਂ, ਅਟਰੈਕਸ਼ਨ ਤੇ ਉਹ ਹੋ ਵੀ ਨਹੀਂ ਸਕਦੇ ਸੀ। ਅੱਛੀ ਚੀਜ਼ ਇਹ ਸੀ ਕਿ ਉਹ ਕਿੰਨੀ ਕੁ ਖੂਬਸੂਰਤੀ ਨਾਲ ਕਰ ਸਕਦੇ। ਡਾਇਲੌਗਸ ਮੇਰੇ ਕਿਉਂਕਿ ਪੰਜਾਬੀ ਮੈਂ ਜਾਣਦਾ, ਫਿਰ ਵੀ ਸੁਵਿੰਦਰ ਭਾਜੀ ਨਾਲ ਇੱਕ ਸੀਨ ਤੋਂ ਪਹਿਲਾਂ ਇੱਕ ਜਨਰਲ ਡਿਸਕਸ਼ਨ ਨੇ, ਉਹ ਜਦ ਇੱਕ ਕੋਰਾ ਦੇ ਟ੍ਰੇਲਰ 'ਚ ਵੀ ਡਾਇਲੌਗ ਆਉਂਦਾ ਜੀ, ਮੈਂ ਲਿਖਿਆ ਸੀ ਕਿ ਇੱਕ ਡਾਇਲੌਗ ਸੀਗਾ ਕਿ ਇਹ ਕਿਲਰ ਕੋਈ ਇੱਕ ਵੀ ਹੋ ਸਕਦਾ ਜਾਂ ਦੋ ਅਲੱਗ-ਅਲੱਗ ਇਨਸਾਨ। ਉਹ ਕਹਿੰਦੇ ਮੈਂ ਅੱਡ-ਅੱਡ ਬੋਲਣਾ। ਮੈਂ ਕਿਹਾ ਬਿਲਕੁਲ ਬੋਲੋ। ਮੈਂ ਕਿਹਾ ਮੈਂ ਨਹੀਂ ਲਿਖ ਸਕਦਾ ਅੱਡ-ਅੱਡ, ਕਈ ਵਾਰ ਸਾਨੂੰ ਲੱਗਦਾ ਕਿ ਯਾਰ ਜ਼ਿਆਦਾ ਪੰਜਾਬੀ ਤੇ ਨਹੀਂ ਹੋ ਰਹੀ, ਪਰ ਉਹਨਾਂ ਨੇ ਆਪਣਾ ਇੱਕ ਫਲੇਵਰ ਜਿਹੜਾ ਬਲਬੀਰ ਸਿੰਘ ਨੂੰ ਆਪਣਾ ਅਪਣਾਇਆ। ਸੇਮ ਵਿਦ ਬਰੁਣ ਸੋਪਤੀ, ਜਿਹੜਾ ਗੁਰਿੰਦੀ ਦਾ ਕੈਰੈਕਟਰ ਹੈ, ਉਹ ਸ਼ਾਇਦ ਇੰਨਾ ਕੁ ਲਾਈਕੇਬਲ ਪੇਜ ਤੇ ਨਹੀਂ ਸੀਗਾ। ਮੈਂ ਹੁਣ ਵੀ ਜੇ ਉਹਨੂੰ ਪੜ੍ਹੂੰਗਾ ਤਾਂ ਮੈਨੂੰ ਉਹਨੇ ਕੁਝ ਪਤਾ ਨਹੀਂ ਕੀ ਖੂਬਸੂਰਤੀ ਨਾਲ ਕੀਤਾ ਕਿ ਤੁਸੀਂ, ਜਦ ਕਿ ਉਹਦੇ 'ਚ ਬਹੁਤ ਫਲॉज ਨੇ, ਲੋਕਾਂ ਨੂੰ ਕੁੱਟਦਾ, ਬਹੁਤ ਕੁਝ ਫਲॉज ਨੇ ਗੁਰਿੰਦੀ ਦੇ ਵਿੱਚ, ਪਰ ਪਤਾ ਨਹੀਂ ਕੀ ਕੁਛ ਤਾਂ ਜਾਦੂ ਕੀਤਾ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਣ ਲੱਗਿਆ, ਲਾਈਕੇਬਲ ਲੱਗਣ ਲੱਗ ਗਿਆ ਉਹ ਕੈਰੈਕਟਰ। ਉਹ ਇਹ ਲੋਕੀ ਐਕਟਰਸ ਕੁਝ ਲੈ ਕੇ ਆਉਂਦੇ। ਬਲਬੀਰ ਸਿੰਘ ਵੀ ਜਿਸ ਤਰ੍ਹਾਂ ਸੁਵਿੰਦਰ ਭਾਜੀ ਨੇ ਕੀਤਾ, ਇਟਸ ਅ ਮਾਸਟਰ ਕਲਾਸ। ਐਂਡ ਗੁੰਜੀਤ, ਕੀ ਰੀਜ਼ਨ ਹੈ ਕਿ ਇੱਕ ਬਹੁਤ ਵੱਡੇ ਪਲੇਟਫਾਰਮ ਤੇ ਜਦੋਂ ਅਸੀਂ ਕੋਈ ਸੀਰੀਜ਼ ਲੈ ਕੇ ਆ ਰਹੇ ਹਾਂ, ਐਂਡ ਹੁਣ ਇਹ ਦੇਖਣ, ਜਿਵੇਂ ਕੈਟ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲੀ ਸੀ ਕਿ ਉਹ 'ਚ ਪੰਜਾਬ ਦਾ ਪਲਾਟ ਵੀ ਰੱਖਿਆ ਜਾਂਦਾ ਆ, ਜਾਂ ਇਹ ਤਾਂ ਚਲੋ ਹੋਲਸੇਲ ਪੂਰੀ ਪੰਜਾਬ ਦੇ ਪਲਾਟ 'ਤੇ ਬੇਸਡ ਆ, ਪੰਜਾਬੀ ਕਰੈਕਟਰ ਰੱਖੇ ਜਾਂਦੇ ਨੇ, ਐਂਡ ਹਿੰਦੀ ਵੈਬ ਸੀਰੀਜ਼ ਦੇ ਵਿੱਚ ਉਹ ਪੰਜਾਬੀ ਬੋਲਦੇ ਕਰੈਕਟਰ ਰੱਖੇ ਜਾਂਦੇ ਨੇਗੇ। ਇਹ ਕੀ ਰੀਜ਼ਨ ਹੈ? ਆਈ ਥਿੰਕ ਹੁਣ ਲੋਕੀ ਇਹ ਜਿਹੜਾ OTT ਪਲੇਟਫਾਰਮ ਹੈ ਜਾਂ ਸੀਰੀਜ਼ ਦਾ ਜਿਹੜਾ ਹਿਸਾਬ ਕਿਤਾਬ ਹੈ, ਉਹ ਤੁਹਾਨੂੰ ਫਰੀडम ਦਿੰਦਾ ਕਿ ਤੁਸੀਂ ਭਾਸ਼ਾ, ਐਕਟਰ, ਇਹਨਾਂ ਦੇ ਜਿਹੜੇ ਨੇਮ ਟੈਗ ਹੈ ਉਹਨਾਂ ਤੋਂ ਅੱਗੇ ਵੱਧ ਸਕਦੇ ਹੋ। ਪਹਿਲਾਂ ਤੁਸੀਂ ਦੇਖ ਲਓ ਬਾਲੀਵੁੱਡ 'ਚ ਪੰਜਾਬੀ ਰਿਪਰੈਜ਼ੈਂਟੇਸ਼ਨ ਕਾਫੀ ਖਰਾਬ ਹੈ। ਜਾਂ ਤਾਂ ਟਰੱਕ ਡਰਾਈਵਰ ਤੁਹਾਨੂੰ ਕੋਈ ਮਿਲ ਜਾਏਗਾ ਜਿਹੜਾ ਬੱਲੇ ਬੱਲੇ ਕਰੇਗਾ, ਜਾਂ ਕੋਈ ਇੱਕ ਢਾਬੇ ਵਾਲਾ, ਜਾਂ ਕੋਈ ਸ਼ਰਾਬੀ, ਇੱਦਾਂ ਦੇ 3-4 ਕਰੈਕਟਰ, ਜਾਂ ਬੱਲੇ ਬੱਲੇ, ਜਾਂ ਤੁਸੀਂ ਉਹ ਕਰੈਕਟਰ ਨਾ ਵੀ ਉੱਦਾਂ ਦਾ ਹੋਵੇ, ਤੁਸੀਂ ਪਿੱਛੇ ਢੋਲ ਪਾ ਦਿਓ ਉਹਦੇ, ਹੈ ਨਾ, ਬੈਕਗਰਾਊਂਡ ਮਿਊਜ਼ਿਕ 'ਚ, ਉਹ ਦੇਖਣ ਨੂੰ ਮਿਲਦਾ ਸੀ। ਪਰ ਅੱਜ ਮੈਨੂੰ ਲੱਗਦਾ ਕਿ ਲੋਕੀ ਦੇਖਦੇ ਆ ਵੀ ਇਹ ਤੋਂ ਆਪਾਂ ਕਲੀਸ਼ੇ ਤੋਂ ਅੱਗੇ ਵੱਧ ਕੇ ਜਾਈਏ। ਤੇ ਵੈਬ ਸੀਰੀਜ਼ ਕੋਈ ਤੁਹਾਨੂੰ ਪ੍ਰੈਸ਼ਰ ਨਹੀਂ ਹੈਗਾ ਨਾ ਕਿ ਤੁਹਾਡੀ ਫਰਾਈਡੇ ਸੈਟਰਡੇ ਦੀ ਕਲੈਕਸ਼ਨਸ ਦਾ, ਕੋਈ ਵੀ ਇਦਾਂ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ। ਮੈਨੂੰ ਲੱਗਦਾ ਲੋਕੀ ਸ਼ਾਇਦ ਨੇੜੇ ਜਾ ਕੇ ਦੇਖਣਾ ਚਾਹੁੰਦੇ ਇਹਨਾਂ ਕੈਰੈਕਟਰਸ ਨੂੰ ਕਿ ਯਾਰ ਮੈਂ ਇਹ ਤੋਂ ਕਲੀਸ਼ੇਸ ਤੋਂ ਦੂਰ ਹਟਣਾ, ਹੈ ਨਾ। ਜਿੱਦਾਂ ਪਤਾ ਨਹੀਂ ਲੋਕਾਂ ਨੂੰ ਲੱਗਦਾ ਵੀ ਪੰਜਾਬੀ ਸ਼ਾਇਦ ਸਵੇਰੇ ਹੀ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਸ਼ਰਾਬ ਪੀ ਕੇ ਫਿਰ ਰਾਤੀ ਭੰਗੜਾ ਹੋਏ ਫਿਰ ਸੋ ਜਾਂਦੇ ਨੇ। ਇੱਕ ਉਹ ਬਣਾਈ ਹੋਈ ਹੈ ਪਰਸੈਪਸ਼ਨ, ਉਹ ਚੇਂਜ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਵੀ ਸਟੇਟ ਨਾਲ। ਬਿਲਕੁਲ ਹੋਰ ਸਟੇਟਾਂ ਦੀ ਵੀ ਬਹੁਤ ਸਾਰੇ ਕਲੀਸ਼ੇਜ਼ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਜਿਨ੍ਹਾਂ ਨੂੰ ਤੋੜਨ ਦੀ ਜ਼ਰੂਰਤ ਹੈ। ਆਈ ਥਿੰਕ ਜਿੰਨਾ ਵੀ ਕੰਮ ਹੁਣ ਹੋ ਰਿਹਾ, ਅੱਛਾ ਕੋਸ਼ਿਸ਼ ਹੈ ਕਿ ਪੰਜਾਬ ਨੂੰ ਉੱਦਾਂ ਦਾ ਦੇਖਿਆ ਜਾਏ ਜਿੱਦਾਂ ਦਾ ਪੰਜਾਬ ਹੈ। ਔਰ ਲੈਂਗੁਏਜ ਬੈਰੀਅਰਸ ਵੀ ਖਤਮ ਹੋ ਰਹੇ ਆ। ਜਿੱਦਾਂ ਸਪੈਨਿਸ਼ ਸੀਰੀਜ਼ ਦੇਖ ਸਕਦੇ ਹਾਂ ਤੇ ਪੰਜਾਬੀ ਵੀ ਦੇਖ ਸਕਦੇ ਹਾਂ ਕਿ ਜਿਹੜਾ ਕੋਈ ਫਰਕ ਹੈ ਇਹਦੇ 'ਚ। ਹਾਂ, ਬਟ ਜਿਹੜੀਆਂ ਮੋਸਟ ਆਫ ਦੀਆਂ ਵੈਬ ਸੀਰੀਜ਼ ਨੇ, ਜਿਵੇਂ ਕੋਰਾ ਵੀ ਆ, ਉਹ 18+ ਆਡੀਅנס ਦੇ ਲਈ ਆ। ਇਹ ਕਿਉਂ? ਕਿ ਕੋਈ ਵੀ ਵੈਬ ਸੀਰੀਜ਼ ਆ ਜਿਹੜੀ ਉਹ ਅਸੀਂ ਅੰਡਰ 18 ਆਡੀਅנס ਦੇ ਲਈ ਕਿਉਂ ਨਹੀਂ ਡਿਜ਼ਾਈਨ ਕਰ ਰਹੇ? ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਹਾਂ ਤੁਸੀਂ ਠੀਕ ਕਹਿ ਰਹੇ ਹੋ ਕਿ ਸ਼ਾਇਦ ਲੋਕਾਂ ਨੂੰ ਮੌਕਾ ਮਿਲ ਗਿਆ, ਇੱਥੇ ਕੋਈ ਸੈਂਸਰ ਨਹੀਂ ਹੈਗਾ। ਤਾਂ ਕਈ ਵਾਰੀ ਹੁੰਦਾ ਨਾ ਕਿ ਮੌਕਾ ਮਿਲਦਾ ਤਾਂ ਫਿਰ ਲੋਕੀ ਹੱਦ ਪਾਰ ਕਰਨ ਲੱਗ ਜਾਂਦੇ ਉਹ ਚੀਜ਼ ਦੀ, ਉਹ ਵੀ ਜ਼ਿਆਦਾ ਹੋ ਗਿਆ। ਮੈਨੂੰ ਲੱਗਦਾ ਕਿ ਹਰ ਚੀਜ਼ ਦਾ ਇੱਕ ਟਾਈਮ ਹੁੰਦਾ। ਇਹ ਵੀ ਕੁਛ ਟਾਈਮ ਤੱਕ ਇਹ ਚੀਜ਼ਾਂ ਚੱਲਣਗੀਆਂ, ਮੇ ਬੀ ਉਸ ਤੋਂ ਬਾਅਦ ਆਉਣਾ ਚਾਹੀਦਾ। ਮੇਰੇ ਖਿਆਲ ਮੈਂ ਜਿਹੜਾ ਪੰਜਾਬ ਦੇਖਿਆ ਸੀ, ਮੈਂ ਸ਼ਾਇਦ ਇਸ ਕਹਾਣੀ 'ਚ ਸ਼ਾਇਦ ਉਹਨੂੰ ਨਹੀਂ ਦਿਖਾ ਸਕਦਾ। ਇਹ ਕਹਾਣੀ ਪੁਲਿਸ ਪ੍ਰੋਸੀਜਰਲ ਜਿਹੜਾ ਹੈਗਾ, ਪੁਲਿਸ ਵਾਲੇ ਜਾਂ ਇਹ ਕਿੱਦਾਂ ਦੇ ਡੀਲ ਕਰਦੇ, ਇਹ ਮੈਂ ਨਹੀਂ ਸ਼ਾਇਦ ਮੈਂ ਰੱਖਣਾ ਚਾਹੁੰਦਾ ਸੀ ਵੀ ਇਹ 18+ ਹੋਏ। ਬਟ ਮੈਨੂੰ ਲੱਗਦਾ ਇਹ ਟ੍ਰੈਂਡ ਵੀ ਚੇਂਜ ਹੋ ਸਕਦਾ। ਮੈਨੂੰ ਲੱਗਦਾ ਕਿ ਪੰਜਾਬ ਦੇ ਸਕੂਲ ਦੀ ਕਹਾਣੀ ਕਦੀ ਆਪਾਂ ਚੰਗੀ ਤਰ੍ਹਾਂ ਦੇਖੀ ਨਹੀਂ, ਹੈ ਨਾ। ਉਹ ਆਉਣੀ ਚਾਹੀਦੀ ਹੈ, ਬਿਲਕੁਲ ਆਉਣੀ ਚਾਹੀਦੀ। ਮੇਰੇ ਐਕਸਪੀਰੀਅੰਸਿਸ ਸ਼ਾਇਦ ਮੈਨੂੰ
ਮਜਬੂਰ ਕੀਤਾ ਕਿ ਮੈਂ ਇਦਾਂ ਦੀ ਵੈਬ ਸੀਰੀਜ਼ ਬਣਾਵਾਂ। ਆਮ ਸ਼ੋਰ ਬਹੁਤ ਲੋਕੀ ਹੋਣਗੇ ਜਿਹੜੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਤੇ ਕਟਾਕਸ਼ ਕਰ ਸਕਦੇ ਜਾਂ ਸਕੂਲ ਦੇ ਬੱਚਿਆਂ ਤੇ ਕੁਝ ਚੀਜ਼ ਕਰ ਸਕਦੇ ਆ, ਕੁੜੀਆਂ ਤੇ ਕੁਝ ਕਰ ਸਕਦੇ ਆ। ਹੋਣਾ ਚਾਹੀਦਾ, ਮੈਨੂੰ ਲੱਗਦਾ ਇੱਕ ਇਹ ਵੀ ਇੱਕ ਲਹਿਰ ਚੱਲੀ ਹੋਈ ਹੈ, ਥੋੜ੍ਹੇ ਟਾਈਮ ਚੱਲੇਗੀ। ਜਦ ਆਪਾਂ ਅੱਕ ਜਾਵਾਂਗੇ ਇਹਨੂੰ ਬਹੁਤ ਜ਼ਿਆਦਾ ਗਾਣਾ ਤੋਂ ਜਾਂ ਖੂਨ ਵੇਖਣ ਤੋਂ ਜਾਂ ਕ੍ਰਾਈਮ ਤੋਂ, ਮੇ ਵੀ ਸ਼ਾਇਦ ਫਿਰ ਹੋਰ ਚੀਜ਼ਾਂ। ਐਂਡ ਕੋਰਾ ਦਾ ਵੀ ਜਿਹੜਾ ਓਪਨਿੰਗ ਸੀਨ ਆ ਉਹ ਅਡਲਟ ਸੀਨ ਤੋਂ ਓਪਨ ਹੁੰਦੀ ਆ, ਉਹਨੂੰ ਸਿੰਬੋਲਿਕ ਤਰੀਕੇ ਨਾਲ ਵੀ ਦਿਖਾਇਆ ਜਾ ਸਕਦਾ ਸੀਗਾ, ਜਾਂ ਫਿਰ ਉੱਥੇ ਸਿਚੁਏਸ਼ਨ ਕੋਈ ਹੋਰ ਕ੍ਰੀਏਟ ਵੀ ਕੀਤੀ ਜਾ ਸਕਦੀ, ਕਿਉਂਕਿ ਤੜਕੇ ਅਸੀਂ ਵੈਸੇ ਵੀ ਖੇਤਾਂ 'ਚ ਜਾਂਦੇ ਆ ਲੋਕ ਪਾਣੀ ਦੇਖਣ ਜਾਂ ਉਹਨਾਂ ਮੋਟਰ ਤੇ ਗੇੜਾ ਮਾਰਨ, ਕੋਈ ਹੋਰ ਸਿਚੁਏਸ਼ਨ ਵੀ ਕ੍ਰੀਏਟ ਕੀਤੀ ਜਾ ਸਕਦੀ ਸੀ। ਬਟ ਇਹ ਅਡਲਟ ਸੀਨਸ ਸਿਰਫ ਆਡੀਅנס ਅਟਰੈਕਸ਼ਨ ਦੇ ਲਈ ਹੁੰਦੇ ਨੇ, ਜਾਂ ਮਤਲਬ ਇਹਨਾਂ ਦਾ ਕੀ ਰੀਜ਼ਨ ਆ? ਨਹੀਂ, ਸ਼ਾਇਦ ਸਾਡੀ ਕੋਸ਼ਿਸ਼ ਤਾਂ ਨਹੀਂ ਸੀ। ਜੇ ਤੁਸੀਂ ਵੈਸੇ ਵੀ ਕੋਰਾ ਨੂੰ ਦੇਖੋ, ਕਿਸੇ ਨੂੰ ਲੱਗਿਆ ਹੋਇਆ ਤਾਂ ਸਾਡੀ ਪੂਰੀ ਸੀਰੀਜ਼ ਵਿੱਚ ਇੱਦਾਂ ਦੀ ਕੋਈ ਕੋਸ਼ਿਸ਼ ਨਹੀਂ ਸੀ ਕਿ ਕਿਸੇ ਨੂੰ ਵੀ ਕ੍ਰਾਈਮ ਦੇਖ ਕੇ ਜਾਂ ਸੈਕਸ ਵੇਖ ਕੇ ਟਿਟੀਲੇਸ਼ਨ ਹੋਏ, ਜਾਂ ਕ੍ਰਾਈਮ ਦੇਖ ਕੇ ਉਹਨੂੰ ਲੱਗੇ ਮੈਨੂੰ ਮਾਰਨਾ ਚਾਹੀਦਾ ਲੋਕਾਂ ਨੂੰ। ਉਹ ਥੋੜ੍ਹਾ ਗਰੋਸ ਲੱਗਣਾ ਚਾਹੀਦਾ ਚੀਜ਼, ਜੇ ਕ੍ਰਾਈਮ ਵੀ ਹੈ ਜਾਂ ਇੱਦਾਂ ਦੀ ਸਾਡੀ ਕੋਸ਼ਿਸ਼ ਨਹੀਂ ਸੀ ਕਿ ਬਈ ਆਪਾਂ ਸੈਕਸ ਸੀਨ ਤੋਂ ਸ਼ੁਰੂ ਕਰਾਂਗੇ ਤਾਂ ਬਹੁਤ ਕੁਝ ਹੋ ਜਾਏਗਾ। ਇੱਕ ਤਰੀਕਾ ਸੀਗਾ ਸਾਡਾ ਸ਼ੁਰੂ ਕਰਨ ਦਾ ਕਿ ਤੁਹਾਨੂੰ ਲੱਗੇਗਾ ਇਹ ਚੀਜ਼ ਕੁਝ ਹੋਰ ਵਿਖਾਉਣਾ ਚਾਹ ਰਹੇ ਹਾਂ, ਪਰ ਉਹ ਹੈਗਾ ਕੁਝ ਹੋਰ। ਉਹਨੂੰ ਕਰਨ ਦੇ ਬਹੁਤ ਸਾਰੇ ਤਰੀਕੇ ਹੋ ਸਕਦੇ ਸੀ। ਜੇ ਆਪਾਂ ਉਹਦੇ 'ਚ ਕੋਈ ਹੋਰ ਤਰੀਕਾ ਕਰਦੇ, ਮੰਨ ਲਓ ਕੋਈ ਬੰਦਾ ਜਿਹੜਾ ਟਰੈਕਟਰ ਤੇ ਆ ਰਿਹਾ, ਉਹਨੇ ਉਹ ਦੇਖ ਲਿਆ, ਫਿਰ ਉਹ ਕਹਾਣੀ ਸ਼ਾਇਦ ਉਹ ਜਿਹੜਾ ਕੈਰੈਕਟਰ ਜਿਹੜਾ ਟਰੈਕਟਰ ਤੇ ਆ ਰਿਹਾ ਉਹ ਕੋਈ ਹੋਰ ਮੋੜ ਲੈ ਲੈਂਦੀ। ਇੱਦਾਂ ਨਹੀਂ ਹੈ ਕਿ ਕੋਈ ਸੈਕਸ ਦਿਖਾਉਣਾ ਕੋਈ ਜ਼ਰੂਰੀ ਹੈ, ਇੱਦਾਂ ਨਹੀਂ ਸੀਗਾ। ਇਹ ਕਹਾਣੀ ਇੱਦਾਂ ਦੀ ਸੀਗੀ ਜਿਹਦੇ 'ਚ ਸੈਕਸ ਸੀਗਾ, ਅਤੇ ਕੋਈ ਵੀ ਸੈਕਸ ਸੀਨ ਜਾਂ ਲਿਖਿਆ ਜਾਂ ਦਰਸਾਇਆ ਇੱਦਾਂ ਨਹੀਂ ਗਿਆ ਕਿ ਤੁਹਾਨੂੰ ਉਹਦੇ 'ਚ ਕੋਈ ਟਿਟੀਲੇਸ਼ਨ ਜਾਂ ਜ਼ਬਰਦਸਤੀ। ਐਟਲੀਸਟ ਸਾਡੀ ਕੋਸ਼ਿਸ਼ ਨਹੀਂ ਸੀ। ਸ਼ਾਇਦ ਲੱਗਿਆ ਹੋਏ ਕਿਸੇ ਨੇ ਤਾਂ ਫਿਰ ਤਾਂ ਸਾਡੀ ਨਾਕਾਮਯਾਬੀ ਹੈ ਉਹ। ਸਾਡੀ ਕੋਸ਼ਿਸ਼ ਜਾਂ ਸਾਡਾ ਥਾਟ ਪ੍ਰੋਸੈਸ ਬਿਲਕੁਲ ਵੀ ਨਹੀਂ ਸੀਗਾ ਕਿ ਆਪਾਂ ਕਿਸੇ ਵੀ ਆਪਾਂ ਉਹ ਦਿਖਾਉਣਾ ਚਾਹੁੰਦੇ ਸੀ ਜਿਹੜਾ ਸਾਨੂੰ ਲੱਗ ਰਿਹਾ ਸੀ ਠੀਕ ਹੈ। ਆਰਟ ਥੋੜ੍ਹੀ ਸਬਜੈਕਟਿਵ ਚੀਜ਼ ਹੈ, ਸ਼ਾਇਦ ਮੈਂ ਕਿਸੇ ਹੋਰ ਤਰੀਕੇ ਨਾਲ ਉਹਨੂੰ ਸੋਚਦਾ, ਕੋਈ ਹੋਰ ਹੁੰਦਾ ਉਹਨੂੰ ਸ਼ਾਇਦ ਬੈਟਰ ਵੀ ਕਰ ਸਕਦੀ, ਬਹੁਤ ਬੈਟਰ ਵੀ ਕਰ ਸਕਦੀ। ਉਸ ਟਾਈਮ ਸਾਡਾ ਦਿਮਾਗ ਇਹ ਕਹਿੰਦਾ ਸੀ ਅਸੀਂ ਕੋਸ਼ਿਸ਼ ਕੀਤੀ। ਹਾਂ, ਕਿਉਂਕਿ ਤੁਸੀਂ ਜਦੋਂ ਕੋਰਾ ਵਰਗੀਆਂ ਸੀਰੀਜ਼ ਦੇਖਦੇ ਹੋ ਤਾਂ ਤੁਸੀਂ ਹਰ ਇੱਕ ਚੀਜ਼ ਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਕਿਉਂ ਦਿਖਾਏ, ਕਿਉਂਕਿ ਉਸ ਤੋਂ ਬਾਅਦ ਜਿਹੜੀ ਬਲਵੀਰ ਸਿੰਘ ਹੋਰਾਂ ਦੀ ਐਂਡ ਉਹ ਜਿਹੜਾ ਨੌਜਵਾਨ ਮੁੰਡਾ ਆ ਉਹਦੀ ਜਿਹੜੀ ਕਨਵਰਸੇਸ਼ਨ ਵੀ ਆ, ਤਾਂ ਜਦੋਂ ਮਤਲਬ ਸੀਨ ਖਤਮ ਹੁੰਦਾ, ਜਦੋਂ ਕੁੜੀ ਨੂੰ ਅਸੀਂ ਦੇਖਦੇ ਤਾਂ ਮੇਰੇ ਨਾਲ ਬੈਠਾ ਕੋਈ ਦੇਖ ਰਿਹਾ ਸੀਗਾ ਤੇ ਉਹ ਕਹਿੰਦੇ ਕਿ ਬਹੁਤ ਛੋਟੀ ਉਮਰ ਦੀ ਕੁੜੀ ਆ, ਹੈ ਨਾ। ਤਾਂ ਉਹ ਇੱਕ ਹੋਰ ਇੰਡੀਕੇਸ਼ਨ ਵੀ ਆ। ਐਂਡ ਜਿਹੜੀ ਬਲਵੀਰ ਸਿੰਘ ਹੋਰਾਂ ਦੇ ਨਾਲ ਉਹਨਾਂ ਦੀ ਡਾਇਲੋਗ ਕਨਵਰਸੇਸ਼ਨ ਆ, ਆਈ ਗੈਸ ਉਹਨਾਂ ਦੇ ਨਾਲ ਹੀ, ਤੇ ਉਹ ਕਹਿ ਰਹੇ ਨੇ ਕਿ ਸਰ ਜੀ ਜਵਾਨ ਲੋਕ ਆ ਅਸੀਂ, ਸਾਡੀਆਂ ਵੀ ਕੁਛ ਲੋੜਾਂ ਹੁੰਦੀਆਂ ਨੇ, ਹੈ ਨਾ। ਸੋ ਇਹ ਚੀਜ਼ ਵੀ ਤੁਸੀਂ ਆਪਣੇ 12 ਸਾਲਾਂ ਦੀ ਜੋ ਰਿਸਰਚ ਪੰਜਾਬ ਦੇ ਵਿੱਚ ਰਹਿ ਕੇ ਕੀਤੀ, ਤੁਸੀਂ ਇਹਨਾਂ ਚੀਜ਼ਾਂ ਨੂੰ ਵੀ ਓਬਜ਼ਰਵ ਕੀਤਾ ਆ? ਬਿਲਕੁਲ ਕੀਤਾ। ਤੇ ਇਹਨਾਂ ਚੀਜ਼ਾਂ ਤੇ ਸ਼ਾਇਦ ਅਸੀਂ ਗੱਲ ਵੀ ਨਹੀਂ ਕਰਦੇ ਕਿੰਨੇ ਚੀਜ਼ਾਂ ਨਾਲ। ਤੇ ਇਹ ਨਹੀਂ ਹੈਗਾ ਕਿ ਹਰ ਚੀਜ਼ ਨੂੰ ਦੂਜੇ ਤਰੀਕੇ ਨਾਲ ਵੀ ਇੰਟਰਪ੍ਰੇਟ ਕੀਤਾ ਜਾ ਸਕਦਾ। ਸਾਡਾ ਇੱਕ ਇੰਟਰਪ੍ਰੀਟੇਸ਼ਨ ਇਹ ਸੀਗਾ, ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਹਰ ਪਹਿਲੂ ਤੇ ਜੇ ਤੁਸੀਂ ਰੋਸ਼ਨੀ ਪਾਓਗੇ ਤੁਹਾਨੂੰ ਕੁਝ ਨਵੀਂ ਚੀਜ਼ ਮਿਲੇਗੀ, ਜਿਹੜੀ ਕਿਉਂਕਿ ਬਹੁਤ ਅਨਐਕਸਪਲੋਰਡ ਹੈ। ਪੰਜਾਬੀ ਸਿਨੇਮਾ, ਪੰਜਾਬੀ ਲਿਟਰੇਚਰ ਅਸੀਂ ਪੜ੍ਹਿਆ ਬਹੁਤ ਹੈ, ਪਰ ਅਸੀਂ ਉਹਨੂੰ ਹਾਲੇ ਵੀ ਦਰਸਾਇਆ ਨਹੀਂ। ਪੰਜਾਬੀ ਲਿਟਰੇਚਰ ਵੀ 'ਚ ਇੰਨਾ ਕੁਝ ਹੈਗਾ ਜਿਹੜਾ ਕਿ ਆਪਾਂ ਕੋਰਾ 'ਚ ਦੇਖ ਰਹੇ ਹਾਂ, ਬਹੁਤ ਕੁਝ ਲਿਖਿਆ ਜਾ ਚੁੱਕਿਆ, ਹਾਂਜੀ, ਪਰ ਉਹਦੀ ਕਦੇ ਗੱਲ ਹੀ ਨਹੀਂ ਹੋਈ। ਜਦੋਂ ਗੱਲ ਹੋਏਗੀ ਤੇ ਫਿਰ ਉਹਦੇ ਤੇ ਡਿਬੇਟ ਹੋਏਗੀ ਵੀ ਇਹ ਠੀਕ ਹੈ ਜਾਂ ਨਹੀਂ ਹੈ। ਜਾਂ ਕੋਈ ਗਾਣਾ ਜਿਹੜਾ ਪੁਰਾਣਾ ਤੁਸੀਂ ਲੈ ਕੇ ਉਹਨੂੰ ਜਦੋਂ ਤੁਸੀਂ ਗੱਲ ਕਰੋਗੇ ਤਾਂ ਪਤਾ ਲੱਗੇਗਾ ਕਿ ਉਹ ਕਿਹੜੀ ਕੈਟੇਗਰੀ 'ਚ ਆਉਂਦਾ। ਉਹਨੂੰ ਤੁਸੀਂ ਲੱਚਰ ਕਹੋਗੇ ਜਾਂ ਉਹਨੂੰ ਤੁਸੀਂ ਸੱਚਾਈ ਕਹੋਗੇ, ਜਾਂ ਉਹਨੂੰ ਤੁਸੀਂ ਕਹੋਗੇ ਕਿ ਇਹ ਸੱਚਾਈ ਤੇ ਹੈਗੀ ਪਰ ਲੱਚਰਤਾ ਨਾਲ ਦਰਸਾਇਆ ਗਿਆ, ਹੈ ਨਾ। ਉਹ ਬੜੇ ਸਾਰੇ ਇੰਟਰਪ੍ਰੀਟੇਸ਼ਨ ਹੈ। ਸਾਡੀ ਇੰਟਰਪ੍ਰੀਟੇਸ਼ਨ ਮੈਨੂੰ ਲੱਗਦਾ ਕਿ ਕਦੇ ਵੀ ਇਹ ਨਹੀਂ ਸੀਗੀ, ਯਾਨੀ ਕਿਸੇ ਵੀ ਚੀਜ਼ ਨੂੰ ਹਰ ਚੀਜ਼ ਨੂੰ ਉੱਦਾਂ ਦਿਖਾਇਆ, ਕਿਸੇ ਵੀ ਚੀਜ਼ ਨੂੰ ਜੱਜ ਕਰਨ ਦੀ ਨਹੀਂ ਸੀਗੀ, ਨਾ ਹੀ ਉਸ ਕੈਰੈਕਟਰ ਨੂੰ, ਨਾ ਹੀ ਬਲਵੀਰ ਸਿੰਘ ਨੂੰ। ਆਈ ਥਿੰਕ ਇੱਦਾਂ ਦਾ ਮੈਂ ਬਹੁਤ ਜ਼ਿਆਦਾ ਦੇਖਿਆ ਪੰਜਾਬ 'ਚ, ਹੈ ਨਾ, ਸਪੈਸ਼ਲੀ ਨੌਜਵਾਨ ਮੁੰਡੇ ਬਹੁਤ ਜ਼ਿਆਦਾ। ਮੈਂ ਕਾफ़ੀ ਚੀਜ਼ਾਂ ਉਹਨਾਂ ਦੀ ਮੈਂ ਦੇਖਦਾ ਸੀ ਅਤੇ ਮੈਨੂੰ ਲੱਗਦਾ ਸੀ ਕਿ ਯਾਰ ਸ਼ਾਇਦ ਇਹ ਹੈਲਪਲੈਸ ਫੀਲ ਕਰ ਰਿਹਾ, ਬਿਕੋਜ਼ ਕੀਤਾ ਬਹੁਤ ਜ਼ਿਆਦਾ ਇੱਥੇ ਕੀਤੇ ਹੈ ਨਹੀਂ ਲੋਕ ਕਿ ਕਿੰਨੇ ਕੁ ਮਤਲਬ ਪ੍ਰੋਫੈਸ਼ਨਸ ਬਹੁਤ ਜ਼ਿਆਦਾ ਹੈਗੇ ਨਹੀਂ ਲੋਕਾਂ ਦੇ। ਕਾफ़ੀ ਸਾਰੇ ਜਿਹੜੇ ਨੌਜਵਾਨ ਮੁੰਡੇ ਉਹਨਾਂ ਦੇ ਕੋਲ
ਜ਼ਿਆਦਾ ਕੋਈ ਬਚਦਾ ਨਹੀਂ ਹੈ ਕਰਨ ਨੂੰ, ਹੈ ਨਾ। ਜੇ ਤੁਸੀਂ ਫਾਰਮਿੰਗ ਨਾਲ ਨਹੀਂ ਹੋ ਜਾਂ ਤੁਸੀਂ ਬਹੁਤ ਜ਼ਿਆਦਾ ਨਹੀਂ ਪੜ੍ਹੇ, ਜਿਹੜਾ ਵਿਚਕਾਰਲਾ ਜਿਹੜਾ ਬਚ ਜਾਂਦਾ ਯੂਥ, ਉਹ ਤਾਂ ਬਾਹਰ ਜਾਣ ਨੂੰ ਫਿਰਦਾ ਫਿਰ, ਜਾਂ ਫਿਰ ਇੱਥੇ ਰਹੇਗਾ ਤਾਂ ਆਈ ਡੋਨਟ ਨੋ ਕੀ ਕਰਦੇ, ਬਹੁਤ ਜ਼ਿਆਦਾ। ਬਿਲਕੁਲ। ਐਂਡ ਇਸ ਕੋਰਾ ਦੇ ਵਿੱਚ ਬਹੁਤ ਸਾਰੇ ਜਿਹੜੇ ਇਸ਼ੂਜ਼ ਜਾਂ ਸਬਜੈਕਟ ਤੁਸੀਂ ਟੱਚ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਕੌਪਸ ਦੀ, ਪੁਲਿਸ ਵਾਲਿਆਂ ਦੀ ਜਿਹੜੀ ਨਿੱਜੀ ਜ਼ਿੰਦਗੀ ਆ ਉਹਦੇ ਉੱਪਰ ਵੀ ਤੁਸੀਂ ਗੱਲਬਾਤ ਕੀਤੀ ਆ, ਐਂਡ ਇਹਦੇ ਵਿੱਚ ਨਸ਼ਿਆਂ ਦੀ ਵੀ ਗੱਲਬਾਤ ਹੋਈ ਆ, ਐਂਡ ਇਹਦੇ ਵਿੱਚ ਸਾਡੇ ਲੈਂਡ ਡਿਸਪਿਊਟ ਦੀ ਵੀ ਗੱਲ ਹੋਈ ਆ, ਆਪਸੀ ਭਰਾਵਾਂ ਦੇ ਵਿੱਚ ਜਿਹੜਾ ਲੈਂਡ ਡਿਸਪਿਊਟ ਹੁੰਦਾ ਨਾ, ਉਸ ਚੀਜ਼ ਦੀ ਵੀ ਗੱਲ ਹੋਈ ਆ। ਇਹਦੇ ਵਿੱਚ ਅਸੀਂ ਹੋਮੋਸੈਕਸ਼ੂਅਲ ਦੀ ਵੀ ਗੱਲਬਾਤ ਕਰ ਰਹੇ ਹਾਂ, ਹੈ ਨਾ। ਇਹਦੇ ਵਿੱਚ ਅਸੀਂ ਉਹ ਵੀ ਗੱਲ ਕਰ ਰਹੇ ਹਾਂ ਜਿਹੜੀ ਅੱਜ ਤੋਂ ਕਈ ਦਹਾਕੇ ਪਹਿਲਾਂ ਸੀ ਪੰਜਾਬ ਦੇ ਵਿੱਚ, ਵੀ ਜੇ 4 ਭਰਾ ਨੇ, ਜ਼ਮੀਨ ਥੋੜ੍ਹੀਆਂ, ਤਾਂ ਵਿਆਹ ਸਿਰਫ ਇੱਕ ਦਾ ਹੀ ਹੋਊਗਾ, ਹੈ ਨਾ। ਸੋ ਇਹ ਤੁਹਾਡਾ ਕੀ ਮੋਟਿਵ ਸੀਗਾ ਕਿ ਤੁਸੀਂ ਇੱਕ ਲੀਨੀਅਰ ਸਬਜੈਕਟ ਲੈ ਕੇ ਵੀ ਚੱਲ ਸਕਦੇ ਸੀ, ਬਟ ਉਸ ਲੀਨੀਅਰ ਸਬਜੈਕਟ ਦੇ ਵਿੱਚ ਤੁਸੀਂ ਬਹੁਤ ਸਾਰੇ ਸ਼ੇਡਸ ਪਾਏ ਨੇ, ਉਹਦਾ ਕੀ ਰੀਜ਼ਨ ਸੀਗਾ? ਇਹ ਸ਼ੇਡਸ ਨਾ ਐਕਚੁਅਲੀ ਕਿਉਂਕਿ ਮੈਂ ਪਾਤਾਲ ਲੋਕ ਮੈਂ ਕੀਤਾ ਸੀਗੇ, ਨਾਲ ਹੀ ਸੁਦੀਪ ਸ਼ਰਮਾ ਜਿਹੜੇ ਉਹਨਾਂ ਨੇ ਵੀ ਕੀਤਾ ਸੀਗਾ। ਜਦ ਮੈਂ ਇਹ ਚੀਜ਼ ਸੋਚ ਰਹੀ, ਮੈਨੂੰ ਲੱਗਿਆ ਇੱਕ ਹੋਰ ਪੁਲਿਸ ਪ੍ਰੋਸੀਜਰਲ ਮੈਂ ਕਰੂੰਗਾ, ਪੁਲਿਸ ਵਾਲਿਆਂ ਦੀ ਕਹਾਣੀ ਇੱਕ ਹੋਰ, ਉਹ ਕਿੱਦਾਂ ਅਲੱਗ ਹੋ ਸਕਦੀ ਹੈ। ਪਰ ਇਹ ਕਹਾਣੀ ਹਮੇਸ਼ਾ ਮੈਨੂੰ ਪਰਸਨਲ ਕਹਾਣੀ ਲੱਗਦੀ ਸੀ ਰਾਦਰ ਦੈਨ ਇਨਵੈਸਟੀਗੇਟਿਵ ਸਟੋਰੀ। ਇਨਵੈਸਟੀਗੇਸ਼ਨ ਦੀ ਸਟੋਰੀ ਸ਼ਾਇਦ ਥੋੜ੍ਹੀ ਬਾਅਦ 'ਚ ਮੈਨੂੰ ਲੱਗਦੀ ਸੀ, ਉਹ ਥੋੜ੍ਹੀ ਹਲਕੀ ਸੀ ਮੇਰੇ ਲਈ ਭਾਰਾ ਕੰਮ ਸੀ ਇਹਨਾਂ ਦੀ ਪਰਸਨਲ ਸਟੋਰੀ ਕਰਨਾ, ਜਾਂ ਬਈ ਸਾਰੀ ਕਮਿਊਨਿਟੀਜ਼ ਦੇ ਬਾਰੇ ਥੋੜ੍ਹਾ ਜਿੰਨਾ ਵੀ ਮੈਂ ਕਹਿ ਸਕਦਾ ਉਹ ਕਰਨਾ। ਉਹ ਪਰਸਨਲ ਸਟੋਰੀਜ਼ ਮੈਨੂੰ ਲੱਗਦਾ ਬਹੁਤ ਜ਼ਿਆਦਾ ਓਵਰਪਾਵਰਿੰਗ ਮੇਰੇ 'ਤੇ ਕਰ ਗਈ ਸੀਗੀ। ਮੈਂ ਉਹਨਾਂ ਨੂੰ ਕਿਸੇ ਤਰੀਕੇ ਨਾਲ, ਚਾਹੇ ਮੈਂ ਕਿਤਾਬ ਲਿਖਦਾ ਉਸ 'ਤੇ, ਚਾਹੇ ਮੈਂ ਸਕਰੀਨ ਪਲੇ ਲਿਖਿਆ, ਚਾਹੇ ਮੈਂ ਫਿਲਮ ਬਣਾਉਂਦਾ, ਚਾਹੇ ਮੈਂ ਉਹਦਾ ਕੁਛ ਤਾਂ ਲਿਖਦਾ, ਉਹ ਬਸ ਮੇਰੇ ਅੰਦਰ ਸੀਗੀਆਂ ਚੀਜ਼ਾਂ ਇੰਨੀਆਂ ਕਿ ਜੇ ਮੈਨੂੰ ਬਾਹਰ ਕੱਢਣੀ, ਉਹ ਬਸ ਇੱਦਾਂ ਸਬੱਬ ਇੱਦਾਂ ਦਾ ਬਣਿਆ ਕਿ ਉਹ ਪੁਲਿਸ ਪ੍ਰੋਸੀਜਰਲ ਬਣ ਗਈਆਂ, ਅਤੇ ਕਾਫੀ ਸਾਰੀਆਂ ਚੀਜ਼ਾਂ ਉਹ ਕੌਪਸ ਦੇ ਕੈਰੈਕਟਰ ਦੇ ਨਾਲ ਜੁੜ ਗਈਆਂ। ਉਹ ਕੋਈ ਵੀ ਕੈਰੈਕਟਰ ਹੋ ਸਕਦਾ, ਬਲਬੀਰ ਸਿੰਘ ਇੱਕ ਕਿਸਾਨ ਵੀ ਹੋ ਸਕਦਾ ਜਿਹੜੀ ਡਾਟਰ ਹੈ ਉਹ ਘਰ ਆਈ ਹੈ, ਜਿਹੜੀ ਕਹਿੰਦੀ ਮੈਂ ਆਪਣੇ ਹਸਬੈਂਡ ਨਾਲ ਨਹੀਂ ਰਹਿਣਾ, ਉਹ ਕੁਝ ਵੀ ਹੋ ਸਕਦਾ। ਉਹ ਕੌਪ ਹੈ ਤਾਂ ਸ਼ਾਇਦ ਥੋੜ੍ਹਾ ਜਿਹਾ ਦੂਜੇ ਤਰੀਕੇ ਨਾਲ ਆਪਾਂ ਦਰਸਾਇਆ, ਉਹ ਕੋਈ ਵੀ ਕੈਰੈਕਟਰ ਹੋ ਸਕਦਾ। ਅਤੇ ਇੰਨੇ ਕਿ ਸਾਡੇ ਪੰਜਾਬੀਆਂ ਦੇ, ਮੈਂ ਆਪਣੇ ਆਪ ਨੂੰ ਇੰਕਲੂਡ ਕਰਦਾ, ਆਪਾਂ ਨਹੀਂ ਸੋਚਦੇ ਬਹੁਤ ਜ਼ਿਆਦਾ ਕੁੜੀਆਂ ਬਾਰੇ। ਕਈ ਵਾਰੀ ਸਾਨੂੰ ਬਹੁਤ ਬਾਅਦ 'ਚ ਰਿਅਲਾਈਜ਼ ਹੁੰਦਾ ਵੀ ਆਪਾਂ ਮਾੜਾ ਬਹੁਤ ਕੀਤਾ। ਬਿਲਕੁਲ। ਬ੍ਰੋਕਨ ਹਾਊਸ, ਐਕਸਟਰਾ ਮੈਰਿਟਲ ਅਫੇਅਰ, ਐਂਡ ਸਭ ਤੋਂ ਇੰਪੋਰਟੈਂਟ ਜਿਹਦੇ 'ਤੇ ਅਸੀਂ ਗੱਲ ਕਰਨ 'ਤੇ ਹਮੇਸ਼ਾ ਭੱਜਦੇ ਹਾਂ ਕਿ ਜਿਹੜੇ ਸਾਡੇ ਅਧਖੜ ਉਮਰ ਦੇ ਲੋਕ ਨੇ, ਅਬਵ 40s ਨੇ ਜਿਹੜੇ, ਕਿ ਉਹਨਾਂ ਦੀਆਂ ਫਿਜ਼ੀਕਲ ਨੀਡਸ ਨਹੀਂ ਹੁੰਦੀਆਂ, ਅਤੇ ਇਹ ਵੀ ਇੱਕ ਸਬਜੈਕਟ ਹੈਗਾ ਇਸ ਕੋਰਾ ਦਾ। ਇਮੋਸ਼ਨਲ ਨੀਡਸ ਵੀ, ਫਿਜ਼ੀਕਲ ਨੀਡਸ ਤਾਂ ਹੈਗੀਆਂ ਹੀ ਹੈ, ਪਰ ਇਮੋਸ਼ਨਲ ਨੀਡਸ ਵੀ, ਫਿਜ਼ੀਕਲ ਨੀਡਸ ਵੀ ਆਪਾਂ ਸ਼ਾਇਦ ਬਹੁਤ ਅੱਛੇ ਤਰੀਕੇ ਨਾਲ ਸ਼ਾਇਦ ਨਹੀਂ ਵਿਖਾਈਆਂ। ਫਿਜ਼ੀਕਲ ਨੀਡਸ ਸ਼ਾਇਦ ਵੈਸੇ ਵੀ ਪੂਰੀਆਂ, ਇਮੋਸ਼ਨਲ ਨੀਡਸ ਤਾਂ ਬਹੁਤ ਜ਼ਿਆਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਨਾ, ਇਹ ਹਮੇਸ਼ਾ ਘੁੰਮ ਫਿਰ ਕੇ ਤੁਹਾਡੀ ਮੈਂਟਲ ਹੈਲਥ 'ਤੇ ਆਉਂਦੀਆਂ ਨੇ। ਇੱਥੇ ਮੈਂਟਲ ਹੈਲਥ ਦੀ ਹੀ ਗੱਲ ਨਹੀਂ ਹੁੰਦੀ ਕਦੇ ਪੰਜਾਬ 'ਚ। ਮੈਂ ਜਾਣਦਾ ਕਿਸੇ ਨੂੰ, ਉਹਨਾਂ ਦਾ ਮੁੰਡਾ ਥੈਰੇਪੀ 'ਚ ਪਤਾ ਨਹੀਂ ਕਿੰਨਾ ਕੁ ਬਿਲੀਫ ਹੈ, ਸ਼ਾਇਦ ਜਿਹੜੇ ਮੈਂ ਦੇਖਿਆ ਬਹੁਤ ਜ਼ਿਆਦਾ ਜਿਹੜੇ ਪਿੰਡਾਂ ਦੇ ਲੋਕ ਹੈ ਉਹਨਾਂ ਨੂੰ ਪਤਾ ਹੀ ਨਹੀਂ ਥੈਰੇਪੀ ਕੀ ਹੁੰਦੀ ਹੈ, ਜਾਂ PTSD ਕੀ ਹੁੰਦਾ ਹੈ, ਜਾਂ ਬੱਚਿਆਂ ਨੂੰ, ਬੁੜਿਆਂ ਨੂੰ, ਜਾਂ ਆਰਮੀ ਦੇ ਬੰਦੇ ਜਿਹੜੇ ਵਾਪਸੀ ਆਉਂਦੇ ਆ ਵਾਰ ਤੋਂ, ਉਹਨਾਂ ਨੂੰ ਕੀ ਪ੍ਰੋਬਲਮ ਹੈ। ਇਹ ਸਾਰੀਆਂ ਚੀਜ਼ਾਂ ਲਈ ਦਵਾਈਆਂ ਨਹੀਂ ਹੁੰਦੀਆਂ। ਉਹ ਚੀਜ਼ ਸ਼ਾਇਦ ਜਿਹੜੀ ਬਲਬੀਰ ਦੀ ਵਾਈਫ ਦਾ ਕੈਰੈਕਟਰ ਹੈ, ਉਹਦੇ ਨਾਲ ਵੀ ਬਹੁਤ ਛੋਟੀ ਚੀਜ਼ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਸੀਗੀ, ਯਾਰ ਉਹ ਕਹਿੰਦੀ ਮੈਂ ਨਹੀਂ ਖਾਣੀ ਦਵਾਈ, ਹੈ ਨਾ। ਮੈਂ ਵੀ ਦੇਖਿਆ ਕਿਸੇ ਲੋਕਾਂ ਨੂੰ, ਯਾਰ ਇਹ ਡਿਪਰੈਸ਼ਨ 'ਚ ਹੈ, ਯਾਰ ਗੋਲੀਆਂ ਖਾਂਦਾ। ਡਿਪਰੈਸ਼ਨ ਦਾ ਜਵਾਬ ਸ਼ਾਇਦ ਗੋਲੀਆਂ ਹੋ ਸਕਦਾ, ਪਰ ਹਰ ਚੀਜ਼ ਦਾ ਜਵਾਬ ਗੋਲੀਆਂ ਨਹੀਂ ਹੈਗਾ। ਅਤੇ ਉਹ ਸ਼ਾਇਦ ਆਈ ਥਿੰਕ ਉਹ ਮੈਂਟਲ ਹੈਡ ਸਪੇਸ ਹੈ, ਜਿਹੜਾ ਕਿ ਅਧਖੜ ਉਮਰ 'ਚ ਵੀ ਹੋ ਸਕਦਾ, ਜ਼ਿਆਦਾ ਉਮਰ ਦੇ ਵਿੱਚ ਹੋ ਸਕਦਾ, ਘੱਟ ਉਮਰ ਦੇ ਵਿੱਚ ਵੀ ਹੋ ਸਕਦਾ। ਅਤੇ ਉਹ ਸ਼ਾਇਦ ਬਲਬੀਰ ਸਿੰਘ ਦਾ ਇੱਕ ਸੀ ਮੇਰੇ ਦਿਮਾਗ 'ਚ ਕਿ ਇੱਕ ਲੋਨਲੀ ਬੰਦਾ, ਅਤੇ ਜਿਹੜਾ ਬੜਾ ਹੀ ਫਲॉड ਹੈ, ਜਿਹਨੂੰ ਤੁਸੀਂ ਕੰਮ 'ਚ ਵੇਖਦੇ ਹੋ ਤਾਂ ਕਦੇ ਤੁਹਾਨੂੰ ਅੱਛਾ ਵੀ ਲੱਗਦਾ, ਘਰ 'ਚ ਵੇਖਦੇ ਹੋ ਤਾਂ ਤੁਹਾਨੂੰ ਬੁਰਾ ਵੀ ਲੱਗਦਾ, ਪੋਤੇ ਨਾਲ ਦੇਖਦੇ ਹੋ ਤੁਹਾਨੂੰ ਫਿਰ ਚੰਗਾ ਲੱਗਦਾ, ਕਿਸੇ ਹੋਰ ਨਾਲ ਦੇਖਦੇ ਹੋ ਤਾਂ ਫਿਰ ਤੁਹਾਨੂੰ ਕਿਲਰ ਵੀ ਲੱਗਦਾ। ਉਹ ਇੱਕ ਸ਼ੇਡ ਸੀ। ਮੈਨੂੰ ਲੱਗਦਾ ਕਿ ਉਹ ਕੈਰੈਕਟਰ ਨੇ ਅਲਾਓ ਵੀ ਕੀਤਾ ਸਾਨੂੰ ਕਿ ਆਪਾਂ ਉਹਨੂੰ ਹੋਰ ਐਕਸਪਲੋਰ ਕਰੀਏ। ਅਤੇ ਬਲਬੀਰ ਸਿੰਘ ਵੈਸੇ ਵੀ ਲੋਨਲੀ ਲੱਗਦਾ, ਜਿੱਦਾਂ ਸਵਿੰਦਰ ਭਾਜੀ ਨੇ ਕੀਤਾ ਵੀ ਹੈ ਨਾ, ਉਹਨੂੰ ਉਹ ਬਹੁਤ ਜ਼ਿਆਦਾ ਉਹਨਾਂ ਨੇ ਇੰਟਰਨਲਾਈਜ਼ ਕਰਕੇ ਕੀਤਾ। ਤੁਸੀਂ ਬਹੁਤ ਸਾਰੇ ਫਰੇਮਸ 'ਚ ਤੁਸੀਂ ਮਤਲਬ ਉਹਨਾਂ ਨੂੰ 5 ਸੈਕਿੰਡ ਹੀ ਦੇਖ ਲਓਗੇ ਨਾ, ਤੁਹਾਨੂੰ ਲੱਗੇਗਾ ਕਿ ਪਤਾ ਨਹੀਂ ਕਿਹੜੀ ਕਿ ਦੁਨੀਆ ਚੱਲ ਰਹੀ ਹੈ ਬੰਦੇ ਦੇ ਅੰਦਰ।
ਹੂੰ ਉਹ ਉਸ ਮਤਲਬ ਇਹ ਬਹੁਤ ਸਾਰੀਆਂ ਗੱਲਾਂ ਸਬਕੌਂਸ਼ੀਅਸਲੀ ਵੀ ਆਈਆਂ ਹੂੰ ਹੈ ਨਾ। ਜਿੱਦਾਂ ਉਹ ਰੂਪ ਦਾ ਜਿਹੜਾ ਕੈਰੈਕਟਰ ਸੀ, ਜਾਂ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਮੈਂ ਟਰਾਂਸਪੋਰਟ ਨਗਰ, ਸਾਰੇ ਟਰਾਂਸਪੋਰਟ ਨਗਰ ਜਿੰਨੇ ਵੀ ਹੈਗੇ ਆ, ਜਲੰਧਰ ਦਾ ਹੋ ਗਿਆ, ਲੁਧਿਆਣੇ ਦਾ ਹੋ ਗਿਆ, ਮੈਂ ਟਰੱਕਾਂ ਵਾਲਿਆਂ, ਕਿਉਂਕਿ ਮੈਂ ਚਮਕੀਲੇ ਦੇ ਰਿਸਰਚ ਕੀਤੀ ਹੈ, ਮੈਂ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਰਿਹਾ। ਹਾਂ ਤੇ ਉਹ ਵੀ ਇੱਕ ਮੇਰੇ ਦਿਮਾਗ ਸੀਗਾ ਕਿ ਇਹਨਾਂ ਦੀ ਗੱਲ ਜਿਹੜੀ ਹੈ ਉਹ ਸ਼ਾਇਦ ਕਦੀ ਨਹੀਂ ਹੋਈ, ਤੇ ਉਹ ਸਬਕੌਂਸ਼ੀਅਸਲੀ ਵੀ ਆਈਆਂ ਚੀਜ਼ਾਂ। ਇੱਦਾਂ ਨਹੀਂ ਕਿ ਮੈਂ ਬਹੁਤ ਜ਼ਿਆਦਾ ਕੋਈ ਕਟਾਕਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪੰਜਾਬ 'ਤੇ, ਜਾਂ ਮੇਰਾ ਬਹੁਤ ਜ਼ਿਆਦਾ ਕੋਈ ਪਰਦਾਫਾਸ਼ ਕਰਨ ਦਾ, ਇੱਦਾਂ ਦਾ ਕੁਝ ਵੀ ਨਹੀਂ ਸੀਗਾ। ਇਹ ਸੀਗਾ, ਇਹ ਚੀਜ਼ਾਂ ਸੀਗੀਆਂ ਜਿਹੜੀ ਮੈਨੂੰ ਲੱਗਦਾ ਕਿ ਸ਼ਾਇਦ ਮੈਨੂੰ ਵੀ ਬੋਦਰ ਕਰਦੀਆਂ, ਤੇ ਸ਼ਾਇਦ ਆਡੀਅנס ਨੂੰ ਵੀ ਕਰਨਗੀਆਂ। ਮੈਂ ਇਹਨੂੰ ਡੀਕਨਸਟਰਕਟ ਕਰਦਾ, ਆਪਣੇ ਤਰੀਕੇ ਨਾਲ ਦਰਸਾਉਣ ਦੀ ਕੋਸ਼ਿਸ਼ ਕਰਦਾ, ਫਿਰ ਦੇਖਦਾ ਕਿ ਲੋਕੀ ਕਿੱਦਾਂ ਰਿਐਕਟ ਕਰਦੇ ਆ। ਉਹ ਇੱਕ ਬਿਲਕੁਲ ਸੁਵਿੰਦਰ ਵਿੱਕੀ ਉਹਨਾਂ ਦੀ ਪਰਫਾਰਮੈਂਸ ਇੰਨੀ ਲਾਜਵਾਬ ਸੀ, ਇਸੇ ਕਰਕੇ IMDb ਤੇ ਉਹਨੂੰ ਨੰਬਰ 2 ਰੇਟਿੰਗ 'ਚ ਆਏ ਨੇ ਪਪੂਲਰ ਸੈਲੀਬ੍ਰਿਟੀਜ਼ ਦੀ ਕੈਟਾਗਰੀ ਦੇ ਵਿੱਚ, ਹੈ ਨਾ। ਐਂਡ ਇਹ ਗੱਲ ਸੱਚ ਹੈ ਕਿ ਹੁਣ ਬੰਬੇ ਵਾਲੇ ਟੈਲੈਂਟ ਲੱਭਣ ਲਈ ਪੰਜਾਬ ਆਉਂਦੇ ਨੇ, ਕਿਉਂਕਿ ਇਹ ਗੱਲ ਪਿੱਛੇ ਜੇ ਅਸੀਂ ਕੋਈ ਇੰਟਰਵਿਊ ਕਰ ਰਹੇ ਸੀਗੇ ਤਾਂ ਆਰਟਿਸਟ ਇਹ ਡਿਸਕਸ਼ਨ ਕਰ ਰਹੇ ਸੀਗੇ ਕਿ ਜੋ ਕਰੈਕਟਰ ਜੋ ਕੰਟੈਂਟ ਹੁਣ ਕ੍ਰੀਏਟ ਕੀਤਾ ਜਾ ਰਿਹਾ ਆ, ਤਾਂ ਉਹ ਕੰਟੈਂਟ ਦੇ ਲਈ ਵੀ ਐਂਡ ਉਹਨਾਂ ਕੈਰੈਕਟਰਸ ਦੇ ਲਈ ਵੀ ਜੋ ਸੂਟੇਬਲ ਆਰਟਿਸਟ ਨੇ, ਉਹ ਸ਼ਾਇਦ ਬੰਬੇ 'ਚ ਨਹੀਂ ਉਹਨਾਂ ਨੂੰ ਲੱਗ ਰਹੀ। ਉਹ ਉਹਨਾਂ ਦੀ ਭਾਲ ਦੇ ਲਈ ਉਹ ਇੱਥੇ ਪੰਜਾਬ ਆਉਂਦੇ ਨੇ। ਡਿਪੈਂਡ ਕਰਦਾ ਸਟੋਰੀ ਕਿੱਥੇ ਦੀ ਹੈਗੀ ਹੈ ਨਾ। ਜਿੱਦਾਂ ਕੋਰਾ ਦੀ, ਸਾਨੂੰ ਸਾਰਿਆਂ ਨੂੰ ਪਤਾ ਸੀਗਾ ਕਿ ਇੱਥੇ ਸਾਨੂੰ ਦਿੱਲੀ ਦੀ ਪੰਜਾਬੀ ਬੋਲਣ ਵਾਲੇ ਜਾਂ ਬੰਬੇ ਦੀ ਪੰਜਾਬੀ ਬੋਲਣ ਵਾਲੇ ਲੋਕੀ ਨਹੀਂ ਚਾਹੀਦੇ। ਪਰ ਉਹਦੇ ਵਿੱਚ ਇੱਕ ਐਕਸੈਪਸ਼ਨ ਵੀ ਹੈ, ਜਿੱਦਾਂ ਹਰਲੀਨ ਸੇਠੀ ਜਿਹਨੇ ਨਿਮਰਤ ਦਾ ਰੋਲ ਕੀਤਾ, ਉਹ ਸ਼ੀ ਇਜ਼ ਬੋਰਨ ਬ੍ਰੌਟ ਅਪ ਇਨ ਲੋਖੰਡਵਾਲਾ ਤੋਂ। ਪੂਰਾ ਉਹਨਾਂ ਦਾ ਜਿਹੜਾ ਜ਼ਿੰਦਗੀ ਹੈ ਲੋਖੰਡਵਾਲਾ 'ਚ ਬੀਤੀ ਹੈ, ਬਟ ਜਿੱਦਾਂ ਦੀ ਪਰਫਾਰਮੈਂਸ ਦਿੱਤੀ ਹੈ ਉਹ ਤੁਹਾਨੂੰ ਦੇਖ ਕੇ ਲੱਗਦਾ ਨਹੀਂ ਕਦੇ ਕਿ ਕੁੜੀ ਨਿਮਰਤ ਜਾਂ ਜਿਹੜਾ ਕੈਰੈਕਟਰ ਹੈ ਪੰਜਾਬ, ਇੱਕ ਜਿਹੜੀ ਪਲੇ ਕਰ ਰਹੀ ਹੈ ਕੁੜੀ, ਉਹਨੂੰ ਪੰਜਾਬ ਤੋਂ ਬਾਹਰ ਦੀ ਹੈ। ਪਰ ਆਈ ਥਿੰਕ ਕਾਫੀ ਸਾਰੇ ਇੱਦਾਂ ਦੇ ਕੈਰੈਕਟਰਸ ਹੁੰਦੇ ਜਿਨ੍ਹਾਂ 'ਤੇ ਬਹੁਤ ਜ਼ਿਆਦਾ ਕਲਚਰ ਬੋਲਦਾ, ਮਿੱਟੀ ਬੋਲਦੀ ਹੈ, ਸੁੱਖ ਬੋਲਦਾ, ਦੁੱਖ ਬੋਲਦਾ ਹੈ ਪੰਜਾਬ ਦਾ। ਉਹ ਸੀਗਾ ਸਪੈਸ਼ਲੀ ਜਦੋਂ ਛੋਟੇ ਛੋਟੇ ਕੈਰੈਕਟਰ ਹੁੰਦੇ ਆ ਨਾ, ਬਹੁਤ ਛੋਟੇ, ਉਹਨਾਂ ਦੇ ਲਈ ਤਾਂ ਤੁਹਾਨੂੰ ਹੋਰ ਜ਼ਿਆਦਾ ਮੈਨੂੰ ਲੱਗਦਾ, ਵੱਡੇ ਤਾਂ ਚਾਹੀਦਾ ਹੀ ਹੈ। ਛੋਟੇ ਕੈਰੈਕਟਰਸ ਕੀ ਹੁੰਦਾ, ਜਿਹੜੇ ਛੋਟੇ ਐਕਟਰਸ ਨੇ, ਜਿਹੜਾ ਪਟਿਆਲੇ 'ਚ ਜਾਂ ਬਠਿੰਡੇ 'ਚ, ਮੋਗੇ 'ਚ ਛੋਟਾ ਛੋਟਾ ਥੀਏਟਰ ਕਰ ਰਿਹਾ, ਜਾਂ ਡਿਪਾਰਟਮੈਂਟ 'ਚ ਨਿਕਲ ਚੁੱਕੇ ਆ, ਬਹੁਤ ਜ਼ਿਆਦਾ ਕੰਮ ਨਹੀਂ ਕਰ ਰਹੇ, ਜਾਂ ਬਹੁਤ ਜ਼ਿਆਦਾ TV ਕਰ ਰਹੇ, ਜਿਹੜਾ ਉਹਨਾਂ ਨੂੰ ਬਹੁਤ ਜ਼ਿਆਦਾ ਸੈਟਿਸਫੈਕਸ਼ਨ ਨਹੀਂ ਦੇ ਰਿਹਾ, ਉਹਨਾਂ ਲਈ ਬਹੁਤ ਅੱਛਾ ਹੈ। ਪਰ ਉਹ ਬੰਬੇ ਨਹੀਂ ਜਾ ਸਕਦੇ। ਹਾਂਜੀ, ਬੰਬੇ ਜਾਣਾ ਉਹ ਇੱਕ ਅਲੱਗ ਜ਼ਿੰਦਗੀ ਹੈ, ਇੱਕ ਅਲੱਗ ਪ੍ਰੋਸੈਸ ਹੈ ਉੱਥੇ ਕੰਮ ਲੱਭਣ ਦਾ। ਅਤੇ ਆਈ ਥਿੰਕ ਇਹ ਤਾਂ ਬਹੁਤ ਹੀ ਬਿਊਟੀਫੁਲ ਚੀਜ਼ ਹੈ ਵੀ ਜੇ ਬੰਦਾ ਤੁਹਾਡੇ ਸ਼ਹਿਰ ਆ ਜਾਏ ਤੁਹਾਨੂੰ ਲੱਭਣ, ਅਤੇ ਤੁਹਾਨੂੰ ਕੰਮ ਵੀ ਦੇ ਦੇ, ਅਤੇ ਤੁਹਾਡੇ ਸ਼ਹਿਰ 'ਚ ਹੀ ਸ਼ੂਟਿੰਗ ਵੀ ਕਰ ਲਏ ਅਤੇ ਵਾਪਸ ਚਲਾ ਜਾਏ। ਅਤੇ ਇਹ ਸਟੋਰੀ 'ਤੇ ਡਿਪੈਂਡ ਕਰਦਾ ਮੈਨੂੰ ਲੱਗਦਾ ਕਿ, ਔਰ ਡਾਇਰੈਕਟਰ ਦੀ ਜਾਂ ਜੋ ਵੀ ਕ੍ਰੀਏਟਰਸ ਨੇ ਉਹਨਾਂ ਦੀ ਸਾਈਕੀ 'ਤੇ ਉਹ ਕੀ ਦਰਸਾਉਣਾ ਚਾਹੁੰਦੇ ਨੇ, ਉਹ ਕੈਰੈਕਟਰਸ ਕਿੱਦਾਂ ਦੇ ਲੈਣਾ ਚਾਹੁੰਦੇ। ਅਤੇ ਸਾਡੀ ਕੋਸ਼ਿਸ਼ ਵੀ ਸੀ ਕਿ ਜਿੰਨੇ ਵੀ ਬੰਬੇ ਦੇ ਆਪਾਂ ਆਰਟਿਸਟ ਵੀ ਲਏ, ਜਿੱਦਾਂ ਮਨੀਸ਼ ਚੌਧਰੀ ਜੋ ਕਿ ਪੌਲ ਦੇ ਫਾਦਰ ਦਾ ਰੋਲ ਕਰ ਰਹੇ ਆ, ਜਾਂ ਵਰੁਣ ਬਡੋਲਾ, ਇਹ ਦੋਨੋਂ ਹੀ ਪੰਜਾਬੀ ਨਹੀਂ ਨੇ, ਪਰ ਥੋੜ੍ਹੀ ਬਹੁਤ ਮਿਹਨਤ ਕਰਕੇ ਹੋ ਗਿਆ ਕੰਮ। ਸਾਨੂੰ ਲੱਗ ਰਿਹਾ ਸੀ ਲੁੱਕ ਬਹੁਤ ਅੱਛੀ ਹੈ ਇਹਨਾਂ ਦੀ, ਉਹਨਾਂ ਦੀ ਪਰਫਾਰਮੈਂਸ ਬਹੁਤ ਸੋਹਣੀ ਸੀ। ਨਹੀਂ, ਐਕਟਰ ਤੇ ਉਹ ਲਾਜਵਾਬ ਹੈ ਹੀ, ਪਰ ਜਰਾ ਜਿਹਾ ਉਹਨਾਂ ਨੂੰ ਜੇ ਪੰਜਾਬੀ ਰੰਗ ਦੇ ਦਿਓ, ਤੇ ਕਾਫੀ ਲੋਕਾਂ ਨੂੰ ਜਿੱਦਾਂ ਲੱਗਿਆ ਹੀ ਨਹੀਂ ਪੱਗ 'ਚ ਵੇਖ ਕੇ, ਯਾਰ ਅਸੀਂ ਇਹਨਾਂ ਲੋਕਾਂ ਨੂੰ ਬੜੇ ਸਾਲਾਂ ਤੋਂ ਵੇਖਦੇ ਆਏ ਹਾਂ TV 'ਚ। ਉਹ ਇੱਕ ਨਵੀਂ ਚੀਜ਼ ਸੀ ਲੋਕਾਂ ਲਈ। ਬਿਲਕੁਲ। ਤੇ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਕਿ ਪੰਜਾਬ ਦੇ, ਮੈਨੂੰ ਲੱਗਦਾ ਆਰਟਿਸਟ ਬਹੁਤ ਲਾਜਵਾਬ ਨੇ। ਤੇ ਜਿੰਨਾ ਵੀ ਤੁਸੀਂ ਪਟਿਆਲੇ 'ਚ, ਚੰਡੀਗੜ੍ਹ 'ਚ, ਹੋਰ ਵੀ ਜਗ੍ਹਾ ਮੈਂ ਦੇਖਿਆ, ਛੋਟੇ ਛੋਟੇ ਆਰਟਿਸਟ ਬਹੁਤ ਬਹੁਤ ਸੋਹਣਾ ਕੰਮ ਕਰ ਰਹੇ, ਬਸ ਉਹਨਾਂ ਨੂੰ ਜ਼ਰੂਰਤ ਹੈ ਕੁਛ ਦੇਣ ਦੀ, ਜੋ ਕਿ ਪੰਜਾਬੀ ਸਿਨੇਮਾ ਉਹਨਾਂ ਨੂੰ ਫॉर श्योर ਨਹੀਂ ਦੇ ਰਿਹਾ। ਮੈਨੂੰ ਲੱਗਦਾ ਕਿ ਕੁਝ ਹੋਰ ਹੋਣਾ ਚਾਹੀਦਾ ਹੈ। ਇੱਥੇ ਮੈਨੂੰ ਲੱਗਦਾ ਸੈਮੂਅਲ ਜੌਨ ਦੀ ਅਸੀਂ ਗੱਲ ਕਰ ਸਕਦੇ ਹਾਂ। ਬਿਲਕੁਲ ਬਿਲਕੁਲ ਬਿਲਕੁਲ। ਉਹਨਾਂ ਦੇ ਤਾਂ ਉਹ ਤਾਂ ਵੈਸੇ ਹੀ, ਮੈਂ ਤਾਂ ਕ੍ਰਾਂਤੀਕਾਰੀ ਨੇ, ਫਾਈਨੈਸਟ ਐਕਟਰਸ। ਹਾਂ, ਤੇ ਉਹਨਾਂ ਦਾ ਪ੍ਰੋਸੈਸ, ਉਹਨਾਂ ਨੇ ਦੇਖੋ, ਉਹਨਾਂ ਨੂੰ ਟਰੱਕ ਚਲਾਉਣਾ ਨਹੀਂ ਆਉਂਦਾ ਸੀ, ਉਹਨਾਂ ਨੇ ਸਿੱਖਿਆ ਇਸ ਰੋਲ ਲਈ। ਟਰੱਕ ਦੀ ਟ੍ਰੇਨਿੰਗ ਲਈ ਕਹਿੰਦਾ ਮੈਂ ਟਰੱਕ ਚਲਾਉਣਾ ਸਿੱਖ ਰਿਹਾ, ਟ੍ਰੇਨਿੰਗ ਲੈ ਕੇ ਪੂਰੀ, ਫਿਰ ਜਦੋਂ ਸ਼ੂਟ 'ਤੇ ਕਹਿੰਦਾ ਹੁਣ ਮੈਂ ਚਲਾਉਣਾ ਸਿੱਖ ਰਿਹਾ। ਇਹ ਇੱਕ ਹੁਣੇ ਬੰਬੇ ਰਹਿ ਕੇ ਬੰਦਾ ਸ਼ਾਇਦ ਬਹੁਤ ਮੁਸ਼ਕਿਲ ਹੋ ਜਾਂਦਾ ਕਰਨਾ, ਜਿਹਨੂੰ ਹਰ ਮਹੀਨੇ ਦੇ ਆਪਣੇ ਕਿਰਾਏ ਭਾੜੇ ਦੀ ਵੀ ਫਿਕਰ ਹੈ, ਅਤੇ ਨਾਲੇ ਇਹ ਵੀ ਫਿਕਰ ਹੈ ਮੈਂ ਕੰਮ ਲੱਭਣ ਜਾਵਾਂ। ਇਹ ਲਹਿਰੇ ਗੱਗੇ 'ਚ ਰਹਿ ਕੇ ਭਾਜੀ ਤਾਂ ਕਰ ਸਕਦੇ ਆ, ਅਤੇ ਬਹੁਤ ਵਧੀਆ ਗੱਲ ਹੈ, ਉਹ ਇੱਥੇ ਰਹਿੰਦੇ ਆ, ਉਹ ਸਾਂਭੀ ਬੈਠੇ ਆਪਣੇ ਅੰਦਰ ਪੰਜਾਬ, ਜਿੱਦਾਂ ਬਹੁਤ ਹੋਰ ਐਕਟਰ ਵੀ ਸਾਂਭੀ ਬੈਠੇ। ਉਹੀ ਫਰਕ ਹੁੰਦਾ ਜੇ ਬੰਦਾ ਇੱਥੇ ਜ਼ਮੀਨ ਨਾਲ ਜੁੜਿਆ ਹੋਏ ਨਾ, ਅਤੇ ਨਾਟਕ ਕਰਦਾ ਰਹੇ,
ਤੇ ਤੁਹਾਨੂੰ ਦੇਖ ਕੇ ਫਿਰ ਉਹ ਸ਼ਿੰਦਾ ਮੇਰੇ ਜਿੰਨਾ ਮੈਂ ਲਿਖਿਆ ਸੀ ਉਦੋਂ ਤੋਂ ਬਹੁਤ ਜ਼ਿਆਦਾ ਵੱਧ ਕੇ ਨਿਕਲ ਕੇ ਆਇਆ। ਹੂੰ। ਐਂਡ ਉਹਨਾਂ ਦੀ ਕਾਸਟਿੰਗ ਕਿਵੇਂ ਹੋਈ ਸੀਗੀ ਕਿ ਸ਼ਿੰਦੇ ਟਰੱਕ ਡਰਾਈਵਰ ਦੇ ਕੈਰੈਕਟਰ ਦੀ ਸੈਮੂਅਲ ਜੌਨ ਉਹਨਾਂ ਨੂੰ ਕਾਸਟ ਕੀਤਾ ਜਾਵੇ? ਉਹ ਨਿਕਿਤਾ ਜਿਹੜੀ ਸਾਡੀ ਇੱਕ ਕਾਸਟਿੰਗ ਅੱਛਾ। ਡਾਇਰੈਕਟਰ ਸੀਗੀ, ਉਹ ਉਹਨੇ ਬਹੁਤ ਅੱਛਾ ਕੰਮ ਕੀਤਾ। ਉਹਨੇ ਬਹੁਤ ਆਈ ਥਿੰਕ 3-4 ਮਹੀਨੇ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਮਿਲ ਕੇ ਬਹੁਤ ਸਾਰੇ ਐਕਟਰਸ ਨੂੰ ਕਾਸਟ ਕਰਕੇ, ਇੱਕ ਸੈਮੂਅਲ ਜੌਨ ਚਲੋ ਨੋਨ ਵੀ ਨੇ, ਮੈਂ ਤਾਂ ਉਹਨਾਂ ਨੂੰ ਦੇਖਿਆ ਸੀ ਅੰਨੇ ਘੋੜੇ ਦਾ ਦਾਨ 'ਚ ਵੀ। ਬਿਲਕੁਲ। ਤੇ ਜਦੋਂ ਕਿਸੇ ਨੇ ਨਾਂ ਲਿਆ ਫਿਰ ਮੈਂ ਪਹਿਲੇ ਮੇਰੇ ਦਿਮਾਗ 'ਚ ਵੀ ਨਹੀਂ ਸੀਗਾ ਲਿਖਣ। ਜਦੋਂ ਲਿਖ ਰਹੇ ਹੁੰਦੇ ਤੁਸੀਂ ਤੁਹਾਨੂੰ ਸ਼ਾਇਦ ਮੋਸਟਲੀ ਨਹੀਂ ਆਉਂਦਾ। ਮੇਰੇ ਦਿਮਾਗ 'ਚ ਮੇਰੇ ਕੈਰੈਕਟਰ ਸੀ ਜਿਨ੍ਹਾਂ ਨੂੰ ਮੈਂ ਦੇਖਿਆ ਹੈ ਨਾ, ਜਿਨ੍ਹਾਂ ਨੂੰ ਮੈਂ ਮਿਲਿਆ। ਪਰ ਹਮੇਸ਼ਾ ਅੱਛੀ ਚੀਜ਼ ਹੁੰਦੀ ਹੈ ਜੇ ਕੋਈ ਉਹਦੇ 'ਚ ਕੋਈ ਨਵਾਂਪਨ ਲੈ ਹੈ ਨਾ। ਮੇਰੇ ਦਿਮਾਗ 'ਚ ਇੱਕ 80 ਨੰਬਰ ਦੀ ਚੀਜ਼ ਹੈ, ਕੋਈ ਉਹਨੂੰ 200 ਕਰ ਦੇ ਤਾਂ ਉਹੀ ਸ਼ਾਇਦ ਕਾਸਟਿੰਗ ਨੇ ਕੀਤਾ ਕੋਰਾ ਲਈ। ਤੇ ਉਹ ਨਿਕਿਤਾ ਦੀ ਉਹ ਤੁਹਾਨੂੰ ਮਤਲਬ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ। ਉਹ ਲੈ ਕੇ ਆਈ ਹੈ ਇੰਨੇ ਸਾਰੇ ਕੈਰੈਕਟਰ ਤੇ ਉਹ ਕਿੰਨਾ ਕੁ ਉਹਨਾਂ ਨੇ ਸੋਹਣਾ ਕੀਤਾ। ਬਹੁਤ ਜ਼ਿਆਦਾ ਪਿਆਰ ਵੀ ਆਉਂਦਾ ਤੁਹਾਨੂੰ ਉਹਨਾਂ ਦੇ ਲਈ, ਨਹੀਂ ਵੀ ਆਉਂਦਾ ਕਈ ਵਾਰੀ। ਤੇ ਉਹ ਇੱਕ ਹੋਰ ਚੀਜ਼ ਸੀਗੀ ਜਿਹੜੀ ਮੈਂ ਕਰਨਾ ਚਾਹੁੰਦਾ ਸੀ। ਟਰੱਕ ਡਰਾਈਵਰ ਨੂੰ ਤੁਸੀਂ ਇੱਕੋ ਤਰੀਕੇ ਨਾਲ ਦੇਖਿਆ ਹਮੇਸ਼ਾ, ਹੈ ਨਾ। ਤੁਸੀਂ ਕੋਈ ਵੀ ਦਾਰਾ ਸਿੰਘ, ਪਰਿਚਿਤ ਸਾਨੀ, 4-5 ਇਹਨਾਂ ਨੂੰ ਟਰੱਕ ਡਰਾਈਵਰ ਬਣਾ ਕੇ ਤੇ ਪੰਜਾਬੀ ਗਾਣੇ ਚਲਾ ਕੇ ਆਪਾਂ ਦੇਖਿਆ। ਉਹਨਾਂ ਦੀ ਇੱਕ ਹੋਰ ਜ਼ਿੰਦਗੀ ਵੀ ਹੈ। ਟਰਾਂਸਪੋਰਟ ਨਗਰ ਕਿੱਦਾਂ ਚੱਲਦੇ ਹੈ, ਟਰਾਂਸਪੋਰਟ ਇਹ ਜਿਹੜੇ 2-2 3-3 ਮਹੀਨੇ ਘਰੋਂ ਦੂਰ ਰਹਿੰਦੇ ਆ, ਇਹਨਾਂ ਦੀ ਕੀ ਪ੍ਰੋਬਲਮਸ ਹੈ, ਕਿਹੜੀਆਂ ਇਹਨਾਂ ਦੀਆਂ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪਸ ਹੁੰਦੀਆਂ ਨੇ, ਵੋਟੀਆਂ ਦਾ ਕੀ ਦੁੱਖ ਹੈ ਇਹਨਾਂ ਦੀਆਂ, ਹੈ ਨਾ। ਤੇ ਉਹ ਉਹਨਾਂ ਨੂੰ ਹਮੇਸ਼ਾ ਅਸੀਂ ਬਹੁਤ ਹੀ ਫਨੀ ਤਰੀਕੇ ਨਾਲ ਪੇਸ਼ ਕਰਦੇ ਹਾਂ। ਪਰ ਜਾਂ ਇੰਨਾ ਇਨ ਡੈਪਥ ਜਾ ਕੇ ਨਹੀਂ ਅਸੀਂ ਦਿਖਾਉਂਦੇ। ਹਾਂ, ਉਹ ਕੋਸ਼ਿਸ਼ ਹੈ ਨਾ ਸੀ ਕਿ ਹਾਂ ਮਤਲਬ ਦਿਖਾਇਆ ਜਾਏ ਡਿਸਟੈਂਸ ਰਿਲੇਸ਼ਨਸ਼ਿਪ 'ਚ ਰਹਿਣਾ ਐਂਡ ਉਹਦੇ ਤੁਹਾਡੇ ਮੈਂਟਲੀ ਜਾਂ ਸਾਈਕੋਲੋਜੀਕਲੀ ਇਫੈਕਟ ਕੀ ਹੁੰਦੇ ਨੇ। ਉਹ ਐਕਟਿੰਗ ਤੇ ਵੀ ਡਿਪੈਂਡ ਕਰਦਾ। ਉਹਨਾਂ ਦੀ ਜੇ ਸ਼ਿੰਦੇ ਦੀ ਜਿਹਨਾਂ ਦੀ ਵਾਈਫ ਦਾ ਕੈਰੈਕਟਰ ਪਲੇ ਕੀਤਾ, ਉਹਨਾਂ ਦੇ ਕੋਲ ਇੱਕੋ ਹੀ ਸੀਨ ਸੀਗਾ ਇਹ ਦਿਖਾਉਣ ਲਈ ਕਿ ਮੇਰੀ ਕੀ ਪਰੇਸ਼ਾਨੀ ਹੈ। ਚਲੋ ਉਹ ਤਾਂ ਉਹ ਕੀ ਜ਼ਿੰਦਗੀ ਚਾਹੁੰਦਾ ਉਹ ਉਹਦੀ ਮਰਜ਼ੀ ਹੈ, ਪਰ ਮੈਂ ਕੀ ਕਰ ਰਹੀ ਹਾਂ ਉਹ ਤੁਸੀਂ ਦੇਖੋ। ਤੇ ਉਹ ਆ ਗਿਆ ਬਹੁਤ ਜ਼ਿਆਦਾ ਉਹਦੇ 'ਚ ਨਾ, ਮਤਲਬ ਇੱਦਾਂ ਆਪਾਂ ਦਿਮਾਗ ਵੀ ਨਹੀਂ ਲਾਇਆ ਸੱਚੀ ਦੱਸਾਂ ਕਿ ਬਹੁਤ ਜ਼ਿਆਦਾ ਆਪਾਂ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਸੀਨ ਨਾਲ ਆਪਾਂ ਇਹ ਕੁਝ ਕਹਿ ਦਾਂਗੇ। ਨਹੀਂ, ਇਸ ਸੀਨ ਦਾ ਕੈਰੈਕਟਰ ਦਾ ਕੀ ਦੁੱਖ ਹੈ, ਸੁੱਖ ਹੈ, ਕੀ ਚਾਹੁੰਦਾ ਆਰਗੈਨਿਕਲੀ ਹੁੰਦਾ ਗਿਆ ਹੁੰਦਾ ਸਬਕੌਂਸ਼ੀਅਸਲੀ ਤੁਹਾਡੇ ਸ਼ਾਇਦ ਅੰਦਰ ਹੁੰਦਾ। ਮੇਰੇ ਅੰਦਰ ਪੰਜਾਬ ਦਾ ਜਿੰਨਾ ਵੀ ਮਸਾਲਾ ਕਹਿ ਲਓ ਸਬਕੌਂਸ਼ੀਅਸਲੀ ਸੀਗਾ। ਉਹ ਮੈਂ ਇਹ ਨਹੀਂ ਕੋਸ਼ਿਸ਼ ਕਰ ਰਿਹਾ ਸੀ ਕਿ ਇਹਨੂੰ ਕੋਈ ਇੱਦਾਂ ਤਰੀਕੇ ਨਾਲ ਦਿਖਾਇਆ ਜਾਏ ਕਿ ਲੋਕੀ ਕਹਿਣਗੇ ਵਾਹ ਜੀ ਚੇਂਜ ਕਰਤਾ ਤੁਸੀਂ। ਚੇਂਜ ਕਰਨ ਦੀ ਕੋਈ ਕੋਸ਼ਿਸ਼ ਨਹੀਂ ਸੀ, ਸਿਰਫ ਇੱਕ ਰਿਫਲੈਕਸ਼ਨ ਸੀਗੀ ਪੰਜਾਬ ਦੀ ਜਿਹੜੀ ਮੈਂ ਚਾਹੁੰਦਾ ਸੀ ਕਿ ਮੈਂ ਦਿਖਾਉਣਾ ਚਾਹੁੰਦਾ ਸੀ। ਉਹ ਬਹੁਤ ਸਬਜੈਕਟਿਵ ਮੈਟਰ ਸੀ ਵੈਸੇ ਵੀ ਕਿ ਤੁਹਾਨੂੰ ਲੱਗਿਆ ਕਿ ਅਸੀਂ ਇੱਕ ਕ੍ਰੀਏਟਰ ਦੇ ਤੌਰ 'ਤੇ ਮੈਂ, ਡਿਗੀ, ਸੁਦੀਪ ਇਹਨਾਂ ਦੀ ਇੱਕ ਸੀਗੀ ਕਿ ਇਸ ਜਿੱਦਾਂ ਦਾ ਇਹ ਹੈਗਾ ਨਾ ਉਹਨੂੰ ਉੱਦਾਂ ਦਾ ਹੀ ਦਿਖਾਓ। ਇਹਦੇ 'ਚ ਕੁਝ ਜ਼ਿਆਦਾ ਮੇਕਅਪ ਨਾ ਲਾਓ। ਐਕਚੁਅਲੀ ਮੇਕਅਪ ਅਸੀਂ ਵੈਸੇ ਵੀ ਦੇਖੋ ਕਾਫੀ ਘੱਟ ਯੂਜ਼ ਕੀਤਾ। ਹਾਂ, ਤੇ ਇਸੇ ਕਰਕੇ ਮੇਰੀ ਇੱਕ ਫਰੈਂਡ ਆ, ਸ਼ਾਇਦ ਉਹਨਾਂ ਨੇ ਇਸ ਤੇ ਲਿਖਿਆ ਵੀ ਸੀ, ਤੁਸੀਂ ਜ਼ਿਕਰ ਵੀ ਕੀਤਾ ਸੀਗਾ, ਦਮਨਜੀਤ। ਤੂੰ ਕਹਿੰਦੇ ਨੇ ਕਿ ਮੈਨੂੰ ਸਭ ਤੋਂ ਜਿਹੜੀ ਗੱਲ ਪਸੰਦ ਆਈ ਆ ਕੋਰਾ ਦੀ ਇਹ ਸੀਗਾ ਕਿ ਸਾਨੂੰ ਰੌ ਪੰਜਾਬ ਦਿਸਿਆ ਇਹਦੇ ਵਿੱਚ, ਜੋ ਐਕਚੁਅਲ ਦੇ ਵਿੱਚ ਅਸੀਂ ਦੇਖਦੇ ਹਾਂ, ਨਾ ਕਿ ਉਹ ਡੈਕੋਰੇਟਡ ਪੰਜਾਬ ਜਿਹੜਾ ਕਿ ਕਈ ਵਾਰੀ ਸਿਨੇਮੇ ਦਾ ਜਾਂ ਗਾਣਿਆਂ ਦਾ ਹਿੱਸਾ ਹੁੰਦਾ ਆ। ਐਂਡ ਸਭ ਤੋਂ ਖੁਸ਼ੀ ਕਹਿੰਦੇ ਇਸ ਗੱਲ ਦੀ ਸੀ ਕਿ ਕੋਰਾ ਦੇ ਵਿੱਚ ਸਾਨੂੰ ਉਹ ਜਿਹੜਾ ਰੌ ਪੰਜਾਬ ਦੇਖਣ ਨੂੰ ਮਿਲਿਆ, ਜਿਹੜਾ ਅਸਲ ਦੇ ਵਿੱਚ ਹੈ ਇਦਾਂ ਦਾ ਹੀ ਆ ਤੇ ਉਹਦੇ ਕਿਰਦਾਰ ਵੀ ਉਦਾਂ ਦੇ ਹੀ ਨੇਗੇ, ਹੈ ਨਾ। ਉਹ ਹਾਂ ਹਾਂਜੀ, ਮੈਂ ਕਿਹਾ ਜੀ ਇੱਕ ਪੰਜਾਬ ਤੇ ਪੰਜਾਬ ਦੀ ਇਮੇਜ, ਇਹ ਦੋ ਬਹੁਤ ਅਲੱਗ ਚੀਜ਼ਾਂ ਨੇ। ਪੰਜਾਬ ਦੀ ਇਮੇਜ ਜਿਹੜੀ ਬਣੀ ਹੋਈ ਹੈ, ਲੱਗਦਾ ਕਿ ਬਸ ਇੱਥੇ ਤਾਂ ਸਰਸੋਂ ਹੀ ਹੁੰਦੀ ਹੈ ਤੇ ਸ਼ਾਇਦ ਸਰਸੋਂ ਕੱਟਦੀ ਨਹੀਂ। ਸਰਸੋਂ ਸ਼ਾਇਦ 12 ਮਾਹ ਉਹ ਲੱਗੀ ਰਹਿੰਦੀ ਹੈ। ਪੂਰਾ ਪੰਜਾਬ ਜਿੱਦਾਂ ਪੀਲਾ ਹੀ ਹੈ ਤੇ ਉਹਦੇ ਵਿੱਚ ਨਾ ਪਰਾਂਦਾ ਪਾ ਕੇ ਤਾਂ ਫੁਲਕਾਰੀ ਲੈ ਕੇ ਕੁੜੀਆਂ ਨੱਚਦੀਆਂ ਟੱਪਦੀਆਂ ਰਹਿੰਦੀਆਂ, ਇਹੀ ਹੁੰਦਾ। ਉਹ ਪੰਜਾਬ ਦੀ ਇਮੇਜ ਹੈ, ਬਿਲਕੁਲ ਉਹ ਪੰਜਾਬ ਨਹੀਂ। ਉਹ ਇਮੇਜ ਬਹੁਤ ਫਰਕ ਹੈ। ਉਹ ਇਮੇਜ ਹਾਈ ਟਾਈਮ ਕਿ ਅਸੀਂ ਉਹ ਇਮੇਜ ਨੂੰ ਨਾ ਤੋੜ ਦਈਏ ਤੇ ਪੰਜਾਬ ਨੂੰ ਇਦਾਂ ਦਿਖਾਈਏ ਕਿ ਜਿਹੜਾ ਪੰਜਾਬ ਜਿੱਦਾਂ ਦਾ ਹੈਗਾ। ਹਾਂ, ਐਂਡ ਜਦੋਂ ਅਨੁਪਮਾ ਚੋਪੜਾ ਸੁਵਿੰਦਰ ਵਿੱਕੀ ਨੂੰ ਇੰਟਰਵਿਊ ਕਰਦੇ ਨੇ ਤਾਂ ਉਹ ਸਿਰਫ ਉਹਨਾਂ ਦੇ ਕਰੈਕਟਰ ਤੇ ਗੱਲ ਕਰਦੇ ਨੇ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਸਿਰਫ ਬਲਵੀਰ ਸਿੰਘ ਦਾ ਹੀ ਕਰੈਕਟਰ ਉਹ ਨਹੀਂ ਸੀਗਾ, ਫਿਲਮ ਦੇ
ਸੀਰੀਜ਼ ਦੇ ਕਿੰਨੇ ਹੀ ਕੈਰੈਕਟਰ ਇਦਾਂ ਦੇ ਸੀਗੇ ਜਿਹੜੇ ਕਿ ਸ਼ਾਇਦ ਗਲਤ ਹੁੰਦੇ ਵੀ ਨੇ ਬਟ ਤੁਹਾਨੂੰ ਸਿੰਪਥੀ ਵੀ ਆਉਂਦੀ ਆ ਉਹਨਾਂ ਦੇ ਨਾਲ, ਹੈ ਨਾ। ਜਿੱਦਾਂ ਪੌਲ ਦੇ ਜਿਹੜਾ ਕਜ਼ਨ ਦਾ ਕੈਰੈਕਟਰ ਸੀਗਾ, ਉਹਦੇ ਨਾਲ ਵੀ ਉਹਨੇ ਗਲਤ ਕੀਤਾ ਪਰ ਫਿਰ ਵੀ ਤੁਹਾਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਵੀ ਬਹੁਤ ਕੁਝ ਗਲਤ ਹੋਇਆ, ਇਹਨੂੰ ਸਮਝਿਆ ਹੀ ਨਹੀਂ ਗਿਆ, ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਵੀ ਕੁਝ ਵੀ ਬਲੈਕ ਐਂਡ ਵਾਈਟ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਨਾ, ਇਹ ਆਪਣੇ ਇੱਧਰ ਸਿਨੇਮਾ 'ਚ ਜਾਂ ਫਿਰ ਤੁਸੀਂ ਕਹਿ ਲਓ ਕਿ OTT ਵਰਲਡ ਦੇ ਵਿੱਚ ਹਲੇ ਤਾਂ ਬਹੁਤ ਘੱਟ ਦੇਖਣ ਨੂੰ ਮਿਲਦਾ ਆ। ਪਰ ਜਦੋਂ ਅਸੀਂ ਵਰਲਡ ਸਿਨੇਮਾ ਦੇਖਦੇ ਹਾਂ ਜਾਂ ਅਸੀਂ ਕੋਈ ਹਾਲੀਵੁੱਡ ਦੀ ਕੋਈ ਸੀਰੀਜ਼ ਦੇਖਦੇ ਹਾਂ, ਉੱਥੇ ਅਸੀਂ ਇਹ ਚੀਜ਼ਾਂ ਦੇਖਦੇ ਹੁੰਦੇ ਸੀਗੇ ਕਿ ਕੁਝ ਵੀ ਬਲੈਕ ਐਂਡ ਵਾਈਟ ਨਹੀਂ ਹੈ, ਜਿਹੜਾ ਕਿ ਇਸ ਪੂਰੀ ਸੀਰੀਜ਼ ਦੇ ਵਿੱਚ, ਪੂਰੀ ਫਿਲਮ ਦੇ ਵਿੱਚ ਇੱਕ ਵਿਲਨ ਨੈਗੇਟਿਵ ਕੈਰੈਕਟਰ ਹੈ, ਉਹਦੇ ਨਾਲ ਵੀ ਆਡੀਅנס ਨੂੰ ਸਿੰਪਥੀ ਹੁੰਦੀ ਹੈ ਤੇ ਉਹਨਾਂ ਦੀ ਨਜ਼ਰ 'ਚ ਉਹੀ ਹੀਰੋ ਹੈ ਨਾ। ਐਂਡ ਇਹਦੇ ਕੈਰੈਕਟਰ ਵੀ ਬਹੁਤ ਸਾਰੇ ਕੈਰੈਕਟਰ ਇੱਦਾਂ ਦੇ ਸੀਗੇ ਕਿ ਜਿਹੜੇ ਗਲਤ ਵੀ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਇਹ ਠੀਕ ਵੀ ਆ, ਇਹਦੇ ਨਾਲ ਇੱਦਾਂ ਹੋਇਆ। ਜਿਵੇਂ ਬਲਬੀਰ ਸਿੰਘ ਉਹਨਾਂ ਦੀ ਜਿਹੜੀ ਬੇਟੀ ਦਾ ਕੈਰੈਕਟਰ ਆ ਕਿ ਉਹ ਐਕਸਟਰਾ ਮੈਰਿਟਲ ਅਫੇਅਰ ਦੇ ਵਿੱਚ ਕਿਉਂ ਜਾਂਦੀ ਆ ਜਾਂ ਆਪਣੇ ਹਸਬੈਂਡ ਤੋਂ ਕਿਉਂ ਨਹੀਂ ਖੁਸ਼ ਹੈਗੀ, ਕਿਉਂਕਿ ਉਹਦੀ ਬੈਕਗਰਾਊਂਡ ਉਹਨੂੰ ਉੱਦਾਂ ਦਾ ਦਿੱਤਾ ਗਿਆ ਨਾ। ਸੋ ਰੀਜ਼ਨ ਵੀ ਦਿਖਾਏ ਗਏ ਨੇਗੇ। ਸੋ ਇਹ ਤੁਹਾਡੀ ਕੌਨਸ਼ੀਅਸਲੀ ਐਫਰਟ ਸੀਗੀ ਕਿ ਕੁਝ ਵੀ ਬਲੈਕ ਐਂਡ ਵਾਈਟ ਨਾ ਹੋਵੇ, ਹਾਲਾਂਕਿ ਤੁਸੀਂ ਇਸ ਗੱਲ ਦਾ ਜ਼ਿਕਰ ਵੀ ਕਰਦੇ ਹੋ ਕਿ ਕੁਝ ਵੀ ਬਲੈਕ ਐਂਡ ਵਾਈਟ ਨਹੀਂ ਹੁੰਦਾ। ਵੈਸੇ ਵੀ ਆਈ ਥਿੰਕ ਰੀਅਲ ਲਾਈਫ 'ਚ ਵੀ ਨਾ ਅਸੀਂ ਸਿਨੇਮਾ ਦੇ ਜਿਹੜੇ ਪਾਤਰਾਂ ਨੂੰ ਨਾ ਇਹ ਦੋ ਪ੍ਰੋਬਲਮ ਨੇ। ਇੱਕ ਪ੍ਰੋਬਲਮ ਹੈ ਕਿ ਜਿਹੜਾ ਸਟਾਰ ਉਹਨੂੰ ਪਲੇ ਕਰਦਾ ਉਹਨੂੰ ਵੀ ਗ੍ਰੇ ਨਹੀਂ ਪਲੇ ਕਰਨਾ, ਬਿਲਕੁਲ ਉਹਨੂੰ ਵੀ ਚੰਗਾ ਰਹਿਣਾ ਬਈ ਮੇਰੀ ਇਮੇਜ ਬਣੀ ਰਹੇ। ਤੇ ਨਾਲੇ ਜਿਹੜਾ ਕੈਰੈਕਟਰ ਲਿਖਣ ਵਾਲਾ ਉਹਨੂੰ ਵੀ ਹਮੇਸ਼ਾ ਇਹ ਲੱਗਦਾ ਕਿ ਇੱਕ ਨਾ ਤਿਆਰੀ ਉੱਦਾਂ ਦੀ ਹੋਈ ਹੈ, ਪ੍ਰੈਕਟਿਸ ਕਾਫੀ ਸ਼ਾਇਦ ਪੰਜਾਬੀ ਸਿਨੇਮਾ ਦੀ ਜ਼ਿਆਦਾ ਹੈ ਉੱਦਾਂ ਦੀ, ਜਿੱਥੇ ਆਪਾਂ ਨਹੀਂ ਦੇਖਦੇ ਹੈ ਨਾ ਕਿ ਜੇ ਪ੍ਰੋਫੈਸਰ ਦਾ ਜਾਂ ਸਕੂਲ ਟੀਚਰ ਦਾ ਕੈਰੈਕਟਰ ਤੇ ਉਹ ਚੰਗਾ ਹੀ ਰਹਿਣਾ, ਚੰਗਾ ਹੀ ਹੋਊਗਾ, ਤੇ ਆਈਡੀਅਲ ਹੀ ਹੋਊਗਾ। ਹਾਂ, ਉਹ ਮੱਤ ਹੀ ਦਿੰਦਾ ਰਹਿੰਦਾ ਲੋਕਾਂ ਨੂੰ, ਉਹਨੂੰ ਕਦੀ ਕੋਈ ਮੱਤ ਹੀ ਨਹੀਂ ਦੇ ਸਕਦਾ ਨਾ, ਉਹਨੂੰ ਕੋਈ ਅਮਲੀ ਵੀ ਮੱਤ ਦੇ ਸਕਦਾ, ਇਦਾਂ ਦੀ ਕੋਈ ਗੱਲ ਨਹੀਂ। ਪਰ ਉਹ ਕੌਨਸ਼ੀਅਸ ਐਫਰਟ ਸੀਗੀ ਥੋੜੀ ਜੀ, ਇੱਕ ਥੋੜੇ ਟਾਈਮ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਹੋ ਗਈ ਜਦੋਂ ਆਪਾਂ ਰੀਅਲਾਈਜ਼ ਕਰ ਲਿਆ ਹੈ ਨਾ ਕਿ ਸਪੈਸ਼ਲੀ ਜਦੋਂ ਸੁਦੀਪ ਭਾਜੀ ਉਹਨਾਂ ਨੂੰ ਆਪਾਂ ਦਿੱਤੀ ਪੜ੍ਹਨ ਨੂੰ, ਤਾਂ ਉਹਨਾਂ ਨੇ ਵੀ ਇੱਕ ਅੱਛਾ ਡੀਕਨਸਟਰਕਸ਼ਨ ਸਾਡੇ ਉਹਦਾ ਕੀਤਾ ਕਿ ਯਾਰ ਜਿਸ ਜ਼ੋਨ 'ਚ ਤੁਸੀਂ ਲੈ ਕੇ ਆਏ ਨਾ, ਇਹ ਜ਼ੋਨ ਬਹੁਤ ਵਧੀਆ ਹੈ, ਇਹਦੇ ਵਿੱਚ ਹੋਰ ਵੀ ਬਹੁਤ ਕੁਝ ਹੋ ਸਕਦਾ ਇਹਦੇ 'ਚ। ਅਤੇ ਕੋਸ਼ਿਸ਼ ਹੋਈ ਸੀ ਕਿ ਸ਼ਾਇਦ ਅਗਰ ਤੁਸੀਂ ਜਨਰਲੀ ਦੇਖੋਗੇ ਤਾਂ ਜਿੱਦਾਂ ਬਲਬੀਰ ਸਿੰਘ ਦੀ ਜਿਹੜੀ ਬੇਟੀ ਦਾ ਨਿਮਰਤ ਦਾ ਕੈਰੈਕਟਰ ਹੈ, ਜਨਰਲੀ ਪੰਜਾਬ 'ਚ ਤੁਸੀਂ ਦੇਖੋਗੇ ਤਾਂ ਕੁੜੀਆਂ ਦਾ ਕੈਰੈਕਟਰ ਬਹੁਤ ਜ਼ਿਆਦਾ ਕੇਸਿਸ ਇੱਦਾਂ ਦੇ ਹੁੰਦੇ ਜਿੱਥੇ ਲੜਕੇ ਵਾਲੇ ਦਹੇਜ ਦਾ ਕੇਸ ਪਾ ਦਿੰਦੇ ਆ, ਜਾਂ ਮਾਰਦਾ ਕੁੱਟਦਾ ਘਰ ਵਾਲਾ, ਜਾਂ ਉਹ ਕਮਾਉਂਦਾ ਨਹੀਂ, ਜਾਂ ਇੱਦਾਂ ਦੇ ਬਹੁਤ ਜ਼ਿਆਦਾ ਕੇਸਿਸ ਉੱਦਾਂ ਦੇ ਹੁੰਦੇ। ਅਸੀਂ ਨਹੀਂ ਚਾਹੁੰਦੇ ਸੀ ਕਿ ਵੀ ਇੱਦਾਂ ਦਾ ਕੁਝ ਹੋਏ, ਅਸੀਂ ਚਾਹੁੰਦੇ ਕਿ ਇਹ ਵੀ ਥੋੜ੍ਹਾ ਜਿਹਾ ਗ੍ਰੇ ਹੋਏ। ਇਹ ਕੁੜੀ ਜਿਹੜੀ ਹੈ ਉਹ ਸ਼ਾਇਦ ਉਹ ਇੰਨਾ ਕੁ ਸਿੰਪਲ ਬੰਦਾ ਨਹੀਂ ਚਾਹੁੰਦੀ, ਉਹ ਸ਼ਾਇਦ ਇੱਕ ਹੋਰ ਆਪਣੇ ਪਿਓ ਦਾ ਪਰਛਾਵਾਂ ਨਹੀਂ ਚਾਹੁੰਦੀ ਆਪਣੀ ਲਾਈਫ 'ਚ। ਉਹ ਕਹਿੰਦੀ ਵੀ ਹੈ ਕਿ ਤੁਸੀਂ ਇੱਕ ਦੂਜੇ ਦੀ ਕਾਪੀ ਹੋ। ਉਹ ਇਹਦਾ ਇਹ ਮਤਲਬ ਨਹੀਂ ਜਿਹੜਾ ਰਮਨ ਦਾ ਕੈਰੈਕਟਰ ਉਹਦਾ ਹਸਬੈਂਡ ਪਲੇ ਕਰ ਰਿਹਾ ਉਹਦੇ 'ਚ ਕੋਈ ਖਰਾਬੀ ਹੈ, ਇਹ ਉਹਦੀ ਮੰਗ ਹੈ, ਠੀਕ ਹੈ ਜਾਂ ਨਹੀਂ ਹੈ ਉਹ ਮੈਂ ਨਹੀਂ ਕਹਿ ਰਿਹਾ, ਇਹ ਕੈਰੈਕਟਰ ਦੀ ਮੰਗ ਹੈ। ਹੁਣ ਤੁਸੀਂ ਇਹਦੇ ਨਾਲ ਕਿੰਨਾ ਕੁ ਰਿਲੇਟ ਕਰਦੇ ਹੋ ਉਹ ਤੁਹਾਨੂੰ ਦੇਖਣਾ। ਉਹ ਹਮੇਸ਼ਾ ਹੀ ਇਹ ਕੌਨਸ਼ੀਅਸ ਐਫਰਟ ਰਹੀ ਕਿ ਆਪਾਂ ਕੈਰੈਕਟਰ ਨੂੰ ਨਾ ਆਪ ਵੀ ਨਾ ਉਹਨਾਂ ਨੂੰ ਜੱਜ ਕਰੀਏ, ਸਕ੍ਰਿਪਟ 'ਚ ਵੀ ਨਾ ਕਰੀਏ ਅਤੇ ਨਾਲੇ ਦਿਖਾਉਣ 'ਚ ਵੀ ਨਾ ਕਰੀਏ, ਨਾ ਹੀ ਐਕਟਰ ਨੂੰ ਕਹੀਏ ਕਿ ਤੁਸੀਂ ਉਹਨੂੰ ਜੱਜ ਕਰੋ, ਜੋ ਐਕਟਰ ਨੇ ਵੀ ਬਹੁਤ ਵਧੀਆ ਕੀਤਾ। ਮੈਨੂੰ ਲੱਗਦਾ ਕਿ ਨਿਮਰਤ ਦਾ ਕਰੈਕਟਰ ਡਿਫਾਈਨ ਕਰਨ ਦੇ ਲਈ ਉਹ ਕਾਲ ਵੀ ਬਹੁਤ ਇੰਪੋਰਟੈਂਟ ਸੀ, ਜਿਹੜੀ ਉਹਦੀ ਫਰੈਂਡ ਦੀ ਇੱਕ ਵੀਡੀਓ ਕਾਲ ਉਹਨੂੰ ਆਉਂਦੀ ਹੈ ਅਤੇ ਉਹ ਦਿਖਾਉਂਦੀ ਹੈ ਕਿ ਮੈਂ ਉਹ ਇੱਦਾਂ ਦੀ ਦੱਸ, ਐਂਡ ਉਹ ਕਾਲ ਅਟੈਂਡ ਕਰਨ ਤੋਂ ਪਹਿਲਾਂ ਆਪਣੇ ਵਾਲ ਵੂਲ ਸਹੀ ਕਰਕੇ ਰੱਖਦੀ ਆ, ਆਪਣੇ ਆਪ ਨੂੰ ਸੰਵਾਰਦੀ ਆ ਕਿ ਉਹਨੂੰ ਇਹ ਨਾ ਲੱਗੇ ਕਿ ਇਹ ਕਿਹੋ ਜਿਹੀ ਜ਼ਿੰਦਗੀ 'ਚ ਆ ਅਤੇ ਮੈਂ ਕਿਹੋ ਜਿਹੀ ਜ਼ਿੰਦਗੀ 'ਚ ਆ ਨਾ। ਮੈਨੂੰ ਲੱਗਦਾ ਕਿ ਉਹ ਛੋਟੀ ਜਿਹੀ ਕਾਲ ਵੀ ਬਹੁਤ ਇੰਪੋਰਟੈਂਟ ਸੀਗੀ ਉਸ ਸੀਰੀਜ਼ ਦੇ ਵਿੱਚ, ਹੈ ਨਾ। ਬਹੁਤ ਜ਼ਿਆਦਾ ਉਹ ਇੱਦਾਂ ਵੀ ਕੀਤਾ ਗਿਆ ਕਿ ਪੰਜਾਬ 'ਚ ਨਾ ਕੁਝ ਵੀ ਹੋ ਸਕਦਾ, ਠੀਕ ਹੈ। ਇੱਕ ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਦੋ ਕੁੜੀਆਂ ਬਠਿੰਡੇ ਦੇ ਕਿਸੇ ਕਾਲਜ 'ਚੋਂ ਨਿਕਲੀਆਂ, ਸੇਮ ਬੈਕਗਰਾਊਂਡ, ਸੇਮ ਲੋਅਰ ਮਿਡਲ ਕਲਾਸ, ਸੇਮ ਕੋਰਸ ਪੜ੍ਹਦੀਆਂ ਹੈ ਨਾ। ਇੱਕ ਨੂੰ ਕੋਈ ਸਰਕਾਰੀ ਬੰਦੇ ਨਾਲ ਰਿਸ਼ਤਾ ਆ ਜਾਂਦਾ, ਉਹਦੀ ਕੋਈ ਉਹਦੇ 'ਚ ਸੇ ਨਹੀਂ ਹੈਗੀ, ਉਹਦਾ ਵਿਆਹ ਹੋ ਜਾਂਦਾ। ਬਿਲਕੁਲ। ਉਹਦੀ ਜਿਹੜੀ ਦੋਸਤ ਹੈ ਉਹ ਸ਼ਾਇਦ ਉਹਦਾ ਭਰਾ ਕੈਨੇਡਾ ਪੜ੍ਹਦਾ, ਉਹ ਪੋਸਟ ਗ੍ਰੈਜੂਏਟ ਕਰਨ ਉੱਥੇ ਚਲੀ ਜਾਂਦੀ ਹੈ। ਮੈਂ ਨਹੀਂ ਕਹਿ ਰਿਹਾ ਕਿ ਜਿਹੜੇ ਵੀ ਕੈਨੇਡਾ ਜਾਂਦੇ ਉਹਨਾਂ ਦੀ ਜ਼ਿੰਦਗੀ ਬੈਟਰ ਹੋ ਜਾਂਦੀ ਹੈ, ਪਰ ਮੈਂ ਕਹਿ ਰਿਹਾ ਕਿ ਪਰ ਸਾਨੂੰ ਇੱਥੋਂ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਬੈਟਰ, ਉਹ ਵੀ ਬੈਟਰ ਹੈ। ਨਾਲੇ ਪੰਜਾਬ ਇੱਕ ਇੱਦਾਂ ਦੀ ਜਗ੍ਹਾ ਜਿੱਥੇ 6 ਮਹੀਨੇ 'ਚ ਜ਼ਿੰਦਗੀ ਬਦਲ ਸਕਦੀ ਹੈ। ਬਿਲਕੁਲ।
ਕੱਲ ਤੁਸੀਂ ਕੋਈ ਕੁੜੀ ਹੈ ਜਿਹੜੀ 22 23 24 25 ਸਾਲਾਂ ਦੀ ਹੈ, ਉਹਦਾ ਵਿਆਹ ਬਿਨਾਂ ਉਹਦੀ ਮਰਜ਼ੀ ਦੇ, ਜਾਂ ਬਿਨਾਂ ਉਹਦੀ ਮਰਜ਼ੀ ਦੇ, ਉਹ ਵੀ ਇੱਕ ਕਾਈਂਡ ਆਫ ਜ਼ਬਰਦਸਤੀ ਹੈ। ਤੁਸੀਂ ਪੁੱਛ ਹੀ ਨਹੀਂ ਰਹੇ ਤਾਂ ਫਿਰ ਉਹਦੀ ਕਿਹੜੀ ਮਰਜ਼ੀ? ਤੁਸੀਂ ਇਹ ਮੁੰਡਾ ਜਾਣਦਾ ਸਾਨੂੰ, ਇਹਦਾ ਗੋਤ ਇਹ ਹੈ, ਬਿਲਕੁਲ, ਤੇ ਇਹ ਸਰਕਾਰੀ ਦਫ਼ਤਰ 'ਚ ਨੌਕਰੀ ਕਰਦਾ ਹੈ, ਮਾਪੇ ਦੇ ਰਿਟਾਇਰ ਨੇ, ਉਹਨਾਂ ਦੇ ਕੋਲ ਪੈਸਾ PF ਦਾ, ਇੱਦਾਂ ਦਾ ਕੋਈ ਹੈ ਨਾ ਵਧੀਆ ਜਿਹਾ ਰਿਸ਼ਤਾ ਤੁਸੀਂ ਇੱਕ ਬਣਾ ਕੇ ਦੇ ਦਿਓ। ਫਿਰ ਕੁੜੀ ਦੀ ਕੀ ਸੇਹ ਹੈ ਉਹਦੇ 'ਚ ਕਿ ਮੈਂ ਇੱਦਾਂ ਦਾ ਮੁੰਡਾ ਚਾਹੁੰਦੀ ਆ ਨਹੀਂ ਚਾਹੁੰਦੀ, ਜਾਂ ਇਹ ਕਿੱਦਾਂ ਦਿਸਦਾ, ਮੈਨੂੰ ਲੰਬਾ ਬੰਦਾ ਚਾਹੀਦਾ, ਇਹ ਛੋਟਾ ਹੈ, ਮੋਢਾ ਚਾਹੀਦਾ ਹੈ, ਉਹਦੀ ਕੋਈ ਸੇਹ ਨਹੀਂ ਬਚਦੀ। ਤੇ ਉਹ ਜ਼ਬਰਦਸਤੀ ਹੀ ਹੈ ਇੱਕ ਤਰੀਕੇ ਦੀ। ਨਾਲੇ ਇੱਥੇ ਜੇ ਉਹ ਚੀਜ਼ ਨਾਲ ਲੜ ਕੇ ਸ਼ਾਇਦ ਜ਼ਿਆਦਾ ਪੜ੍ਹਾਈ ਕਰ ਜਾਏ। ਨਿਮਰਤ ਦਾ ਕੈਰੈਕਟਰ ਉੱਥੋਂ ਹੀ ਨਿਕਲ ਕੇ ਆਇਆ ਸੀ, ਉਹ ਕਹਿੰਦੀ ਸੀ ਮੈਂ ਪੜ੍ਹ ਸਕਦੀ, ਮੈਂ ਪੜ੍ਹਨਾ ਚਾਹੁੰਦੀ ਸੀ। ਤੇ ਉਹ ਪੰਜਾਬ 'ਚ ਬਹੁਤ ਜ਼ਿਆਦਾ ਹੋ ਸਕਦਾ। ਮੈਨੂੰ ਲੱਗਦਾ ਪੰਜਾਬ ਦੀ ਕੁੜੀਆਂ ਜਿਹੜੀ ਬਿਲਕੁਲ ਗ੍ਰੈਜੂਏਟ ਹੋ ਕੇ ਨਿਕਲਦੀਆਂ ਨਾ, ਉਹ ਮੇਕ ਔਰ ਬ੍ਰੇਕ ਟਾਈਮ ਹੁੰਦਾ ਹੈ ਨਾ। ਜਾਂ ਤਾਂ ਤੁਸੀਂ ਹੋਰ ਪੜ੍ਹ ਜਾਓ, ਕਿਸੇ ਕੰਮ 'ਚ ਲੱਗ ਜਾਓ, ਜਾਂ ਤੁਸੀਂ ਵਿਆਹ ਕਰਾ ਕੇ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਗਲੇ 10 ਸਾਲ 2 ਬੱਚੇ ਤੇ ਕਿੱਦਾਂ ਨਿਕਲ ਗਏ ਸੇਵਾ ਕਰਦੇ ਕਰਦੇ, ਹੈ ਨਾ, ਜਿਨ੍ਹਾਂ ਦੀ ਵੀ ਮਤਲਬ। ਔਰ ਇੱਦਾਂ ਨਹੀਂ, ਕਾਫੀ ਸਾਰੀ ਕੁੜੀਆਂ ਨੂੰ ਇਹ ਲਾਈਫ ਚਾਹੀਦੀ ਹੈ ਜਿਹੜੀਆਂ ਕਿ ਬਹੁਤ ਖੁਸ਼ ਨੇ ਇਸ ਲਾਈਫ 'ਚ ਵੀ ਯਾਰ ਮੈਂ ਹਾਊਸਵਾਈਫ ਬਣਨਾ, ਮੈਂ ਮਾਂ ਵੀ ਬਣਨਾ ਚਾਹੁੰਦੀ ਹਾਂ, ਮੈਨੂੰ ਉਹ ਸਾਰੇ ਸੁੱਖ ਚਾਹੀਦੇ। ਪਰ ਮੈਂ ਕਹਿ ਰਿਹਾ ਕਿ ਕਾਫੀ ਸਾਰੀ ਇੱਦਾਂ ਦੀ ਵੀ ਹੈਗੀਆਂ ਜਿਹੜੀਆਂ ਨਹੀਂ ਚਾਹੁੰਦੀਆਂ, ਪਰ ਇਹ ਗ੍ਰਾਂਟਿਡ ਲੈ ਲਿਆ ਗਿਆ ਕਿ ਇਹਦਾ ਵਿਆਹ ਇਸ ਤਰੀਕੇ ਦੇ ਨਾਲ ਹੋ ਜਾਏਗਾ, ਇਹ ਖੁਸ਼ ਹੋ ਜਾਏਗੀ, ਉਹਨੂੰ ਛੱਡ ਕੇ ਬਾਕੀ 40 ਬੰਦਿਆਂ ਨੇ ਇਹ ਸੋਚ ਲਿਆ ਇਹਦੀ ਖੁਸ਼ੀ ਇਹਦੇ 'ਚ ਹੈ। ਉਹ ਪ੍ਰੋਬਲਮ ਹੈ। ਮੈਨੂੰ ਲੱਗਦਾ ਕਿ ਕਿਉਂਕਿ ਇੰਨਾ ਬਾਹਰ ਜਾਣ ਦਾ ਵੀ ਸਕੋਪ ਹੈ, ਸਡਨਲੀ ਤੁਹਾਨੂੰ ਲਾਈਫ ਕਈ ਸਟਰਗਲ ਵੀ ਬਹੁਤ ਹੈ ਬਾਹਰ ਜਾਣ ਦਾ। ਇੱਦਾਂ ਨਹੀਂ ਕਿ ਜੋ ਬਾਹਰ ਚਲੇ ਜਾਂਦੇ ਲੋਕੀ ਸਟਰਗਲ ਨਹੀਂ, ਬਟ ਮੈਨੂੰ ਲੱਗਦਾ ਮੇਕ ਔਰ ਬ੍ਰੇਕ ਕਈ ਵਾਰੀ ਹੁੰਦਾ। ਤੁਸੀਂ ਆਪਣੀ ਸੁਣ ਸਕਦੇ ਹੋ, ਜੇ ਤੁਸੀਂ ਆਪਣੀ ਸੁਣ ਲੈਂਦੇ ਹੋ, ਆਪਣੀ ਚੋਇਸਿਸ ਮੇਕ ਕਰਦੇ ਹੋ, ਕਈ ਵਾਰੀ ਜ਼ਿੰਦਗੀ ਬਦਲ ਸਕਦੀ ਹੈ। ਉਹ ਨਿਮਰਤ ਦਾ ਕੈਰੈਕਟਰ ਉਹੀ ਸੀ। ਤੇ ਕਾਫੀ ਨਿਮਰਤ ਦੇ ਬਿਲਕੁਲ ਆਪੋਜ਼ਿਟ ਕੈਰੈਕਟਰ ਹੈ ਵੀਰਾਂ ਦਾ, ਜਿਹੜੀ ਕਿਸੇ ਹਾਲ ਤੇ ਬਾਹਰ ਜਾਣਾ ਚਾਹੁੰਦੀ ਹੈ, ਬਿਲਕੁਲ, ਹੈ ਨਾ। ਤਾਂ ਉਹਦੇ ਲਈ ਉਹ ਕਿੰਨਾ ਕੁਝ ਛੱਡ ਕੇ ਕੰਪਰੋਮਾਈਜ਼ ਕਰਕੇ ਵੀ ਜਾਣਾ ਚਾਹੁੰਦੀ ਹੈ, ਕਿਉਂਕਿ ਉਹਨੇ ਸਿਰਫ ਬਾਹਰ ਹੀ ਜਾਣਾ ਹੈ ਨਾ। ਹਾਂ, ਨਹੀਂ, ਉਹ ਇੱਕ ਹੋਰ ਵੀ ਹੁੰਦਾ ਕਿ ਕਾਫੀ ਕਿ ਤੁਸੀਂ ਹਰ ਬੰਦੇ ਦਾ ਫਿਊਚਰ ਦੇਖਣ ਦਾ ਤਰੀਕਾ ਬਿਲਕੁਲ ਅਲੱਗ ਹੈ, ਪਿਆਰ ਨੂੰ ਦੇਖਣ ਦਾ ਤਰੀਕਾ ਬਿਲਕੁਲ ਅਲੱਗ। ਅਸੀਂ ਇਹ ਨਹੀਂ ਕਹਿੰਦੇ ਉਹ ਦਿਲੋਂ ਪਿਆਰ ਹੋ ਗਿਆ ਤੇ ਖਤਮ ਹੋ ਗਿਆ। ਕਿੰਨੀਆਂ ਕੁ ਚੀਜ਼ਾਂ ਹੁੰਦੀਆਂ, ਫਾਈਨੈਂਸ਼ੀਅਲ ਸਿਕਿਉਰਿਟੀ, ਲੋਕੀ ਚੀਜ਼ਾਂ ਉਹ ਦੇਖਦੇ, ਸ਼ਾਇਦ ਉਹਨੂੰ ਸਰਕਾਰ 'ਚ ਉਹ ਚੀਜ਼ਾਂ ਨਹੀਂ ਦਿਸੀਆਂ। ਬਾਹਰ ਜਾਣ ਦਾ ਤਾਂ ਚਾਹ ਕੋਈ ਆਪਾਂ ਮਨਾ ਕਰ ਹੀ ਨਹੀਂ ਸਕਦੇ ਪੰਜਾਬੀਆਂ ਨੂੰ, ਨਹੀਂ ਹੈਗਾ। ਇਹਦਾ ਜਿੱਦਾਂ ਜਿੰਨਾ ਕੁ ਅਸੀਂ ਬਾਹਰ ਹੈਗੇ ਹਾਂ ਡਾਇਸਪੋਰਾ, ਤੇ ਵਧੀਆ ਵੀ ਕਰ ਰਹੇ ਹਾਂ ਬਾਹਰ ਜਾ ਕੇ, ਪਰ ਸ਼ਾਇਦ ਉਹਦਾ ਪਿਆਰ ਨੂੰ ਦੇਖਣ ਦਾ ਲੈਂਸ ਜਾਂ ਫਿਲਟਰ ਬਿਲਕੁਲ ਅਲੱਗ ਹੈ। ਤੇ ਉਹ ਵੀ ਉਹਦੇ ਲਈ ਉਹ ਠੀਕ ਹੈ, ਨਿਮਰਤ ਲਈ ਇਹ ਠੀਕ ਹੈ ਨਾ। ਬਿਲਕੁਲ। ਇਸ ਇੰਟਰਵਿਊ ਦਾ ਵੀ ਆਖਰੀ ਸਵਾਲ ਆ, ਅਤੇ ਕੋਰਾ ਦਾ ਜਿਹੜਾ ਆਖਰੀ ਸੀਨ ਆ, ਜਦੋਂ ਲੀਅਮ ਦੀ ਮਦਰ ਉਹਨੂੰ ਉਹਦੀ ਬਾਡੀ ਨੂੰ ਲੈ ਕੇ ਜਾਂਦੀ ਆ, ਤੇ ਉਹ ਬਲਵੀਰ ਸਿੰਘ ਨੂੰ ਕਹਿੰਦੇ ਕਿ ਤੁਹਾਡੇ ਲਈ ਇੱਕ ਗੱਲ ਜਾਣਨੀ ਬਹੁਤ ਜ਼ਿਆਦਾ ਜ਼ਰੂਰੀ ਆ, ਹੈ ਨਾ। ਐਂਡ ਉਹ ਸੱਚ ਉਹਨੇ ਕਲਾਈਮੈਕਸ ਤੱਕ ਹੋਲਡ ਕਿਉਂ ਕਰਕੇ ਰੱਖਿਆ? ਅੱਛਾ ਸਵਾਲ ਹੈ। ਹਾਲਾਂਕਿ ਉਹ ਰਿਵੀਲ ਕਰ ਸਕਦੀ ਸੀ ਪਹਿਲਾਂ ਕਰ ਸਕਦੀ। ਉਹਨੂੰ ਕਾਫੀ ਟਾਈਮ ਤੱਕ ਲੱਗਿਆ ਕਿ ਸ਼ਾਇਦ ਮੈਂ ਆਪਣਾ ਮੁੰਡਾ ਬਚਾ ਕੇ ਇੱਥੋਂ ਲੈ ਜਾਵਾਂਗੀ। ਸ਼ਾਇਦ ਉਹਨੂੰ ਨਹੀਂ ਪਤਾ ਸੀ ਵੀ ਉਹ ਮਰ ਗਿਆ। ਉਹਨੂੰ ਲੱਗਿਆ ਸੀ ਕਿਸੇ ਮੁਸ਼ਕਿਲ 'ਚ ਹੈ, ਕਿੱਥੇ ਹੋਏਗਾ, ਕਿੱਥੇ ਮੈਨੂੰ ਮਿਲ ਜਾਏਗਾ, ਕਿਤੇ ਉਹਦੀ ਖਬਰ ਲੱਗ ਜਾਏ, ਹੈ ਨਾ। ਉਹ ਤਾਂ ਹੀ ਲੈ ਕੇ ਬੈਠੀ ਸੀ। ਉਹਨੂੰ ਲੱਗਿਆ ਇਹ ਅਗਰ, ਕਿਉਂਕਿ ਉਹਦੇ ਕੋਲ ਸਾਰੇ ਸੀਕ੍ਰੇਟ ਸੀਗੇ ਨਾ ਜੀ। ਇੱਕ ਬਈ ਜੇ ਉਹ ਪਹਿਲਾਂ ਦੱਸਦੀ, ਇੱਕ ਤਾਂ ਪਹਿਲਾਂ ਫਿਰ ਸੀਰੀਜ਼ ਹੀ ਪਹਿਲਾਂ ਖਤਮ ਹੋ ਜਾਏਗੀ, ਉਹ ਨਹੀਂ ਸੀ। ਪਰ ਇੱਕ ਇਮੋਸ਼ਨਲ ਜਿਹੜਾ ਉਹਦਾ ਆਨਸਰ ਹੈ ਉਹ ਇਹ ਸੀਗਾ ਵੀ ਉਹ ਲੱਭ ਰਹੀ ਸੀ ਆਪਣੇ ਮੁੰਡੇ ਨੂੰ। ਉਹਨੂੰ ਲੱਗ ਰਿਹਾ ਸੀ ਕਿ ਯਾਰ ਜੇ ਉਹ ਮੈਨੂੰ ਮਿਲ ਜਾਏ, ਹੋ ਸਕਦਾ, ਮਤਲਬ ਇਹ ਮੇਰੀ ਵੀ ਸੋਚ ਹੈ ਕਿ ਹੋ ਸਕਦਾ ਮੈਨੂੰ ਮਿਲ ਜਾਏ ਤੇ ਮੈਂ ਉਹਨੂੰ ਕਿਸੇ ਤਰ੍ਹਾਂ ਇੱਥੋਂ ਲੈ ਜਾ, ਹੈ ਨਾ, ਕਿ ਤੂੰ ਚੱਲ ਇੱਥੋਂ, ਜੋ ਹੋ ਗਿਆ ਪਰ ਮੈਂ ਉਹਨੂੰ ਲੈ ਜਾ। ਬਟ ਜਦ ਉਹਨੂੰ ਲੱਗਿਆ ਕਿ ਇਹ ਸਾਰਾ ਕੁਝ ਖਤਮ ਹੀ ਹੋ ਗਿਆ, ਤਾਂ ਉਹਨੇ ਫਿਰ ਕਿ ਇਹ ਹੁਣ ਬਾਹਰ ਆ ਹੀ ਜਾਣਾ ਚਾਹੀਦੀ ਹੈ। ਜਦ ਤੱਕ ਉਹਨੂੰ ਬੋਡੀ ਨਹੀਂ ਮਿਲੀ ਤਦ ਤੱਕ ਉਹ ਬਹੁਤ ਹੀ ਸਟਰੋਂਗ, ਵੀ ਤੁਸੀਂ ਦੇਖੋਗੇ ਬਹੁਤ ਜ਼ਿਆਦਾ। ਬਲਬੀਰ ਨੂੰ ਵੀ ਕਿੱਦਾਂ ਉਹ ਕਨਫਰੰਟ ਕਰਦੀ ਹੈ ਵੀ ਤੁਸੀਂ ਕੀ ਕਰ ਕੀ ਰਹੇ ਹੋ ਮੇਰੇ ਮੁੰਡੇ ਲਈ, ਜਦ ਕਿ ਉਹਨੂੰ ਪਤਾ ਇਹ ਵੀ ਇੱਕ ਗ੍ਰੇ ਕੈਰੈਕਟਰ ਹੈ। ਜਦ ਕਿ ਤੁਹਾਨੂੰ ਪਤਾ ਹੈ ਕਿ ਸ਼ਾਇਦ ਕਿ ਤੁਹਾਡੇ ਮੁੰਡੇ ਨੇ ਕੁਝ ਗਲਤ ਕੀਤਾ ਹੋਏਗਾ, ਪਰ ਤੁਸੀਂ ਫਿਰ ਵੀ ਥਾਣੇ 'ਚ ਜਾ ਕੇ ਇੱਕ ਇੰਸਪੈਕਟਰ ਨੂੰ ਦਲੀਲ ਕਰ ਸਕਦੇ ਹੋ ਵੀ ਤੁਸੀਂ ਆਪਣਾ ਕੰਮ ਤਰੀਕੇ ਨਾਲ ਨਹੀਂ ਕਰਦੇ। ਐਂਡ ਜਦੋਂ ਉਹ ਚੀਜ਼ ਬਾਹਰ ਆਉਂਦੀ ਆ ਕਿ ਅਸਲ 'ਚ ਸੱਚ ਹੈ ਕੀ ਸੀ, ਤਾਂ ਤੁਹਾਨੂੰ ਸਾਰਾ ਫਲੈਸ਼ਬੈਕ ਆਉਂਦਾ ਐਂਡ ਉਹਨਾਂ ਦਾ ਇਨੈਕਟ ਚਿੱਤ ਤੁਹਾਨੂੰ ਆਉਂਦਾ ਸਾਰਾ, ਤੇ ਤੁਸੀਂ ਹੈਰਾਨ ਹੋ ਜਾਂਦੇ ਹੋ ਕਿ ਉਹ ਕਿੰਨਾ ਕੌਨਫੀਡੈਂਟਲੀ ਲੋਕਾਂ ਦੇ ਨਾਲ, ਮਤਲਬ ਉਸੇ ਪਰਿਵਾਰ ਦੇ ਨਾਲ ਰਹਿੰਦੇ ਰਹੇ ਅਤੇ ਇਨਵੈਸਟੀਗੇਸ਼ਨ ਦੇ ਬਾਰੇ ਪੁੱਛਦੇ ਰਹੇ ਹੋ, ਹੈ ਨਾ। ਐਂਡ ਥੈਂਕ ਯੂ ਸੋ ਮਚ। ਥੈਂਕ ਯੂ।
ਕਿ ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ, ਸਪੈਸ਼ਲੀ ਬੰਬੇ ਤੋਂ ਤੁਸੀਂ ਫਲਾਈਟ ਲੈ ਕੇ ਆਏ ਹੋ ਐਂਡ ਇਸ ਇੰਟਰਵਿਊ ਦਾ ਤੁਸੀਂ ਹਿੱਸਾ ਬਣੇ। ਤੇ ਕੋਰਾ ਤੋਂ ਇਲਾਵਾ ਹੋਰ ਅੱਗੇ ਕੀ ਚੱਲ ਰਿਹਾ? ਕੋਰਾ ਤੋਂ ਇਲਾਵਾ ਇੱਕ ਹੋਰ ਸ਼ੋਅ ਹੈ ਜਿਹਦੇ ਤੇ ਕੰਮ ਚੱਲ ਰਿਹਾ, ਪਰ ਉਹ ਕੰਮ ਕੋਰਾ ਨੂੰ ਵੀ ਲਿਖਣ ਨੂੰ ਸਾਨੂੰ 2 ਸਾਲ ਲੱਗ ਗਏ ਸੀ, ਸਿਰਫ ਇਹ ਤੈਅ ਕਰਨ ਨੂੰ ਵੀ ਕਹਾਣੀ ਕਿਹੜੀ ਦੱਸਣੀ ਹੈ। ਫਿਰ ਸਾਲ ਹੋਰ ਆਪਾਂ ਲਾਇਆ ਬਾਅਦ ਚ ਸਕਰੀਨ ਪਲੇ ਅਸੀਂ ਲਿਖਣ ਸੀਜ਼ਨ ਦਾ। 2 ਵੀ ਐਕਸਪੈਕਟ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹੋ, ਪਰ ਹੋਏਗਾ ਮਤਲਬ Right. ਇਨ ਇਟਸ ਡਿਊ ਟਾਈਮ ਤੁਹਾਨੂੰ ਪਤਾ ਵੀ ਲੱਗ ਜਾਏਗਾ। ਰਾਈਟ। ਪਰ ਅਸੀਂ ਤਾਂ ਰੈਡੀ ਹਾਂ, ਜੇ ਸਾਨੂੰ ਮੌਕਾ ਮਿਲੇਗਾ ਤਾਂ ਬਿਲਕੁਲ ਕਰਾਂਗੇ, ਤੇ ਹੋਰ ਕਹਾਣੀਆਂ ਇਦਾਂ ਦੀ ਕਰਨ ਨੂੰ ਬਹੁਤ ਮਤਲਬ ਮੈਨੂੰ ਮਜ਼ਾ ਆਏਗਾ ਜੇ ਮੈਂ ਇਦਾਂ ਦੀ ਕਹਾਣੀਆਂ ਹੋਰ ਮੈਨੂੰ ਬਿਲਕੁਲ ਕੋਈ ਪਲੇਟਫਾਰਮ ਦੇ ਕਰਨ ਨੂੰ, ਤਾਂ ਬਹੁਤ ਅੱਛਾ ਲੱਗੇਗਾ। ਬਿਲਕੁਲ। ਥੈਂਕ ਯੂ ਸੋ ਮਚ ਗੁਰਜੀਤ ਥੈਂਕ ਯੂ। ਕਿ ਤੁਸੀਂ ਇੰਨਾ ਟਾਈਮ ਦਿੱਤਾ ਐਂਡ ਇੰਨਾ ਬਿਊਟੀਫੁਲੀ ਇੱਕ ਵੈਬ ਸੀਰੀਜ਼ ਤੁਸੀਂ ਕ੍ਰੀਏਟ ਕਰਕੇ ਲੈ ਕੇ ਤੁਸੀਂ ਐਂਡੀ ਗਈ ਐਂਡ ਤੁਹਾਡੀ ਪੂਰੀ ਟੀਮ, ਡਾਇਰੈਕਟਰ ਰਣਦੀਪ ਐਂਡ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੰਟੈਂਟ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ। ਹਾਲਾਂਕਿ ਮੈਨੂੰ ਇੱਕ ਸਵਾਲ ਦਮਨ ਉਹਨਾਂ ਨੇ ਇਹ ਵੀ ਭੇਜਿਆ ਸੀਗਾ ਕਿ ਜਦੋਂ ਪੰਜਾਬ ਦੇ ਵਿੱਚ ਬਹੁਤ ਸਾਰਾ ਕਾਮੇਡੀ ਕੰਟੈਂਟ ਬਣ ਰਿਹਾ, ਤਾਂ ਉੱਥੇ ਜਦੋਂ ਪੰਜਾਬ ਬੇਸਡ ਇਦਾਂ ਦਾ ਕੋਈ ਕੰਟੈਂਟ ਆਉਂਦਾ ਤੇ ਉਹਨੂੰ ਵੀ ਪੰਜਾਬ 'ਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਆ। ਇਹ ਬਹੁਤ ਹੀ ਕੰਟਰਾਸਟ ਵਾਲੀਆਂ ਚੀਜ਼ਾਂ ਨੇ। ਨਹੀਂ, ਆਪਾਂ ਅੰਡਰਮਾਈਨ ਕਰਦੇ ਹਾਂ ਆਪਣੀ ਆਡੀਅנס ਨੂੰ ਬਹੁਤ ਜ਼ਿਆਦਾ। ਸਾਨੂੰ ਲੱਗਦਾ ਅਸੀਂ ਨਾ ਸਾਨੂੰ ਲੱਗਦਾ ਕਿ ਸਾਡੀ ਆਡੀਅנס ਉਨੀ ਸਮਝਦਾਰ ਨਹੀਂ, ਜਦ ਕਿ ਕਦੇ ਕਦੇ ਨਾ ਫਿਲਮ ਮੇਕਰ ਤੋਂ ਜ਼ਿਆਦਾ ਸਮਝਦਾਰ ਹੈ। ਬਿਲਕੁਲ। ਤੇ ਉਹ ਅੰਡਰਮਾਈਨ ਨਹੀਂ ਕਰਨਾ ਚਾਹੀਦਾ। ਜਦ ਤੱਕ ਤੁਸੀਂ ਕਿਸੇ ਨੂੰ ਕੋਈ ਨਵੀਂ ਚੀਜ਼ ਨਹੀਂ ਦੋਗੇ ਬਿਲਕੁਲ। ਜਾਂ ਸੱਚ ਚੀਜ਼ ਨਹੀਂ ਦੋਗੇ, ਉਹਨੂੰ ਤਾਂ ਪਤਾ ਹੀ ਨਹੀਂ ਲੱਗੇਗਾ ਉਹਦਾ ਸਵਾਦ ਕੀ ਹੈ। ਉਹਨੂੰ ਸਵਾਦ ਤਾਂ ਦਿਓ, ਫਿਰ ਉਹਨੂੰ ਕਹਿਣ ਦਿਓ ਕਿ ਯਾਰ ਇਹ ਸਵਾਦ ਅੱਛਾ ਹੈ ਜਾਂ ਬੁਰਾ ਹੈ ਨਾ। ਤੇ ਉਹ ਮੈਨੂੰ ਲੱਗਦਾ ਕਿ ਪੰਜਾਬੀ ਆਡੀਅנס ਜਿਹੜੀ ਹੈ ਉਹ ਰੈਡੀ ਹੈ। ਮੈਨੂੰ ਵੀ ਨਹੀਂ ਲੱਗਦਾ ਸੀ ਵੀ ਪੰਜਾਬ 'ਚ, ਪਰ ਪੰਜਾਬ ਦੇ ਲੋਕਾਂ ਨੇ ਇੰਨਾ ਕੁ ਪਿਆਰ ਦਿੱਤਾ ਕੋਰਾ ਨੂੰ। ਬਾਹਰ ਡਾਇਸਪੋਰਾ ਬੈਠੇ ਲੋਕਾਂ ਨੂੰ ਬਹੁਤ ਜ਼ਿਆਦਾ ਮੈਸੇजेस ਆਏ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, UK ਤੇ ਲੋਕਾਂ ਨੇ ਜਿੱਦਾਂ ਦੇਖਿਆ ਉਹਨਾਂ ਨੂੰ ਕੋਈ ਨਾ ਕੋਈ ਕਨੈਕਟ ਤਾਂ ਹੋਇਆ। ਤੇ ਆਈ ਥਿੰਕ ਹੋਰ ਸਾਡੀ ਕੋਸ਼ਿਸ਼ ਦੀ ਕਾਮਯਾਬ ਹੋ ਗਈ। ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਸਾਰਿਆਂ ਦੀ ਵੀ ਆਪਾਂ ਹਰ ਤਰੀਕੇ ਦਾ ਸਿਨੇਮਾ ਕਰੀਏ। ਇਹ ਨਹੀਂ ਕਾਮੇਡੀ ਸਿਨੇਮਾ, ਮੈਨੂੰ ਲੱਗਦਾ ਹਸਾਉਣਾ ਬਹੁਤ ਮੁਸ਼ਕਿਲ ਹੈ। ਇਹ ਤੋਂ ਜ਼ਿਆਦਾ ਸ਼ਾਇਦ ਮੈਨੂੰ ਲੱਗਦਾ ਮੇ ਬੀ ਦਿਸ ਕਮਸ ਈਜ਼ੀ ਟੂ ਮੀ, ਕਿਉਂਕਿ ਮੈਂ ਰੀਅਲਿਸਟਿਕ ਕਹਾਣੀ ਦੱਸਣਾ ਚਾਹੁੰਦਾ, ਬਟ ਮੈਨੂੰ ਲੱਗਦਾ ਕਿ ਹਸਾਉਣਾ ਵੀ ਬਹੁਤ ਔਖੀ ਗੱਲ ਹੈ। ਤੇ ਸ਼ਾਇਦ ਪੰਜਾਬ ਡਿਜ਼ਰਵ ਕਰਦਾ ਹਰ ਤਰੀਕੇ ਦਾ ਸਿਨੇਮਾ। ਅਬ ਸ਼ਾਇਦ ਦੇਖੋ ਹੂ ਨੋਜ਼ ਅਗਲੇ 10 ਸਾਲਾਂ 'ਚ ਮੇ ਬੀ ਸੂਰਤ ਬਦਲ ਜੇ। ਹੋਪ ਸੋ। ਥੈਂਕ ਯੂ ਸੋ ਮਚ ਗੁਰਜੀਤ, ਇੱਕ ਵਾਰ ਫਿਰ ਤੋਂ ਵੀ ਸੋਸ਼ਲ ਤੇ ਆਉਣ ਦੇ ਲਈ, ਕੋਰਾ ਦੇ ਲਈ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਸਨ ਸਾਡੇ ਨਾਲ ਕੋਰਾ ਵੈਬ ਸੀਰੀਜ਼ ਦੇ ਰਾਈਟਰ ਮਨਜੀਤ ਚੋਪੜਾ, ਇਹਨਾਂ ਦੇ ਨਾਲ ਡਿੱਗੀ ਸਿਸੋਦੀਆ, ਜਿਨ੍ਹਾਂ ਨੇ ਜੋ ਇਸ ਵੈਬ ਸੀਰੀਜ਼ ਦੇ ਕੋ ਰਾਈਟਰ ਨੇ। ਇਹਨਾਂ ਨੇ ਇਸ ਸੀਰੀਜ਼ ਨੂੰ ਲਿਖਿਆ, ਕ੍ਰੀਏਟ ਕੀਤਾ ਆ। ਨੈਟਫਲਿਕਸ ਦੇ ਉੱਪਰ ਜਾ ਕੇ ਤੁਸੀਂ ਸੀਰੀਜ਼ ਦੇਖ ਸਕਦੇ ਹੋ। ਉਮੀਦ ਹੈ ਕਿ ਤੁਹਾਨੂੰ ਚੰਗੀ ਲੱਗੂਗੀ। ਬਾਕੀ ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।